ਇੱਕ ਵਾਰ ਫਿਰ ਤੋਂ ਸਵਾਗਤ ਜੀ ਤੁਹਾਡਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ। ਆਪਣੇ ਸਮੇਂ ਮੁਤਾਬਕ ਅਸੀਂ ਹਾਜ਼ਰ ਹਾਂ ਜੀ, ਅਤੇ ਗੱਲਾਂ ਬਾਤਾਂ ਕਰਨ ਦੇ ਲਈ ਆਪਣੇ ਨਾਲ ਇੱਕ ਹੋਰ ਸ਼ਖਸ ਹੁੰਦੇ ਨੇ। ਉਸ ਸ਼ਖਸ ਦੇ ਨਾਲ ਫਿਰ ਤੋਂ ਉਸੇ ਤਰ੍ਹਾਂ ਹੀ ਅਸੀਂ ਸੰਪਰਕ ਸਾਧਨ ਦੀ ਕੋਸ਼ਿਸ਼ ਕਰਦੇ ਹਾਂ। ਕੀ ਹਾਲ ਨੇ ਬਾਠ ਸਾਹਿਬ, ਕਿੱਦਾਂ ਸਿਹਤਾਂ ਜੀ? ਸੰਧਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਮਹਾਰਾਜ। ਅੱਜ ਤੇ ਕਮਾਲ ਕੀਤੀ ਪਈ ਇਹ ਬੱਦਲਾਂ ਰੰਗੀ ਟਾਈ ਜਿਹੜੀ ਲਈ ਇਹ ਕਿਦੋਂ ਵੱਜੀ ਲੱਗਦੀ ਹੈ ਕਿ ਖਰੀਦ ਲਈ ਜੀ? ਨਹੀਂ ਖਰੀਦੀ ਨਹੀਂ ਜੀ, ਇਹ ਤਾਂ ਕੈਲਗਰੀ ਸਟੂਡੀਓ ਵਾਲੇ ਜਿਹੜੇ ਸੱਜਣ ਨੇ ਆਪਣੇ ਉਹਨਾਂ ਤੋਂ ਉਧਾਰੀ ਲਈ ਹੈ, ਮੰਗਵੀਂ ਹੈ। ਇਹ ਆਪ ਤੇ ਆਈ ਹੋ ਹਟਾਈ। ਅੱਛਾ ਜੀ, ਇਹ ਯਾਰ ਬੜੇ ਅੱਛੇ ਨੇ, ਬੜੇ ਚੰਗੇ ਨੇ ਜਿਹੜੇ ਇੱਦਾਂ ਮੰਗਵੀਆਂ ਚੀਜ਼ਾਂ ਦੇ ਦਿੰਦੇ ਹੈ। ਚੰਗੇ ਚੁੰਗੇ ਹੈ ਨਹੀਂ ਕਿ ਇਹ ਜਦੋਂ ਸਟੂਡੀਓ 'ਚ ਆਪਾਂ ਵੜ ਜਾਈਦਾ ਅੰਦਰੋਂ ਕੁੰਡੀ ਲਾ ਲਈਦੀ ਹੈ ਨਾ, ਫਿਰ ਕੁੰਡੀ ਲਾ ਕੇ ਫਿਰ ਜੋ ਇਹਨਾਂ ਦਾ ਮਰਜ਼ੀ ਪਾ ਲਈਏ। ਬਾਅਦ 'ਚ ਫਿਰ ਕੀ ਕਹਿਣਗੇ, ਕੁੰਡਾ ਖੋਲਾਂਗੇ ਤਾਂ ਬਾਅਦ 'ਚ ਕਹੀ ਜਾਣ ਪ੍ਰੋਗਰਾਮ ਹੋ ਜਾਂਦਾ। ਨਹੀਂ ਚਲੋ, ਗਾਂਹ ਵੀ ਆਉਣ ਜਾਣ ਰਹਿਣਾ ਚਾਹੀਦਾ ਬੰਦੇ ਦਾ, ਇੱਦਾਂ ਨਹੀਂ ਕਰਨਾ ਚਾਹੀਦਾ। ਅੱਛਾ, ਗੱਲ ਇਹ ਆ ਬਾਠ ਸਾਹਿਬ ਕਿ ਵੀ ਹੋਰਨਾਂ ਖਬਰਾਂ ਵਾਲੇ ਪਾਸੇ ਆਪਾਂ ਜਾਣ ਤੋਂ ਪਹਿਲਾਂ ਇੱਕ ਚੀਜ਼ ਸੋਚੀਏ ਵੀ ਜਦੋਂ ਆਪਾਂ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ, ਕਿਉਂਕਿ ਇੱਕ ਪਾਸੇ ਆਪਾਂ ਇਹ ਚੀਜ਼ ਸੁਣਦੇ ਹਾਂ ਵੀ ਭਾਰਤ ਦੇਸ਼ ਮਹਾਨ ਜੀ ਸਭ ਤੋਂ ਯੰਗ ਨੌਜਵਾਨ ਦੇਸ਼ ਹੈ, ਯੰਗ ਸ਼ਕਤੀ ਹੈ, ਆਪਾਂ ਹੋਰ ਸਾਲ 2 ਸਾਲਾਂ ਤੱਕ ਚਾਈਨਾ ਵਾਲੇ ਵੀ ਪਿੱਛੇ ਛੱਡ ਜਾਣੇ ਆ, ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਣਾ। ਇੱਕ ਅੰਕੜਾ ਜਿਹਾ ਜਿਹੜਾ ਆਇਆ ਸਾਹਮਣੇ ਕਿ ਕੋਈ 7-8 ਸਾਲਾਂ 'ਚ ਕੋਈ 22 ਕਰੋੜ ਦੇ ਕਰੀਬ ਨੌਜਵਾਨਾਂ ਨੇ, ਜਾਂ ਕਹਿ ਲਓ ਕਿ ਵੀ ਜਿਹੜੀ ਲੋਕ ਕਾਬਲ ਸੀਗੇ ਕਿਸੇ ਨਾ ਕਿਸੇ ਜੋਬ ਦੇ, ਉਹਨਾਂ ਨੇ ਅਪਲਾਈ ਕੀਤਾ ਅਤੇ ਨੌਕਰੀ ਮਿਲੀ ਕੋਈ 7-7.25 ਲੱਖ ਲੋਕਾਂ ਨੂੰ ਸਿਰਫ। ਮੈਂ ਐਂ ਸੋਚਦਾ ਸੀ ਵੀ 22 ਕਰੋੜ ਦਾ ਮਤਲਬ ਇਹ ਹੋ ਗਿਆ ਵੀ 100 ਲੱਖ ਪੂਰਾ ਹੋਵੇ ਅਤੇ ਫਿਰ ਜਾ ਕੇ ਕਿਤੇ 1 ਕਰੋੜ ਬਣਦਾ, ਅਤੇ ਉਸ 100 ਲੱਖ ਦੇ ਵਿੱਚੋਂ ਵੀ ਤੁਸੀਂ ਮੰਨ ਕੇ ਚਲੋ ਵੀ 92-93 ਲੱਖ ਤਾਂ ਪਾਸੇ ਰਹਿ ਗਿਆ। 21 ਕਰੋੜ ਤੋਂ ਬਿਨਾਂ ਵੱਖਰਾ ਤੁਰਿਆ ਫਿਰਦਾ ਜਿਹਨਾਂ ਨੂੰ ਕੋਈ ਨੌਕਰੀ ਨਹੀਂ। ਅਤੇ ਫਿਰ ਜੇ ਇੰਨਾ ਵੱਡਾ ਲੈਵਲ ਬੇਰੁਜ਼ਗਾਰੀ ਦਾ, ਅਤੇ ਫਿਰ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਬੜੀ ਨੌਜਵਾਨ ਸ਼ਕਤੀ ਹੈ? ਨੌਜਵਾਨ ਸ਼ਕਤੀ ਕਿਸੇ ਪਾਸੇ ਲੱਗਣੀ ਵੀ ਤਾਂ ਚਾਹੀਦੀ ਹੈ ਨਾ। ਸੰਧਾਲੀਆ ਸਾਹਿਬ, ਹੋ ਸਕਦਾ ਕਿ ਇਹਦੇ ਖਿਲਾਫ ਤਰਕ ਦੇਣ ਵਾਲੇ ਇਹ ਵੀ ਕਹਿਣ ਕਿ ਨਹੀਂ ਜੀ, ਉਹਦੇ ਵਿੱਚੋਂ ਇੰਨੇ ਬੰਦੇ ਤਾਂ ਨੌਕਰੀ ਲੱਗ ਗਏ ਸੀ, ਇੰਨੇ ਬੰਦੇ ਤਾਂ ਪਹਿਲੇ ਨੌਕਰੀਆਂ 'ਤੇ ਲੱਗੇ ਸੀ, ਉਹਨਾਂ ਨੇ ਹੋਰ ਨੌਕਰੀਆਂ ਲਈ ਅਪਲਾਈ ਕੀਤਾ। ਮੈਂ ਕਹਿੰਦਾ 2 ਕਰੋੜ ਘਟਾ ਦਿਓ। ਮੈਂ ਸਿਰਾ ਲਾਈ ਜਾਂਦਾ ਕਿ 22 ਕਰੋੜ ਬੰਦੇ ਨੇ ਜੇ ਅਪਲਾਈ ਕੀਤਾ, ਮੰਨ ਲਓ ਕਿ 2 ਕਰੋੜ ਬੰਦਾ ਵਿੱਚੋਂ ਉਹ ਸੀ ਜਿਹੜੇ ਪਹਿਲਾਂ 20 ਕੰਮਾਂ 'ਤੇ ਲੱਗਿਆ ਅਤੇ ਉਹ ਆਪਣੇ ਕੰਮਾਂ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਸੀ, ਹੇਠਲੇ ਪੱਧਰ ਤੋਂ ਉੱਪਰਲੇ ਪੱਧਰ ਜਾਣਾ ਚਾਹੁੰਦੇ ਸੀ, ਤਾਂ ਵੀ 20 ਕਰੋੜ ਲੋਕਾਂ ਨੇ ਅਪਲਾਈ ਕੀਤਾ ਅਤੇ ਉਹ 20 ਕਰੋੜ ਦੇ ਵਿੱਚੋਂ 5-7 ਲੱਖ ਜਿਹੜਾ ਤੁਸੀਂ ਦੱਸਿਆ ਰੁਜ਼ਗਾਰ ਪ੍ਰਾਪਤ ਕਰ ਗਿਆ, ਉਹਦੇ ਤੋਂ ਬਿਨਾਂ ਬਾਕੀ ਸਾਰੇ ਖਾਲੀ ਝੋਲਾ ਲੈ ਕੇ ਘਰੇ ਪਰਤੇ। ਅਤੇ ਸੰਧਾਲੀਆ ਸਾਹਿਬ, ਇਹ ਵੀ ਸੱਚ ਹੈ, ਹੋ ਸਕਦਾ ਬਹੁਤ ਸਾਰੇ ਲੋਕ ਜਿਹੜੇ ਕੰਮ ਕਰਨ ਦੇ ਯੋਗ ਹੋਣ, ਹੋ ਸਕਦਾ ਜਿਹੜੇ ਲੋਕ ਕੰਮ ਕਰਨਾ ਚਾਹੁੰਦੇ ਹੋਣ, ਹੋ ਸਕਦਾ ਜਿਨ੍ਹਾਂ ਦੇ ਮਨ ਦੇ ਵਿੱਚ ਹੋਵੇ ਕਿ ਮੈਂ ਕੰਮ ਕਰਨਾ, ਤਨਖਾਹ ਲੈਣੀ, ਘਰ ਦਾ ਪੱਧਰ ਉੱਪਰ ਚੁੱਕਣਾ, ਇਹ ਮਨਸ਼ਾ ਲੈ ਕੇ ਜਿਹੜੇ ਘੁੰਮਦੇ ਬਹੁਤ ਸਾਰੇ ਲੋਕ ਆ ਉਹ ਅਪਲਾਈ ਨਾ ਕਰ ਸਕੇ ਹੋਣ। ਕਈਆਂ ਨੂੰ ਪਤਾ ਹੀ ਨਹੀਂ ਲੱਗਿਆ ਹੋਣਾ, ਕਈ ਇਸ ਕਰਕੇ ਅਪਲਾਈ ਨਹੀਂ ਕਰ ਸਕੇ ਹੋਣੇ ਕਿ ਅਪਲਾਈ ਕਰਨ ਦੇ ਲਈ ਨਾਲ ਅਗਲੇ ਡਰਾਫਟ ਮੰਗਦੇ ਹੁੰਦੇ 200 ਦਾ, 250 ਦਾ, 500 ਦਾ, 1000 ਦਾ, 4000 ਦਾ। ਸੋ ਹੋ ਸਕਦਾ ਕਿ 22 ਕਰੋੜ ਦੀ ਜਗ੍ਹਾ 20 ਕਰੋੜ ਹੋਵੇ, ਹੋ ਸਕਦਾ 25 ਜਾਂ 26 ਕਰੋੜ ਵੀ ਹੋਵੇ, ਪਰ ਇਹ ਅੰਕੜਾ ਡਰਾਉਣ ਵਾਲਾ। ਨੌਕਰੀਆਂ ਕਿਉਂ ਨਹੀਂ ਦਿੱਤੀਆਂ ਗਈਆਂ, ਨੌਕਰੀਆਂ ਕਦੋਂ ਨੂੰ ਦੇਣੀਆਂ, ਨੌਕਰੀਆਂ ਦੇਣ ਦੇ ਲਈ ਢੰਗ ਤਰੀਕਾ ਕੀ ਹੈ, ਕਿੰਨੇ ਕੁ ਲੋਕਾਂ ਨੂੰ ਇੱਥੇ ਐਡਜਸਟ ਕੀਤਾ ਜਾ ਸਕਦਾ, ਉਹ ਸਾਰੀ ਕੈਲਕੂਲੇਸ਼ਨ ਹੋਣੀ ਜਿਹੜੀ ਹੈ ਉਹ ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ, ਨਹੀਂ ਤਾਂ ਔਖਾ ਹੋ ਜਾਊਗਾ। ਨਹੀਂ ਪੂਰਾ ਔਖਾ। ਦੇਖੋ, ਮੇਰਾ ਖਿਆਲ ਜੇ ਮੈਂ ਗਲਤ ਨਹੀਂ ਤਾਂ ਪਿਛਲੇ ਦਿਨੀ ਸ਼ਾਇਦ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਕਿਹਾ ਸੀ ਕੋਈ 10 ਲੱਖ ਦੇ ਕਰੀਬ ਨੌਕਰੀਆਂ ਦੇਣੀਆਂ ਨੇ ਫਟਾਫਟ, ਸਾਲ ਸਵਾ ਸਾਲ ਜਿਹੜਾ ਇਲੈਕਸ਼ਨਾਂ ਤੋਂ ਪਹਿਲਾਂ ਰਹਿ ਗਿਆ। ਅਤੇ ਮੈਂ ਸੋਚਦਾ ਸੀ ਵੀ 10 ਲੱਖ ਹੋਰ ਪਾ ਲਈਏ ਤਾਂ ਵੀ 17 ਕੁ ਲੱਖ ਨੂੰ ਮਿਲੀਆਂ ਨੌਕਰੀਆਂ, ਅਤੇ 22 ਕਰੋੜ ਦਾ ਤਾਂ ਅੰਕੜਾ ਬੜਾ ਦੂਰ ਹੈ। ਸੋ ਇਹ ਵਾਕਿਆ ਇੱਕ ਐਸਾ ਵਿਸ਼ਾ ਜਿਸ ਵਿਸ਼ੇ ਦੇ ਉੱਪਰ ਜੇ ਸਰਕਾਰਾਂ ਸੁਹਿਰਦ ਹੋ ਕੇ ਅੱਜ ਨਾ ਸੋਚਣ ਲੱਗੀਆਂ, ਅਤੇ ਫਿਰ ਜਿਹੜੀ ਚੀਜ਼ ਨੂੰ ਆਪਾਂ ਨੌਜਵਾਨ ਸ਼ਕਤੀ ਕਹਿੰਦੇ ਹਾਂ, ਉਹ ਸ਼ਕਤੀ ਜੇ ਕੰਮ ਨਾ ਆਵੇ ਤਾਂ ਫਿਰ ਉਹ ਜਾਈ ਜਾ ਕੇ ਕਿਸੇ ਨਾ ਕਿਸੇ ਬੰਨੇ ਇੱਦਾਂ ਆਮ ਹੀ ਆਪਣੇ ਕਿਹਾ ਹੁੰਦਾ ਵਿਹਲਾ ਮਨ ਜਿਹੜਾ ਸ਼ੈਤਾਨ ਦਾ ਘਰ ਬਣ ਜਾਂਦਾ, ਉਸ ਪਾਸੇ ਵੀ ਜਾ ਸਕਦੀ। ਬਾਕੀ ਚਲੋ, ਜਿਨ੍ਹਾਂ ਦੇ ਕੋਲ ਸ਼ਕਤੀ ਹੈ, ਜਿਨ੍ਹਾਂ ਦੇ ਕੋਲ ਪਾਵਰ ਹੈ ਬਾਠ ਸਾਹਿਬ, ਉਹ ਕਿਹੜਾ ਕਿਸੇ ਦੇ ਪੈਰ ਲੱਗਣ ਦਿੰਦੇ ਆ। ਉਹੀ ਮੈਡਮ, ਉਹੀ ਬੀਬੀ ਜੀ ਤੁਸੀਂ ਰੋਜ਼ ਗੱਲ ਸੁਣਾਉਂਦੇ ਹੁੰਦੇ ਹੋ। 15 ਕਰੋੜ ਤੁਸੀਂ ਕਹਿੰਦੇ ਸੀ ਕੱਲ੍ਹ ਫੜਿਆ, ਹੁਣ ਕਹਿੰਦੇ ਇੱਕ ਹੋਰ ਘਰ ਚਲ ਗਏ ਅਤੇ 27 ਕਰੋੜ ਉੱਥੋਂ ਫੜ ਲਿਆ। ਬੀਬੀ ਨੇ ਕੋਈ ਰੁੱਖ ਰੱਖ ਤੇ ਨਹੀਂ ਲਾਇਆ ਨੋਟਾਂ ਵਾਲਾ? ਸੰਧਾਲੀਆ ਸਾਹਿਬ, ਪੰਡ ਭਾਰੀ ਹੋਈ ਜਾਂਦੀ ਹੈ। ਇੱਕ ਵਾਰੀ ਕਿਸੇ ਸੱਜਣ ਨੇ ਪੱਠੇ ਮੰਗੇ ਕਿਸੇ ਤੋਂ, ਜਾਣੀ ਤੁਹਾਡੇ ਵਰਗਾ ਵੱਡਾ ਸਰਦਾਰ ਬੰਦਾ, ਉਹਨੂੰ ਕਹਿੰਦਾ ਵੀ ਪੱਠੇ ਲਿਜਾਣੇ ਜੀ ਅੱਜ ਥੋੜ੍ਹੇ ਜਿਹੇ, ਜਾਣੀ ਕਾਹਲੀ ਬੜੀ ਆ, ਆਪਣੇ ਕੋਲ ਪੱਠੇ ਹੈ ਨਹੀਂ, ਮੱਝ ਖਾਣ ਨੂੰ ਮੰਗਦੀ ਹੈ। ਵੀ 2 ਕਪੂਲੀਆਂ ਪੱਠਿਆਂ ਦੀਆਂ ਲੈਣੀਆਂ, ਨਹੀਂ 2 ਸੱਥਰੀਆਂ, ਛੋਟੀ ਜੀ ਪੰਡ, ਛੋਟੀ ਜੀ। ਉਹ ਕਹਿੰਦੇ ਲੈ ਜਾ ਬਈ। ਉਹਨੇ ਫਿਰ ਕਰ ਲਿਆ ਲਾਲਚੋਂ, ਜਿਉਂ ਲੱਗਾ ਵੱਢਣ, ਉਹਨੇ ਜਿੰਨੇ ਕੁ ਪੰਡ ਦੇ ਵਿੱਚ ਪੈਂਦੇ ਸੀ ਐਨ ਠੋਕ ਕੇ 4-5 ਪੰਡਾਂ ਜਿੰਨੇ ਪੱਠੇ ਪਾ ਲਏ। ਅਤੇ ਸੰਧਾਲੀਆ ਸਾਹਿਬ ਬਾਅਦ 'ਚ ਫਿਰ ਚੱਕ ਨਾ ਹੁਣ ਉੱਥੋਂ ਸਿਰ 'ਤੇ ਲਿਜਾਣੇ ਸੀ।
ਉਹਨੇ ਫਿਰ ਥੋੜ੍ਹੇ ਵਰਗੇ ਸਰਦਾਰ ਨੂੰ ਵੀ ਆਵਾਜ਼ ਮਾਰ ਲਈ ਜਿਹੜਾ ਖੇਤ ਦਾ ਮਾਲਕ ਸੀ, 2 ਕੁ ਬੰਦਿਆਂ ਨੂੰ ਹੋਰ ਆਵਾਜ਼ ਮਾਰੀ। ਪੰਡ ਫੇਮ ਨਾ ਚੱਕ ਹੋਈ ਕਿਉਂਕਿ ਪੰਡ ਜ਼ਿਆਦਾ ਹੀ ਭਾਰੀ ਪਾ ਲਈ ਸੀ, ਬਰਸੀਮ ਭਾਰਾ ਹੁੰਦਾ ਆਪਾਂ ਸਾਰਿਆਂ ਨੂੰ ਪਤਾ ਹੈ। ਤੇ ਜਦੋਂ ਨਾ ਚੱਕ ਹੋਈ ਉਹਨੇ ਦੇਖਿਆ ਕਿ ਸਾਰੇ ਜਣੇ ਦੇਖਦੇ ਆ ਕਿ ਭਾਈ ਲਾਲਚ ਕਿਉਂ ਕੀਤਾ, ਜੇ ਪੱਠੇ ਮੰਗ ਹੀ ਲਿਆ ਸੀ ਤਾਂ ਪੰਡ ਵੱਡੀ ਕਿਉਂ ਵੱਢ ਲਈ। ਕਹਿੰਦਾ ਪੰਡ ਤਾਂ ਹਲਕੀਆ, ਹੱਥ ਹੀ ਨਹੀਂ ਸੂਤ ਪੈਂਦਾ। ਸੰਧ ਵਾਲੀਆ ਦਾ ਪੈਸੇ ਨਹੀਂ ਬਹੁਤੇ, ਇਹ ਰੁਪਈਆ ਤਾਂ ਮਹਾਂ 50 ਕਰੋੜ ਸੀ, ਰੱਖ ਹੀ ਨਹੀਂ ਕਿਸੇ ਸੂਤ ਹੋਏ, ਤੁਹਾਡੇ ਹੱਥ ਆ ਗਏ। ਹੋ ਸਕਦਾ 50 ਕਰੋੜ ਕਿਸੇ ਸੂਤ ਥਾਂ ਰੱਖ ਲੈ, ਹੁਣ ਅਜੇ ਹੱਥ ਵੀ ਨਾ ਆਏ। ਹੁਣ ਬੀਬੀ ਨੇ ਕਮਾਲਾਂ ਕਰਤੀਆਂ, ਮੈਂ ਕਹਿੰਦਾ ਕਿ ਬੱਲੇ ਬੱਲੇ ਹੋ ਗਈ ਹੈ। ਮੈਂ ਨਾ ਉਹ ਜਿਹੜੇ ਭਾਈ ਸਾਹਿਬ ਨੇ, ਮੰਤਰੀ ਸਾਹਿਬ ਜਿਹੜੇ ਹੁਣ ਚਲੋ ਅਗਲਿਆਂ ਨੇ ਸ਼ਾਇਦ ਪਾਰਟੀ ਚੋਂ ਵੀ ਕੱਢ ਦਿੱਤੇ ਆ ਤੇ ਮੰਤਰੀ ਵੀ ਹਟਾਤੇ ਨੇ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਪਹਿਲਾਂ ਤਾਂ ਤ੍ਰਿਣਮੂਲ ਕਾਂਗਰਸ ਸੁਪਰੀਮੋ ਉਹਨਾਂ ਨੂੰ ਗੁੱਸਾ ਜਿਹਾ ਆਇਆ ਸੀਗਾ। ਉਹ ਫਿਰ ਕਹਿੰਦੇ ਸੀ ਵੀ ਸ਼ਾਇਦ ਕੋਈ ਬਦਲੇ ਦੀ ਕਾਰਵਾਈ ਆ, ਪਰ ਜਿੱਦਾਂ ਹੁਣ ਉਹਦੇ ਵੱਲੋਂ ਸੌਦਾ ਲੱਭਦਾ ਪਿਆ, ਮੇਰਾ ਖਿਆਲ ਮਾੜੇ ਬੰਦੇ ਨੂੰ ਤੇ ਇਦਾਂ ਆਟਾ ਨਹੀਂ ਲੱਭਦਾ ਡਰਮੀ 'ਚ ਜਿੱਦਾਂ ਨੋਟ ਲੱਭਦੇ ਪਏ ਉਹਦੇ ਵੱਲੋਂ। ਉਸ ਤੋਂ ਬਾਅਦ ਮੇਰਾ ਖਿਆਲ ਉਹ ਪਾਰਟੀ ਨੇ ਵੀ ਸੋਚਿਆ ਨਾ ਵੀ ਇਦਾਂ ਦਾ ਬੰਦਾ ਸਾਡੀ ਬਦਨਾਮੀ ਕਰਾਊਗਾ, ਇਹ ਤੋਂ ਆਪਾਂ ਪਾਸਾ ਕਿਨਾਰਾ ਹੀ ਕਰ ਲਈਏ। ਪਰ ਤੁਸੀਂ ਇਹ ਦੇਖੋ ਵੀ 20-21 ਪਹਿਲਾਂ ਮਿਲਿਆ, 15 ਫੇਰ ਮਿਲਿਆ, 27 ਫਿਰ ਮਿਲਿਆ। ਇਹ ਜਿਸ ਹਿਸਾਬ ਨਾਲ ਰਕਮਾਂ ਮਿਲਦੀਆਂ ਪਈਆਂ, ਇਹ ਕੋਈ ਉਰੇ ਗੱਲਬਾਤ ਹੈ ਨਹੀਂ। ਤੇ ਇੱਕ ਗੱਲ ਇਹ ਵੀ ਹੋ ਸਕਦੀ ਹੈ ਵੀ ਆਪਾਂ ਨੂੰ ਤਾਂ ਐਂ ਹੌਕਾ ਜਿਹਾ ਨਿਕਲਦਾ ਨਾ ਵੀ ਤੇਰਾ ਭਲਾ ਹੋ ਜਾਏ, ਇੰਨੇ ਪੈਸੇ। ਹੋ ਸਕਦਾ ਬੀਬੀ ਖੁਸ਼ ਹੁੰਦੀ ਹੋਵੇ ਵੀ ਚੱਲ ਸ਼ੁਕਰ ਹੈ ਦਾਤਾ, ਭਾਵੇਂ ਇਹਨਾਂ ਨੇ ਲੱਭ ਦਿੱਤੇ ਸਹੀ, ਲੱਭ ਤੇ ਗਏ, ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਮੈਂ ਕਿੱਥੇ ਕਿੱਥੇ ਰੱਖੀ ਬੈਠੀ। ਸੰਧ ਵਾਲੀਆ ਸਾਹਿਬ, ਮੈਂ ਪੱਧਰ ਦਾ ਫਰਕ ਸੋਚਦਾ ਸੀ। ਆਮ ਬੰਦਾ ਪੈਸੇ ਰੱਖਣ ਨੂੰ ਬਟੂਆ ਲੈਂਦਾ, ਪਰਸ। ਹੁਣ ਤਾਂ ਹਾਲਾਤ ਬਦਲ ਗਏ ਕਿ ਮੇਲਿਆਂ ਤੇ ਬੜੇ ਵਿਕਦੇ ਹੁੰਦੇ ਸੀ ਪਰਸ। ਕਿਸੇ ਨਾ ਕਿਸੇ ਭਾਈ ਨੇ ਨਾ 20-25 ਸਾਲ ਪੁਰਾਣੀ ਜਿਹੜੀ ਗੱਲ ਹੈ, ਉਹਨੇ ਥੱਲੇ ਤਰਪਾਲ ਵਿਛਾਉਣੀ, ਮੇਲਾ ਲੱਗਾ ਹੋਣਾ, ਥੱਲੇ ਕੁਛ ਨਾ ਕੁਛ ਵਿਛਾ ਕੇ ਉਹਦੇ ਉੱਤੇ ਇਕੱਲੇ ਬਟੂਏ ਰੱਖੇ ਹੁੰਦੇ ਸੀ, ਬੰਦੇ ਵਾਲੇ, ਮਰਦਾਂ ਵਾਲੇ ਬਟੂਏ ਜਿਹੜੇ ਆ। ਤੇ ਉਹ ਬਟੂਏ ਆਮ ਜਿਹੜੇ ਲੋਕਾਂ ਨੇ ਉੱਥੇ ਜਾ ਕੇ ਮੇਲੇ ਤੇ ਚੱਕਣੇ, ਖਰੀਦਣੇ। ਅੱਛਾ ਇਦਾਂ ਖੁੱਲਦਾ ਹੈ, ਅੱਛਾ ਇਹਦੇ ਵਿੱਚ 3 ਜੇਬਾਂ, ਅੱਛਾ ਇੱਥੇ ਕਾਰਡ ਪਾ ਲਈਦੀ ਆ, ਫਿਰ ਇੱਕ ਟਿੱਚ ਬਟਨ ਵਾਲੀ ਜੇਬ ਹੁੰਦੀ ਸੀ, ਇੱਥੇ ਕੀ ਭਾਨ ਪਾ ਲਈਦੀ ਆ। ਯਾਨੀ ਉਹਦੀਆਂ 2 ਜੇਬਾਂ, ਜੇ ਇੱਥੇ ਆਹ ਰੱਖ ਲਾਂਗੇ, ਇੱਥੇ ਕਾਗਜ਼ ਪੱਤਰ ਰੱਖ ਲਾਂਗੇ, ਹੁੰਦਾ ਵੀ ਲਾਇਸੈਂਸ ਸੀ ਇਕੱਲਾ, ਇੱਥੇ ਲਾਇਸੈਂਸ ਰੱਖ ਲਾਂਗੇ। ਯਾਨੀ ਆਮ ਬੰਦਾ ਪੈਸੇ ਰੱਖਣ ਦੇ ਲਈ ਬਟੂਆ ਲੈਂਦਾ, ਥੋੜ੍ਹਾ ਜਿਹਾ ਵੱਡਾ ਹੋ ਜਾਵੇ ਲੋਕਰ ਲੈ ਲੈਂਦਾ, ਕਿ ਬੈਂਕ ਦੇ ਵਿੱਚ ਲੋਕਰ ਲੈਣਾ, ਉੱਥੇ ਇੱਕ ਅੱਧੀ ਰਜਿਸਟਰੀ ਕਰਾਈ ਉਹ ਰੱਖਣੀ, ਥੋੜ੍ਹਾ ਜਿਹਾ ਗਹਿਣਾ ਗੱਟਾ ਤੇ ਰੁਪਈਏ 4 ਹੋਏ ਤਾਂ ਉਹ ਰੱਖ ਲੈਣੇ। ਸੰਧ ਵਾਲੀਆ ਸਾਹਿਬ, ਤੁਹਾਨੂੰ ਵੀ ਪਿੱਛੇ ਛੱਡ ਗਏ, ਕਿਉਂਕਿ ਤੁਹਾਡੇ ਤਾਂ 2-4 ਲੋਕਰ ਹੀ ਹੋਣਗੇ। ਉਹ ਬੀਬੀ ਕਹਿੰਦੀ ਮੰਤਰੀ ਦੇ ਪੈਸੇ ਆ, ਆਹ ਘਰ ਮੰਤਰੀ ਸਾਹਿਬ ਦੇ ਕਹਿਣ ਦੇ ਉੱਤੇ ਮੈਂ ਇਸ ਕਰਕੇ ਲਿਆ ਸੀ ਕਿਉਂਕਿ ਮੰਤਰੀ ਸਾਹਿਬ ਆਪਣੇ ਪੈਸੇ ਰੱਖਦੇ ਹੁੰਦੇ ਸੀ। ਤੇ ਸੰਧ ਵਾਲੀਆ ਸਾਹਿਬ, ਜਿੰਨੇ ਰੁਪਈਏ ਨਿਕਲੇ ਆ, ਜਿੱਦਾਂ 3-3 ਕੈਸ਼ ਗਿਣਨ ਵਾਲੀਆਂ ਮਸ਼ੀਨਾਂ ਉਸ ਬੀਬੀ ਦੇ ਘਰੇ ਲਾਉਣੀਆਂ ਪਈਆਂ। ਹੋ ਸਕਦਾ ਕਿਸੇ ਦਿਨ ਅਗਰਾਈ ਕਰਕੇ ਰਿਸ਼ਵਤ ਦੇ ਪੈਸੇ ਆਉਂਦੇ ਹੋਣ ਤੇ ਮਾੜ ਜਿਹਾ ਦਰਵਾਜ਼ਾ ਖੋਲ ਕੇ ਪੰਡ ਅੰਦਰ ਨੂੰ ਸਿੱਟ ਕੇ ਉੱਦਾਂ ਹੀ ਚਲ ਜਾਂਦੇ ਹੋਣ ਕਿ ਭਾਈ ਹੁਣ ਪਾਰਟੀ ਦੇਣਾ, ਬਾਕੀ ਆ ਕੇ ਦੇਖਾਂਗੇ, ਥਾਂ ਸਿਰ ਰੱਖ ਲਵਾਂਗੇ। ਜਿੱਦਾਂ ਧੋਬੀ ਕਈ ਵਾਰੀ ਕੱਪੜੇ ਧੋਣ ਲਈ ਲੈ ਕੇ ਜਾਂਦਾ ਤੇ ਉਹ ਪਰੇ ਗੰਢ 'ਚ ਰੱਖ ਦਿੰਦਾ, ਇਦਾਂ ਪੈਸੇ ਰੱਖਦੇ ਹੋਣੇ ਇਹ। ਨਹੀਂ, ਬਿਲਕੁਲ। ਵੈਸੇ ਇਹੋ ਜਿਹੀਆਂ ਖਬਰਾਂ ਤੇ ਆਪਾਂ ਹੋਰ ਵੀ ਕਈਆਂ ਥਾਵਾਂ ਤੋਂ ਸੁਣੀਆਂ ਕਿ ਜਦੋਂ ਸੱਤਾ ਹੁੰਦੀ ਆ, ਜਦੋਂ ਪੈਸੇ ਆਉਣ ਲੱਗਦੇ ਆ ਤੇ ਉਦੋਂ ਇਦਾਂ ਦਾ ਇੱਕ ਕਮਰਾ ਹੁੰਦਾ ਤੇ ਉੱਥੇ ਵੈਸੇ ਕੋਈ ਗਿਣ ਨਹੀਂ ਜਾਂਦਾ। ਜੇ ਕੋਈ ਝੋਲਾ ਲੈ ਕੇ ਜਾਵੇ ਤੇ ਉਹਨੂੰ ਕਹਿੰਦੇ ਵੀ ਉੱਥੇ ਸੁੱਟ ਆਓ ਤੁਸੀਂ, ਕੋਈ ਗੱਲ ਨਹੀਂ, ਵੇਖੀ ਜਾਊਗੀ, ਬਾਕੀ ਆਪੇ ਬਾਅਦ 'ਚ ਗਿਣ ਲਵਾਂਗੇ। ਤੇ ਜੇ ਕੋਈ ਬਾਅਦ 'ਚ ਆਖੇ ਜੀ ਉੱਥੇ ਸਾਡਾ ਵਾਧ ਘਾਟ ਹੋ ਗਿਆ ਸੀ, ਉਹ ਕਹਿੰਦਾ ਜਾ ਕੇ ਲੱਭ ਲਓ, ਜੇ ਤੁਹਾਡੇ ਵਾਲੇ ਲੱਭਦੇ ਆ ਤੇ ਚੁੱਕ ਲਓ। ਤੇ ਬਾਅਦ ਜਦੋਂ ਬੰਦਾ ਜਾ ਕੇ ਵੇਂਦਾ ਵੀ ਇੱਦਾਂ ਦੇ ਅਸੀਂ ਤੂੜੀ ਵੀ ਨਹੀਂ ਪਾਈ ਜਿੱਦਾਂ ਅਗਲਿਆਂ ਨੇ ਨੋਟ ਪਾਏ ਆ। ਪਤਾ ਨਹੀਂ ਕਿਉਂ ਬਈ ਇਹ ਵੀ ਇੱਕ ਐਸਾ ਭੁੱਖ ਤਾਂ ਨਹੀਂ ਭੋਖੜਾ ਵੀ ਜਿਹਦਾ ਕੋਈ ਇਲਾਜ ਨਹੀਂ ਹੈਗਾ। ਚਲੋ ਮਹਾਰਾਜ ਬਚਾਵੇ। ਬਾਕੀ ਹੁਣ ਜੇ ਕਾਬੂ ਆ ਗਏ ਨੇ ਉਹ, ਤੇ ਜ਼ਰੂਰ ਇਹੋ ਜਿਹੇ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ, ਤਾਂ ਜੋ ਹੋਰ ਦੋਵਾਂ ਚੌਂ ਨੂੰ ਕੰਨ ਹੋਣ। ਪਰ ਦੂਜੇ ਪਾਸੇ ਗੱਲ ਇਹ ਆ WhatsApp ਵੀ ਇਹ ਸਾਰੇ ਕੁਛ ਦਾ ਕੋਈ ਬਹੁਤਾ ਅਸਰ ਕਿਤੇ ਜਾਪਦਾ ਤੇ ਹੈ ਨਹੀਂਗਾ। ਜੇ ਪੰਜਾਬ ਵਾਲੇ ਪਾਸੇ ਨੂੰ ਦੇਖੀਏ ਤੇ ਇੱਧਰ ਵੀ ਕਹਿੰਦੇ ਰੌਲਾ ਰੱਪਾ ਜਿਹਾ ਪੈਂਦਾ ਫਿਰਦਾ, ਕੋਈ ਜ਼ਮੀਨ ਜਮੂਨ ਦਾ ਕਹਿੰਦੇ ਕੋਈ ਖਰੀਦੋ ਫਰੋਖਤ ਵਾਲੀ ਗੱਲਬਾਤ ਸੀਗੀ। ਹੈ ਤੇ ਪੰਚਾਇਤੀ ਜ਼ਮੀਨ ਸੀ ਅੰਮ੍ਰਿਤਸਰ ਸ਼ਹਿਰ 'ਚ ਕਹਿ ਲਓ, ਪਰ ਉੱਥੇ ਕਹਿੰਦੇ ਵੀ ਕਿਸੇ ਹੋਰ ਕੰਪਨੀ ਨੂੰ ਦੇਣੀ ਸੀ ਜ਼ਮੀਨ, ਤੇ ਉਹਨਾਂ ਨੇ ਆਖਿਆ ਵੀ ਤੁਸੀਂ ਇੱਥੇ ਕੁਛ ਆਪਣਾ ਰੈਜ਼ੀਡੈਂਸ਼ੀਅਲ ਜਾਂ ਕਹਿ ਲਓ ਕਮਰਸ਼ੀਅਲ ਕੋਈ ਬਣਾਉਣੀ ਸੀ। ਉਹਨਾਂ ਨੇ ਰੀਅਲ ਸਟੇਟ ਦਾ ਕੰਮ ਸੀ ਬੇਸਿਕਲੀ। ਪਰ ਉਹ ਜਿਸ ਰੇਟ ਭਾਅ ਦੇ ਉੱਪਰ ਜਾ ਕੇ ਗੱਲ ਬਣੀ ਤੇ ਜਿਨ੍ਹਾਂ ਤਰੀਕਾਂ 'ਚ ਬਣੀ ਹੈ, ਉਹਦੇ ਤੇ ਇਤਰਾਜ਼ ਉਜ਼ਰ ਕੀਤਾ ਹੋਣ ਵਾਲੇ ਜਿਹੜੇ ਮੰਤਰੀ ਸਾਹਿਬ ਨੇ, ਕੁਲਦੀਪ ਸਿੰਘ ਢਾਲੀਵਾਲ ਹੋਣੀ, ਤੇ ਲਿਫਾਫੇ 'ਚ ਪਾ ਕੇ ਰਿਪੋਰਟ ਉਹਨਾਂ CM ਸਾਹਿਬ ਭਗਵੰਤ ਮਾਨ ਹੋਰਾਂ ਦੀ ਦਿੱਤੀ ਹੈ ਕਿ ਤੁਸੀਂ ਦੇਖ ਲਓ ਜਨਾਬ ਹੁਣ ਕੀ ਕਰਨਾ ਅੱਗੇ। ਸੰਧ ਵਾਲੀਆ ਸਾਹਿਬ, ਥੋੜ੍ਹੇ ਦਿਨ ਪਹਿਲਾਂ, ਕੁਝ ਹਫ਼ਤੇ ਪਹਿਲਾਂ ਇਹ ਖਬਰਾਂ ਆਈਆਂ ਸੀ ਕਿ ਇੱਕ ਪਿੰਡ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੈ, ਭਗਤੂਪੁਰਾ ਨਾਂ ਆ, ਤੇ ਉਸ ਪਿੰਡ ਦੀ ਇੰਨੀ ਜ਼ਮੀਨ ਜਿਹੜੀ ਹੈ ਉਸ ਡਿਵੈਲਪਰ ਨੂੰ ਦਿੱਤੀ ਗਈ ਹੈ ਤੇ ਉਹ ਘੱਟ ਭਾਅ ਤੇ ਦਿੱਤੀ ਗਈ ਹੈ ਤੇ ਉਹਨੂੰ ਬਹੁਤ ਵੱਡਾ ਲਾਹਾ ਪਹੁੰਚਾਇਆ ਗਿਆ। 18-20 ਕਰੋੜ ਰੁਪਏ ਦਾ ਚਰਚਾ ਚੱਲਦਾ ਹੈ, ਵੱਧ ਘੱਟ ਵੀ ਹੋ ਸਕਦੀ ਹੈ ਰਕਮ। ਹੁਣ ਦੋਸ਼ ਕੀ ਲੱਗਾ ਸੀ, ਜਿਹਦੇ ਬਾਬਤ ਉਦੋਂ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਸੀ ਕਿ ਅਸੀਂ ਜਾਂਚ ਕਰਾਵਾਂਗੇ। ਤੇ ਪੱਤਰਕਾਰਾਂ ਨੇ ਪੁੱਛਿਆ ਸੀ ਵੱਡੇ ਬੰਦਿਆਂ ਦੇ ਨਾਂ ਆ ਗਏ ਮੰਤਰੀ ਸਾਹਿਬ, ਫੇਰ
ਤੇ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਕਹਿੰਦੇ ਵੱਡੇ ਦਾ ਆ ਜਾਵੇ ਛੋਟੇ ਦਾ ਨਾ ਆ ਜਾਵੇ, ਪਰ ਜੇ ਕਿਸੇ ਨੇ ਗਲਤ ਕੰਮ ਕੀਤਾ ਹੋਇਆ ਬਖਸ਼ਣਾ ਅਸੀਂ ਕੋਈ ਨਹੀਂ। ਹੁਣ ਜਾਂਚ ਉਹਨਾਂ ਨੇ ਕਰਾ ਲਈ, ਰਿਪੋਰਟ ਮੁੱਖ ਮੰਤਰੀ ਨੂੰ ਦੇਤੀ। ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਕਾਰਵਾਈ ਕਰਨੀ ਜ਼ਰੂਰ ਹੈ, ਅਸੀਂ ਬਖਸ਼ਣਾ ਕੋਈ ਨਹੀਂ। ਠੀਕ ਹੈ। ਹੁਣ ਸੰਧਾਲੀਆ ਸਾਹਿਬ ਕਹਾਣੀ ਕੀ ਸੀ? ਕਈ ਸਾਲ ਪਹਿਲਾਂ ਉਸ ਪਿੰਡ ਦੀ ਇਹ ਜ਼ਮੀਨ ਵੇਚਣ ਦੇ ਲਈ ਮਤਾ ਪਾਇਆ ਗਿਆ, ਸਰਕਾਰੀ ਜ਼ਮੀਨ ਹੈ, ਪੰਚਾਇਤ ਨੇ ਮਤਾ ਪਾਤਾ, ਪਰ ਬਾਅਦ ਵਿੱਚ ਮਤਾ ਵਾਪਸ ਹੋ ਗਿਆ। ਫਿਰ ਮਤਾ ਪਾਤਾ ਜਦੋਂ ਪ੍ਰਬੰਧਕ ਲੱਗੇ ਹੁੰਦੇ ਆ, ਫਿਰ ਕੰਮ ਆਇਆ ਗਿਆ, ਫਿਰ ਮਤਾ ਪਾਇਆ। ਹੁਣ ਮੰਨਿਆ ਜਾ ਰਿਹਾ ਹੈ ਕਿ 10 ਮਾਰਚ ਨੂੰ ਐਸੇ ਸਾਲ ਦੀ ਨੂੰ ਸਰਕਾਰ ਬਦਲੀ ਹੈ। ਮੌਜੂਦਾ ਸਰਕਾਰ ਜਿਹੜੀ ਹੈ ਚੋਣਾਂ ਦੇ ਵਿੱਚ ਜਿੱਤ ਜਾਂਦੀ ਹੈ। ਉਹਦੇ ਤੋਂ ਅਗਲੇ ਦਿਨ ਯਾਨੀ ਜਿੱਦਣ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਇਲੈਕਸ਼ਨ ਹਾਰ ਗਏ, ਅਸੀਂ 77 ਤੋਂ 17 ਤੇ ਆ ਗਏ, 60 ਬੰਦੇ ਸਾਡੇ ਘਟ ਗਏ, ਹੁਣ ਅਸੀਂ ਸਰਕਾਰ 'ਚ ਨਹੀਂ, ਅਸੀਂ ਵਿਰੋਧੀ ਧਿਰ 'ਚ। ਇਲਜ਼ਾਮ ਇਹ ਲਾਇਆ ਜਾ ਰਿਹਾ ਹੈ ਕਿ ਉਹ ਚੋਣ ਹਾਰਨ ਤੋਂ ਬਾਅਦ ਇੱਕ ਮੰਤਰੀ ਸਾਹਿਬ ਨੇ ਸੰਬੰਧਿਤ ਫਾਈਲ ਤੇ ਦਸਤਖਤ ਕੀਤੇ, ਦਸਤੀ ਫਾਈਲ ਉੱਪਰ ਤੱਕ ਪਹੁੰਚਾਈ ਗਈ, ਯਾਨੀ ਕਿ ਪਤਾ ਲੱਗ ਗਿਆ ਸੀ ਕਿ ਸਰਕਾਰ ਤਾਂ ਗਈ ਹੈ, ਘੱਟੋ ਘੱਟ ਆਹੀ ਦਸਤਖਤ ਜਿਹੜੇ ਕਰ ਜਾਈਏ। ਹੁਣ ਜਾਂਚ ਪੜਤਾਲ ਹੋਈ ਹੈ ਤੇ ਜਾਂਚ ਪੜਤਾਲ ਤੋਂ ਬਾਅਦ ਸਾਬਕਾ ਮੰਤਰੀ ਸਾਹਿਬ, ਇੱਕ ਦੋ ਵੱਡੇ ਅਧਿਕਾਰੀ ਉਹ ਚਰਚਾ ਦਾ ਕੇਂਦਰ ਬਣੇ ਆ ਕਿ ਭਾਈ ਕਿਸੇ ਇਕੱਲੇ ਬੰਦੇ ਦਾ ਕੰਮ ਨਹੀਂ ਸੀ। 18-20 ਕਰੋੜ ਰੁਪਈਆ ਸਾਂਝ ਦੇ ਨਾਲ ਰਲ ਮਿਲ ਕੇ ਜਿਹੜਾ ਸੱਜੇ ਖੱਬੇ ਕੀਤਾ ਗਿਆ। ਤੇ ਹੁਣ ਮੁੱਖ ਮੰਤਰੀ ਸਾਹਿਬ ਕਾਰਵਾਈ ਕਦੋਂ ਕਰਦੇ ਆ? ਕਿਉਂਕਿ ਇੱਕ ਬਹੁਤ ਵੱਡੀ ਘੁੰਡੀ ਹੈ ਸੰਧਾਲੀਆ ਸਾਹਿਬ, ਕਿਸੇ ਲੀਡਰ ਤੇ ਕਾਰਵਾਈ ਹੋਵੇ ਹਲਚਲ ਨਹੀਂ ਹੁੰਦੀ, ਪਰ ਜਦੋਂ ਕੋਈ ਅਧਿਕਾਰੀ ਅੜਿੱਕੇ ਆਵੇ ਨਾ ਵੱਡਾ, ਉਹਦੇ ਵੱਲ ਨਜ਼ਰਸਾਨੀ ਜਾਵੇ ਤਾਂ ਕਈ ਵਾਰੀ ਸਾਰੀ ਲੌਬੀ ਇਕੱਠੀ ਹੋ ਜਾਂਦੀ ਹੁੰਦੀ ਆ ਕਿ ਭਾਈ ਸਾਡੇ ਬੰਦੇ ਨੂੰ ਜੇ ਤਾਂ ਕਿਹਾ ਦੇਖ ਲਿਓ, ਜੇ ਸਾਡੇ ਬੰਦੇ ਦੇ ਨਾਲ ਕੋਈ ਵਧੀਕੀ ਕੀਤੀ ਦੇਖ ਲਿਓ। ਹੁਣ ਉਸ ਨੁਕਤੇ ਦੇ ਉੱਤੇ ਜਾ ਕੇ ਕਹਾਣੀ ਕਿੱਥੇ ਖੜਦੀ ਹੈ, ਕੌਣ ਕਿਹਦੇ ਨਾਲ ਜਾਂਦਾ ਹੈ, ਕੀ ਅਫਸਰ ਲੌਬੀ ਕੋਈ ਅੱਗੇ ਆ ਕੇ ਗੱਲ ਕਰਦੀ ਹੈ, ਸਰਕਾਰ ਐਕਸ਼ਨ ਕਦੋਂ ਕੁ ਲਊ। ਹੁਣ ਉਹ ਸਾਰੀਆਂ ਗੱਲਾਂ ਆਪਣੇ ਆਪ ਦੇ ਵਿੱਚ ਇੱਕ ਥਾਂ ਦੇ ਉੱਤੇ ਖਲੋਤੀਆਂ ਨੇ, ਪਰ ਜੇ ਸਾਬਕਾ ਮੰਤਰੀ ਤੱਕ ਗੱਲ ਗਈ ਤਾਂ ਫਿਰ ਬਹੁਤ ਦੂਰ ਤੱਕ ਜਾਣੀ ਹੈ। ਪਰ ਵੈਸੇ ਇੱਕ ਗੱਲ ਹੈ ਬਾਠ ਸਾਹਿਬ, ਜਿੱਦਾਂ ਤੁਸੀਂ ਲੌਬੀ ਦੀ ਗੱਲ ਕੀਤੀ ਵੀ ਏਕਾ ਕਰ ਲਿਆ ਹੈ ਨਾ ਕਿਸੇ ਵੀ ਚੀਜ਼ 'ਚ, ਵੀ ਏਕਾ, ਹੁਣ ਏਕੇ 'ਚ ਬਰਕਤ ਹੁੰਦੀ ਹੈ ਕਹਾਣੀ। ਇਹਦਾ ਮਤਲਬ ਵੀ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹ ਬਾਅਦ 'ਚ ਏਕੇ ਦੀ ਬਰਕਤ ਦੇ ਨਾਲ ਨਿਕਲ ਜਵੇ, ਤੇ ਜਿਹੜਾ ਧਮਾਤੜ ਬੰਦਾ ਜਾਂ ਜਿਹਦਾ ਵਿਚਾਰੇ ਦਾ ਹੱਕ ਮਾਰਿਆ ਗਿਆ ਜਾਂ ਜਿਹੜਾ ਪੰਜਾਬ ਦੇ ਲੋਕਾਂ ਦਾ ਕੁਛ ਨਾ ਕੁਛ ਖਾਧਾ ਪੀਤਾ ਗਿਆ, ਉਹਦਾ ਕੁਛ ਨਹੀਂ। ਇਹਦਾ ਮਤਲਬ ਪੰਜਾਬੀਆਂ ਦਾ ਏਕਾ ਹੈ ਨਹੀਂ, ਇਸ ਕਰਕੇ ਉਹਨਾਂ ਦਾ ਵੱਟਿਆ ਕੁਛ ਨਹੀਂ ਜਾਣਾ। ਨਹੀਂ ਜੀ, ਬਿਲਕੁਲ ਪੂਰੀ ਤਰ੍ਹਾਂ ਤੁਸੀਂ ਦੇਖੋ, ਏਕੇ ਦੇ ਵਿੱਚ ਤਾਂ ਕਹਿੰਦੇ ਜੀ 2, 2.5, ਪੌਣੇ 3 ਨੰਬਰ ਦਾ ਵੀ ਕੰਮ ਹੋਵੇ ਤਾਂ ਉਹਦੇ ਨਿਕਲਣ ਦੇ ਅੱਗੇ ਜਾਣ ਦੇ ਅਸਾਰ ਬਣ ਜਾਂਦੇ ਆ, ਤੇ ਅਸੀਂ ਏਕਾ ਨਹੀਂ ਕਰਦੇ, ਇਸ ਕਰਕੇ ਸਾਡੇ ਸਹੀ ਕੰਮ ਵੀ ਨਹੀਂ ਹੁੰਦੇ। ਅਸੀਂ ਇੱਕ ਸੂਤਰ ਦੇ ਵਿੱਚ ਨਹੀਂ ਆਪਣੇ ਆਪ ਨੂੰ ਪਰੋ ਪਾਉਂਦੇ, ਇਸ ਕਰਕੇ ਅਗਲੇ ਕਹਿੰਦੇ ਇਹਨਾਂ ਦਾ ਕੀ ਹੈ, ਤਾਂ ਖਖੜੀਆਂ ਕਰੇਲੇ ਨੇ। ਅਗਲੇ ਕਹਿੰਦੇ ਇਹਨਾਂ ਦਾ ਕੀ ਹੈ, ਕਿਹੜਾ ਲੱਕੜ ਦਾ ਗੱਠਾ, ਇਹ ਤਾਂ ਕੱਲੀ ਲੱਕੜ ਹੈ, ਜਿੱਦਾਂ ਮਰਜ਼ੀ ਭੰਨ ਤੋੜ ਦਈਏ। ਸੋ ਉਸ ਗੱਲ ਤੋਂ ਤਾਂ ਬਚਣਾ ਪਊਗਾ ਭਾਈ, ਸਾਡੇ ਸਾਹਮਣੇ ਉਦਾਹਰਨ ਹੈ, ਅਗਲੇ ਤਿਆਰੀਆਂ ਖਿੱਚਦੇ ਪਏ ਆ। ਚਲੋ ਤਿਆਰੀਆਂ ਉਹ ਖਿੱਚਦੇ ਪਏ ਆ, ਤੇ ਕੁਛ ਤਿਆਰੀਆਂ ਦੇ ਲਈ ਮੀਟਿੰਗ ਕੀਤੀ, ਕੈਬਨਿਟ ਮੀਟਿੰਗ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ, ਬਾਕੀ ਉਹਨਾਂ ਦੇ ਮੰਤਰੀ ਸਾਹਿਬਾਨ, ਜਾਣਕਾਰੀ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਦਿੱਤੀ ਹੈ ਫਟੂਰੇ ਦੇ ਹਿਸਾਬ ਨਾਲ, ਫਿਊਚਰ ਦੇ ਹਿਸਾਬ ਨਾਲ, ਕਿਉਂਕਿ ਹੁਣ ਤੇ ਝੋਨਾ ਲੱਗਾ, ਉਹ ਕਹਿੰਦੇ ਵੀ ਝੋਨਾ ਆਉਣਾ ਵੀ ਆ, ਤੇ 1 ਅਕਤੂਬਰ ਤੋਂ ਸਰਕਾਰੀ ਖਰੀਦ ਆ ਭਾਈ, ਓਫੀਸ਼ੀਅਲੀ ਸਰਕਾਰੀ ਖਰੀਦ ਦੇ ਹਿਸਾਬ ਨਾਲ ਝੋਨਾ ਖਰੀਦਾਂਗੇ। ਪਰ ਐਤਕੀ ਕਹਿੰਦੇ ਵੀ ਸਾਰਾ ਕੁਝ ਅਸੀਂ ਡਿਜੀਟਲ ਕਰ ਦੇਣਾ, ਪਹਿਲਾਂ ਵਾਲਾ ਕੰਮ ਨਹੀਂ ਹੋਣਾ ਵੀ ਮਤਲਬ ਕਾਗਜ਼ੀ ਪੱਤਰੀ ਤੇ ਰਜਿਸਟਰਾਂ ਦਾ ਢਿੱਡ ਭਰਨ ਵਾਲਾ ਕੰਮ ਹੋਵੇ ਤੇ ਉਹਦੇ 'ਚ ਜੋ ਮਰਜ਼ੀ ਰਲਾ ਗੋਗਲਾ ਚੱਲੀ ਜਾਂਦਾ ਰਹਿੰਦਾ ਸੀ ਤੇ ਪਤਾ ਨਹੀਂ ਸੀ ਲੱਗਦਾ। ਕਹਿੰਦੇ ਹੁਣ ਹਰੇਕ ਐਂਟਰੀ ਨਾਲੋਂ ਨਾਲ ਹੋਊਗੀ, ਡਿਜੀਟਲ ਹੋਊਗੀ। ਇੱਕ ਉਦਾਹਰਨ ਉਹਨਾਂ ਨੇ ਦਿੱਤੀ ਵੀ ਜਿੱਦਾਂ ਮੰਨ ਲਓ ਕਹਿੰਦੇ ਵੀ ਮੰਡੀ 'ਚੋਂ ਟਰੱਕ ਅਨਲੋਡ ਹੋ ਕੇ ਚੱਲ ਗਿਆ, ਪਰ ਜਦੋਂ ਮੰਡੀ ਦੇ ਗੇਟ ਤੋਂ ਉਹਨੇ ਜਾਣਾ ਉਹਦੀ ਉਦੋਂ ਫੋਟੋ ਲੱਥਣੀ ਆ, ਨਾਲ GPS ਉਹਦੇ 'ਚ ਲੱਗਾ ਹੋਊਗਾ, ਲੋਕੇਸ਼ਨ ਉਹਦੀ ਟਰੈਕ ਹੋਊਗੀ, ਤੇ ਉਹਦੀ ਫੋਟੋ ਖਿੱਚਣ ਦਾ ਸਮਾਂ ਤੇ ਸ਼ੈਲਰ 'ਚ ਪਹੁੰਚਣ ਦਾ ਸਮਾਂ ਇਹ ਮੈਚ ਕੀਤਾ ਜਾਊਗਾ, ਤੇ ਫਿਰ ਉਹਦੀ ਐਂਟਰੀ ਉੱਥੇ ਹੋਊਗੀ। ਇਹ ਪੁੱਛ ਲਿਆ ਵੀ ਇੱਦਾਂ ਕਿਉਂ? ਉਹ ਕਹਿੰਦੇ ਜੀ ਇੱਦਾਂ ਇਸ ਕਰਕੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਮ ਹੁੰਦਾ ਰਿਹਾ ਵੀ ਬਾਹਰਲੇ ਸੂਬਿਆਂ ਤੋਂ ਕਈ ਉਹੋ ਜਿਹਾ ਕੰਮ ਕਰਨ ਵਾਲੇ ਬੰਦੇ ਝੋਨਾ ਚੁੱਕ ਲਿਆਉਂਦੇ ਆ, ਕੋਈ 900 ਨੂੰ ਲੈ ਆਇਆ, ਕੋਈ 800 ਨੂੰ ਲੈ ਆਇਆ, ਇੱਥੇ ਲਿਆ ਕੇ ਸਰਕਾਰੀ ਖਰੀਦ 'ਚ ਪਾ ਦੇਣਾ, ਤੇ ਪੇਟੇ ਉਹ ਪੰਜਾਬ ਦੇ ਪੈ ਜਾਂਦਾ, ਪੈਸੇ ਉਹ ਆਪਣੇ ਢਿੱਡ 'ਚ ਪਾ ਜਾਂਦੇ, ਤੇ ਜਿਹੜਾ ਇਹ ਹੱਕ ਮਰਦਾ ਜਾਂ ਜਿਹੜਾ ਇਹ ਚੋਰ ਬਜ਼ਾਰੀ ਵਾਲਾ ਕੰਮ ਹੈ, ਇਹਨੂੰ ਅਸੀਂ ਨੱਥ ਪਾਉਣੀ ਆ। ਵੈਸੇ ਆਈਡੀਆ ਤਾਂ ਉਹਨਾਂ ਦਾ ਠੀਕ ਲੱਗਦਾ ਜੇ ਚੱਲ ਜਵੇ। ਆਮ ਤੌਰ 'ਤੇ ਬਾਅਦ 'ਚ ਤਾਂ ਜਾਂ ਤਾਂ ਕਹਿੰਦੇ ਹੁੰਦੇ ਜੀ ਉਹ ਜੀ ਸਰਕਾਰੀ ਬੰਦਾ ਸੀ ਜੀ, ਉਹਨੇ ਫੋਟੋ ਖਿੱਚਣੀ ਸੀ, ਕੈਮਰੇ 'ਚ ਰੀਲ ਲੈਣੀ, ਜਾਂ ਫਿਰ ਪਤਾ ਕੋਈ ਨਹੀਂ ਦੁਨੀਆ ਭਰ 'ਚ ਤੇ GPS ਚੱਲਦਾ, ਕਿਸੇ ਵੇਲੇ ਸਰਕਾਰੀ GPS ਦਾ ਕਹਿੰਦੇ ਨਾ ਉਹ ਜੀ ਸਾਡੇ ਨਹੀਂ ਪਤਾ ਨਹੀਂ ਸੈਟਲਾਈਟ ਦੇ ਇੰਜਣ 'ਚੋਂ ਤੇਲ ਮੁੱਕ ਗਿਆ ਹੈ ਮਹਾਰਾਜ, ਉਦੋਂ ਫੋਟੋਆਂ ਨਹੀਂ ਆਈਆਂ, ਕੁਛ ਵੀ ਐਕਸਕਿਊਜ਼ ਦੇਖਦੇ ਆ। ਸੰਧਾਲੀਆ ਸਾਹਿਬ, 2 ਫਸਲਾਂ ਤਾਂ ਬਹੁਤ ਹੀ ਮਸ਼ਹੂਰ ਨੇ, ਕਣਕ ਝੋਨਾ, ਤੇ ਦੋਨੇ ਫਸਲਾਂ ਜਦੋਂ ਮੰਡੀ ਦੇ ਵਿੱਚ ਆਉਂਦੀਆਂ, ਬਹੁਤੇ ਸਿਆਸਤਦਾਨ, ਪੋਲੀਟੀਸ਼ੀਅਨ, ਰਾਜਨੀਤਿਕ ਲੀਡਰ
ਉਹ ਇਹ ਮੰਨ ਕੇ ਚੱਲਦੇ ਹੁੰਦੇ ਕਿ ਸਾਡਾ ਕੰਮ ਹੈ ਜਦੋਂ ਕਣਕ ਝੋਨਾ ਮੰਡੀ 'ਚ ਆ ਗਿਆ ਤੇ ਉਦੋਂ ਮੰਡੀ 'ਚ ਜਾਣਾ ਹੈ, ਫੋਟੋਗ੍ਰਾਫਰਾਂ ਨੂੰ ਟਾਈਮ ਦੇ ਕੇ ਰੱਖਣਾ ਹੈ, ਉੱਥੇ ਜਾ ਕੇ ਇੱਕ ਕਣਕ ਤੇ ਝੋਨੇ ਦੀ ਢੇਰੀ ਲਾਗੇ ਖੜ ਕੇ ਤੇ ਉਹਦੇ 4 ਦਾਣੇ ਮੁੱਠੀ 'ਚ ਫੜ ਕੇ ਤੇ ਫੋਟੋ ਖਿਚਵਾਉਣੀ ਹੈ ਤੇ ਕੈਪਸ਼ਨ ਲਿਖੀ ਜਾਣੀ ਹੈ, ਕਣਕ ਦੀ ਖਰੀਦ ਸ਼ੁਰੂ ਕਰਾਉਂਦੇ ਹੋਏ, ਝੋਨੇ ਦੀ ਖਰੀਦ ਦੀ ਆਰੰਭਤਾ ਕਰਦੇ ਹੋਏ ਆ ਤੇ ਆ ਬੰਦੇ। ਫੋਟੋ ਛਪ ਜਾਣੀ ਹੈ। ਉੱਥੇ ਪਾਣੀ ਦਾ ਪ੍ਰਬੰਧ ਹੈਗਾ ਕਿ ਨਹੀਂ ਹੈਗਾ, ਮੰਡੀ 'ਚ ਲਾਈਟਾਂ ਦਾ ਪ੍ਰਬੰਧ ਹੈਗਾ ਕਿ ਨਹੀਂ ਹੈਗਾ, ਤੋਲ ਠੀਕ ਤੁਲ ਰਿਹਾ ਕਿ ਨਹੀਂ ਤੁਲ ਰਿਹਾ, ਜਿਹੜੇ ਸਾਡੇ ਕਿਸਾਨ ਨੇ, ਕਿਸਾਨ ਦੇ ਨਾਲ ਮਜ਼ਦੂਰ ਹੈ, ਕਿ ਉਹਨਾਂ ਦੀ ਮਿਹਨਤ ਜਿਹੜੀ ਉਹਨਾਂ ਨੇ ਖੇਤਾਂ ਦੇ ਵਿੱਚ ਕੀਤੀ ਹੈ, ਉਹ ਖੇਤਾਂ 'ਚ ਕੀਤੀ ਮਿਹਨਤ ਦਾ ਮੁੱਲ ਮੰਡੀ 'ਚ ਪੂਰਾ ਮਿਲਦਾ ਹੈ। ਸੰਧਾਲੀਆ ਸਾਹਿਬ ਵਧੀਆ ਗੱਲ ਹੈ, ਚੰਗੀ ਗੱਲ ਹੈ ਜੇ ਸਰਕਾਰ ਇਧਰਲੇ ਪਾਸੇ ਧਿਆਨ ਦੇਵੇ ਕਿ ਭਾਈ ਅਸੀਂ ਝੋਨੇ ਦੀ ਖਰੀਦ ਵਧੀਆ ਤਰੀਕੇ ਨਾਲ ਕਰਨੀ ਹੈ ਤਾਂ ਇਹਦੇ ਤੋਂ ਚੰਗਾ ਹੋਰ ਕੀ ਹੋ ਸਕਦਾ। ਪਰ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਬਾਰਦਾਨੇ ਦੀ। ਵੇਲੇ ਸਿਰ ਬਾਰਦਾਨਾ ਜੇ ਆਰਡਰ ਕੀਤਾ ਹੋਊਗਾ ਕੇਂਦਰ ਸਰਕਾਰ ਨੂੰ ਕਿ ਸਾਡੇ ਕੋਲੇ ਇੰਨਾ ਕੁ ਝੋਨਾ ਭਾਈ ਬਾਰਦਾਨਾ ਭੇਜ ਦਿਓ, ਫਿਰ ਬਾਰਦਾਨਾ ਵੀ ਵੇਲੇ ਸਿਰ ਆਜੂ, ਕੈਸ਼ ਕ੍ਰੈਡਿਟ ਲਿਮਿਟ ਵੀ ਵੇਲੇ ਸਿਰ ਆਜੂ ਜੇ ਵੇਲੇ ਸਿਰ ਚਿੱਠੀ ਪੱਤਰੀ ਕੀਤੀ ਹੋਈ। ਤੇ ਜੇ ਆਪਾਂ ਐਨ ਅੱਕ ਜਾਣਾ, ਅਲਾਸ ਤੇ ਜਾ ਕੇ ਪਤਾ ਲੱਗਣਾ ਫਿਰ ਬੋਰੀਆਂ ਕਿੱਥੋਂ ਆਉਣੀਆਂ, ਫਿਰ ਮੰਡੀ ਦੇ ਵਿੱਚੋਂ ਕਣਕ ਝੋਨਾ ਕਿੱਥੋਂ ਚੱਕ ਹੋਣਾ, ਫਿਰ ਬੋਰੀਆਂ ਸੀ ਕੇ ਉਹਨਾਂ ਦੇ ਵਿੱਚ ਅਨਾਜ ਭਰ ਕੇ ਟਰੱਕ 'ਚ ਲੱਦ ਕੇ ਫਿਰ ਭੇਜਣੀਆਂ ਕਿੱਥੇ ਆ। ਚੰਗੀ ਗੱਲ ਹੈ ਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਅਸੀਂ ਝੋਨੇ ਦੀ ਖਰੀਦ ਵਧੀਆ ਕਰਨੀ ਆ, ਅਸੀਂ ਸਾਰਾ ਕੁਝ ਦਰੁਸਤ ਕਰਨਾ ਹੈ, ਇਹੀ ਪੰਜਾਬ ਦੇ ਲੋਕ ਚਾਹੁੰਦੇ ਆ। ਉਹ ਮੁੱਠੀ ਝੋਨੇ ਦੀ ਹੱਥ 'ਚ ਫੜ ਕੇ ਖਰੀਦ ਸ਼ੁਰੂ ਕਰਾਉਣ ਵਾਲੇ ਲੀਡਰ ਨਹੀਂ ਚਾਹੁੰਦੇ। ਉਹ ਚਾਹੁੰਦੇ ਆ ਕਿ ਪੱਖਾ ਲੱਗੇ ਤਾਂ ਕਿਸਾਨ ਦਾ ਨੁਕਸਾਨ ਨਾ ਹੋਵੇ। ਪੰਜਾਬ ਦੇ ਆਮ ਲੋਕ ਚਾਹੁੰਦੇ ਆ ਕਿ ਭਾਈ ਇੱਥੇ ਪਾਣੀ ਹੋਵੇ, ਬਿਜਲੀ ਦਾ ਪ੍ਰਬੰਧ ਹੋਵੇ। ਪੰਜਾਬ ਦੇ ਆਮ ਲੋਕ ਇਹੀ ਚਾਹੁੰਦੇ ਆ ਕਿ ਸਾਰਾ ਕੁਝ ਦਰੁਸਤ ਤਰੀਕੇ ਨਾਲ ਚੱਲਣਾ ਚਾਹੀਦਾ। ਹੁਣ ਬਾਹਰੋਂ ਝੋਨਾ ਆਉਂਦਾ, ਸੰਧਾਲੀਆ ਸਾਹਿਬ ਅੰਦਾਜ਼ਾ ਭੇਜਿਆ ਜਾਂਦਾ ਕਿ ਸਾਡੇ ਜੀ 5 ਕੁਇੰਟਲ ਝੋਨਾ ਹੋਊਗਾ ਪੰਜਾਬ 'ਚ, ਫੋਰ ਐਗਜ਼ਾਮਪਲ ਉਦਾਹਰਣ ਵਜੋਂ, ਤੇ ਉਹ 5 ਕੁਇੰਟਲ ਪੰਜਾਬ ਦੀਆਂ ਮੰਡੀਆਂ 'ਚ ਆਉਣਾ ਹੈ, 3 ਕੁਇੰਟਲ ਬਾਹਰੋਂ ਆ ਗਿਆ ਬਾਰਦਾਨਾ, 5 ਬੋਰੀਆਂ, ਉਹ ਫਿਰ 2 ਬੋਰੀਆਂ ਪੰਜਾਬ ਵਾਲੀਆਂ ਭਰ ਹੋ ਗਈਆਂ, 2 ਬੋਰੀਆਂ ਜਿਹੜੀਆਂ ਬਾਹਰੋਂ ਝੋਨਾ 2 ਨੰਬਰ 'ਚ ਆਇਆ ਉਹਦੀਆਂ ਭਰ ਹੋ ਗਈਆਂ, ਇੱਕ ਹੋਰ ਭਰ ਹੋ ਗਈ, ਪੰਜਾਬ ਦੀਆਂ 2-3 ਬੋਰੀਆਂ ਤਾਂ ਖਾਲੀ ਰਹਿ ਗਈਆਂ, ਉਹ ਦਾਣੇ ਬਾਹਰ ਪਏ ਆ। ਸੋ ਭਾਈ ਵੇਲੇ ਸਿਰ ਸ਼ੁਰੂ ਹੋ ਗਏ ਹੋ, ਬਹੁਤ ਚੰਗਾ। ਤੇ ਜੇ ਇਸ ਕੰਮ ਨੂੰ ਤੁਸੀਂ ਚੰਗੇ ਤਰੀਕੇ ਲੰਘਾ ਗਏ, ਪੈਸੇ ਵੇਲੇ ਸਿਰ ਮਿਲ ਗਏ, ਮੰਡੀਆਂ 'ਚ ਖੱਜਲ ਖਰਾਬੀ ਨਾ ਹੋਈ, ਤਾਂ ਫਿਰ ਭਾਈ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਫਿਰ ਬੋਰਡ ਲਾਉਣ ਦੀ ਲੋੜ ਨਹੀਂ, ਫਿਰ ਲੋਕਾਂ ਦੇ ਕੰਨਾਂ 'ਚ ਫੂਕਾਂ ਮਾਰਨ ਦੀ ਲੋੜ ਨਹੀਂ, ਫਿਰ ਇਸ਼ਤਿਹਾਰ ਦੇਣ ਦੀ ਲੋੜ ਨਹੀਂ। ਜਿਹੜੇ ਸੌਖੇ ਹੋਣਗੇ ਉਹ ਠੀਕ ਹੀ ਹੋਣੇ, ਉਹਨਾਂ ਨੂੰ ਚੇਤਾ ਰਹਿਣਾ, ਚੇਤਾ ਭੁੱਲਦਾ ਨਹੀਂ ਹੁੰਦਾ। ਨਹੀਂ, ਇਹ ਤਾਂ ਗੱਲ ਠੀਕ ਆ। ਮੈਂ ਤਾਂ ਇਹ ਵੀ ਬੇਨਤੀ ਕਰਦਾ ਵੀ ਚਲੋ ਜੇ ਆਮ ਆਦਮੀ ਪਾਰਟੀ ਆਂਦੀ ਅਸੀਂ ਬਦਲਾਅ ਲਿਆਉਣਾ, ਇੱਕ ਆਹ ਬਦਲਾਅ ਜ਼ਰੂਰ ਲੈ ਆਇਓ ਵੀ ਐਤਕੀ ਕੋਈ ਵੀ ਤੁਹਾਡੇ ਛੋਟੇ ਵੱਡੇ ਲੀਡਰ ਸਾਹਿਬਾਨ ਉੱਥੇ ਜਾ ਕੇ ਢੇਰੀ ਤੇ ਖੜੇ ਹੋ ਕੇ ਲੱਪਕ ਝੋਨਾ, ਬਾਸਮਤੀ, ਪਰਮਲ ਉਹ ਫੜ ਕੇ ਤੇ ਇਹ ਫੋਟੋ ਨਾਲ ਲਵਾਉਣ ਝੋਨੇ ਦੀ ਖਰੀਦ ਸ਼ੁਰੂ ਕਰਦੇ ਹੋਏ, ਕਿਉਂਕਿ ਇਦਾਂ ਖਰੀਦ ਨਹੀਂ ਸ਼ੁਰੂ ਹੁੰਦੀ। ਜਿਹੜਾ ਬੰਦਾ ਕਦੇ ਮੰਡੀਆਂ 'ਚ ਗਿਆ ਉਹਨੂੰ ਦੋ ਵੇਲੇ ਖੁਸ਼ੀ ਹੁੰਦੀ ਬਾਠ ਸਾਹਿਬ। ਇੱਕ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਟਰਾਲੀ ਲੈਣ ਤੋਂ ਬਾਅਦ ਨਾ ਤੇ ਦੂਰੋਂ ਆਪਣੇ ਪੱਲੇਦਾਰ ਵੀਰ ਕਿਤੇ ਉਹ ਜਿਹੜਾ ਪੱਖਾ ਉਹ ਘੜੀਸੀ ਲਿਆਉਂਦੇ ਹੋਣ ਤੇ ਉਹ ਉਹਦੇ ਨਾਲ ਆਖਣ ਵੀ ਹਾਂ ਕਿੱਧਰ ਲੈ ਕੇ ਚੱਲੇ ਜੇ, ਆਹ ਤੁਹਾਡੇ ਵਾਲੀ ਢੇਰੀ ਤੇ ਆਉਣ ਲੱਗੇ, ਉਹਨੂੰ ਥੋੜਾ ਜਿਹਾ ਹੌਸਲਾ ਹੁੰਦਾ ਵੀ ਲੈ ਵੀ ਪੱਖਾ ਲੱਗ ਚੱਲਿਆ। ਤੇ ਦੂਸਰੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਬੋਰੀਆਂ ਦੀ ਗੰਢ ਜਿਹੜੀ ਉਹ ਸਿਰ ਤੇ ਰੱਖੀ ਉਹਦੇ ਹੁੰਦੇ ਪੱਲੇਦਾਰ ਵੀਰ, ਤੇ ਉਹ ਇੱਕ ਬੰਦਾ ਉਹਨਾਂ ਦੇ ਵਿੱਚੋਂ ਵੱਟੇ ਚੁੱਕੀ ਉਹਨਾਂ ਦਾ ਤੇ 2 ਜਣੇ ਨਾਲ ਉਹ ਕੰਡਾ ਚੁੱਕੀ ਉਹਦੇ ਤੇ ਆਹ ਕਿੱਧਰ ਆਵਾ ਤੁਹਾਡੇ ਵਾਲੀ ਢੇਰੀ ਤੇ ਆਉਣ ਲੱਗੇ। ਬਸ ਉਹ ਜਿਹੜੀ ਫੀਲਿੰਗ ਹੈ ਨਾ, ਉਹ ਫੀਲਿੰਗ ਆਉਂਦੀ ਅਸਲ ਦੇ ਵਿੱਚ ਜਦੋਂ ਝੋਨੇ ਦੀ ਜਾਂ ਕਣਕ ਦੀ ਜਿਹੜੀ ਖਰੀਦ ਹੁੰਦੀ ਆ, ਉਹ ਲੱਪਕ ਚੀਜ਼ ਦੇ ਨਾਲ ਕੋਈ ਫੈਸਲਾ ਨਹੀਂ ਹੁੰਦਾ, ਕੋਈ ਫਰਕ ਨਹੀਂ ਪੈਂਦਾ। ਸੋ ਉਹਦੇ ਤੋਂ ਪਰਹੇਜ਼ ਕਰਨਾ ਚਾਹੀਦਾ। ਬਾਕੀ ਮੀਟਿੰਗ ਦੇ ਵਿੱਚ ਫੈਸਲੇ ਹੋਰ ਵੀ ਕੀਤੇ ਆ। ਕਹਿੰਦੇ 15 ਅਗਸਤ ਨੂੰ ਕੁਝ ਲੋਕ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਆਜ਼ਾਦ ਕਰਨਾ, ਕਿਉਂਕਿ ਆਜ਼ਾਦੀ ਦਿਹਾੜਾ। ਨਾਲੇ ਸ਼ਾਇਦ ਇਹ ਵੀ ਸੁਣਨ 'ਚ ਆਈ ਹੈ ਗੱਲ ਵੀ ਜਿਹੜੇ ਕੱਚੇ ਮੁਲਾਜ਼ਮ ਨੇ ਜਾਂ ਕਹਿ ਲਓ ਕਿ ਕੰਟਰੈਕਟ ਦੇ ਉੱਪਰ ਰੱਖੇ ਹੋਏ, ਠੇਕੇ ਤੇ ਲੱਗੇ ਹੋਏ ਮੁਲਾਜ਼ਮ ਨੇ, ਉਹਨਾਂ ਨੂੰ ਵੀ ਛੇਤੀ ਕੋਈ ਨਾ ਕੋਈ ਚੰਗੀ ਖਬਰ ਮਿਲ ਸਕਦੀ। ਦੇਖੋ ਸੰਧਾਲੀਆ ਸਾਹਿਬ, ਜੇ ਕੋਈ ਸਜ਼ਾ ਪੂਰੀ ਕਰ ਚੁੱਕਿਆ ਜਾਂ ਬਿਲਕੁਲ ਨੇੜੇ ਆ, ਜਿਹਦਾ ਚਾਲ ਚੱਲਣ ਠੀਕ ਹੈ, ਜੇ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਦਿੱਤੀ ਜਾਂਦੀ ਹੈ, ਜੇ ਉਹ ਪੂਰਾ ਉਤਰਦਾ ਨਿਯਮਾਂ ਦੇ ਉੱਤੇ ਤਾਂ ਮੈਨੂੰ ਲੱਗਦਾ ਕੋਈ ਮਾੜੀ ਗੱਲ ਨਹੀਂ। ਜੇ ਕੋਈ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਹੈ, ਸਜ਼ਾ ਪੂਰੀ ਹੋ ਚੁੱਕੀ, ਉਹਦੇ ਬਾਰੇ ਤਾਂ ਸੋਚਣਾ ਵਿਚਾਰਨਾ ਚਾਹੀਦਾ ਹੀ ਹੈ। ਕੌਣ ਲੋਕ ਹੋਣਗੇ, ਲਿਸਟ ਆਊਗੀ, ਪਤਾ ਲੱਗੂ। ਇਸ ਮੁੱਦੇ ਦੇ ਉੱਤੇ ਰਾਜਨੀਤੀ ਵੀ ਹੋ ਸਕਦੀ ਹੈ, ਨਹੀਂ ਵੀ ਹੋ ਸਕਦੀ। ਰਾਜਨੀਤਿਕ ਲੀਡਰ ਕੀ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜਿਹੜੀ ਗੱਲ ਤੁਸੀਂ ਆਖੀ ਹੈ ਕਿ ਭਾਈ ਕੈਬਨਿਟ ਦੇ ਵਿੱਚ ਫੈਸਲੇ ਹੋਰ ਵੀ ਹੋਏ ਨੇ, ਇੱਕ ਫੈਸਲਾ ਤਾਂ ਆਪਾਂ ਪਹਿਲਾਂ ਜ਼ਿਕਰ ਕਰ ਦਿੱਤਾ, ਦੂਸਰਾ ਫੈਸਲਾ ਜੇਲ੍ਹਾਂ ਦੇ ਵਿੱਚੋਂ ਕੈਦੀ ਛੱਡਣ ਦਾ ਵੀ ਜ਼ਿਕਰ ਕਰ ਦਿੱਤਾ, ਤੀਸਰਾ ਕੱਚਿਆਂ ਨੂੰ ਪੱਕੇ ਕਰਨ ਦਾ। ਹੇ ਰੱਬ ਸੱਚਿਆ ਪੱਕੇ ਹੋ ਜਾਣ। ਸੰਧਾਲੀਆ ਸਾਹਿਬ, ਮੈਂ ਨਹੀਂ ਕਹਿੰਦਾ, ਇਹ ਜਿੰਨੇ ਕੱਚੇ ਨੇ ਤੇ ਜਿਹੜੇ ਕੱਚਿਆਂ ਦੇ ਪਰਿਵਾਰ ਦੇ ਮੈਂਬਰ ਨੇ ਉਹ ਕਹਿੰਦੇ ਆ, ਕਿਉਂਕਿ ਚੇਤਾ ਹੋਣਾ ਤੁਹਾਨੂੰ ਮਹੀਨਾ ਦਸੰਬਰ ਦਾ
ਚੰਨੀ ਸਾਹਿਬ ਮੁੱਖ ਮੰਤਰੀ, ਸਰਕਾਰ ਕਾਂਗਰਸ ਦੀ, ਇਲੈਕਸ਼ਨ ਸਿਰ ਤੇ, ਧਰਨੇ ਥਾਂ ਥਾਂ, ਮੰਗ ਪੱਤਰ ਚੰਨੀ ਸਾਹਿਬ ਕੋ ਜਾਣ, ਤੇ ਉਹ ਕਹਿੰਦੇ ਸੀ ਸਾਰੇ ਪੱਕੇ ਕਰ ਦੇਣੇ ਆ। ਇਹਦੇ ਤੋਂ ਪਹਿਲਾਂ ਕਿ ਫਾਈਲ ਦੇ ਉੱਤੇ ਦਸਤਖਤ ਕਰਕੇ ਉੱਪਰ ਨੂੰ ਭੇਜਦੇ, ਪਹਿਲਾਂ ਹੋਰਡਿੰਗ ਲਵਾਉਣ ਦਾ ਠੇਕਾ ਜ਼ਰੂਰ ਦੇ ਦਿੱਤਾ ਸੀ ਕਿ ਥਾਂਦਾਂ ਦੇ ਉੱਤੇ ਲਿਖਾ ਦਿਓ ਪੰਜਾਬ ਦਾ 36,000 ਕੱਚਾ ਬੰਦਾ ਚੰਨੀ ਸਾਹਿਬ ਪੱਕੀ ਕਰ ਰਹੇ ਆ। ਹੋਏ ਨਹੀਂ ਸੀ। ਰਾਜਪਾਲ ਸਾਹਿਬ ਨੇ ਉਹਦੇ ਤੇ ਆਬਜੈਕਸ਼ਨ ਲਾਇਆ, ਕਿਸੇ ਹੋਰ ਨੇ ਲਾਇਆ, ਉਹ ਇੱਕ ਵੱਖਰੀ ਗੱਲ ਆ, ਪਰ ਪੱਕੇ ਹੋ ਨਹੀਂ ਸਕੇ। ਪਰ ਪੱਕੇ ਕਰਨ ਦਾ ਦਾਅਵਾ ਕਰਕੇ ਲਾਏ ਗਏ ਇਸ਼ਤਿਹਾਰਾਂ ਦੇ ਰਾਹੀਂ ਵੋਟਾਂ ਮਰੋੜਨ ਦਾ, ਵੋਟਾਂ ਮੁੱਛਣ ਦਾ ਕੰਮ ਜਿਹੜਾ ਉਹ ਜ਼ਰੂਰ ਕੀਤਾ ਗਿਆ ਸੀ। ਪਰ ਐਤਕੀ ਕਿਉਂਕਿ ਸਰਕਾਰ ਦੇ ਕੋਲੇ 4.5 ਸਾਲ ਤੋਂ ਉੱਪਰ ਦਾ ਸਮਾਂ ਹੈ, ਨੇੜੇ ਤੇੜੇ ਇਲੈਕਸ਼ਨ ਕੋਈ ਨਹੀਂ, ਜੇ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਇਹ ਫੈਸਲਾ ਹੋਇਆ ਤਾਂ ਫਿਰ ਭਾਈ ਚੰਗੇ ਤਰੀਕੇ ਦੇ ਨਾਲ ਅਗਲੇ ਪਾਸੇ ਨੂੰ ਤੁਰਨਾ ਚਾਹੀਦਾ। ਕਰੋ ਪੱਕੇ, ਪੂਰੀਆਂ ਦਿਓ ਤਨਖਾਹਾਂ, ਬਾਕੀ ਖਾਲੀ ਅਸਾਮੀਆਂ ਭਰੋ। ਬੜੀ ਵਧੀਆ ਗੱਲ ਹੈ। ਹਰਜੋਤ ਸਿੰਘ ਬੈਂਸ ਸਾਹਿਬ ਦਾ ਮੈਨੂੰ ਚੇਤਾ ਆ ਗਿਆ, ਸੰਧਾਲੀਆ ਸਾਹਿਬ, ਉਹ ਕਹਿੰਦੇ ਤਕਰੀਬਨ 4900 ਅਧਿਆਪਕ ਭਰਤੀ ਕਰਨਾ ਮਾਸਟਰ ਕਾਡਰ ਵਾਲਾ। ਹੁਣ ਉਹ ਜਿਹੜਾ ਮਾਸਟਰ ਕਾਡਰ ਵਾਲਾ ਅਧਿਆਪਕ ਭਰਤੀ ਕਰਨਾ ਹੈ, 21 ਅਗਸਤ ਤੋਂ ਲੈ ਕੇ 11 ਸਤੰਬਰ ਤੱਕ ਟੈਸਟ ਵੀ, ਕਿ ਭਾਈ ਇਸ ਵਿਸ਼ੇ ਦਾ ਅਧਿਆਪਕ ਭਰਤੀ ਹੋਣਾ ਤਾਂ ਇੰਨੀ ਤਰੀਕ ਨੂੰ ਟੈਸਟ ਹੈ, ਫਾਰਮ ਭਰ ਦਿਓ, ਆ ਵੀ ਕਰ ਦਿਓ। ਇਹ ਵੀ ਦਾਅਵਾ ਕਰ ਦਿੱਤਾ, ਕਹਿੰਦੇ ਸਾਲ ਦੇ ਅੰਦਰ ਅੰਦਰ, ਅੱਜ ਤੋਂ ਗਿਣ ਲਓ ਬਈ, ਕੰਧਾਂ ਦੇ ਮਾਰ ਲਓ, ਲੀਕਾਂ ਦੇ ਮੁੜ ਕੇ ਕੱਟਣੀਆਂ ਸ਼ੁਰੂ ਕਰ ਦਿਓ, 365 ਤੋਂ ਥੱਲੇ ਨੂੰ ਆਓ, ਕਿ ਸਾਲ ਦੇ ਅੰਦਰ ਅੰਦਰ ਪੰਜਾਬ ਦੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਕੋਈ ਅਸਾਮੀ ਖਾਲੀ ਨਹੀਂ ਹੋਏਗੀ, ਸਾਰੀਆਂ ਅਸਾਮੀਆਂ ਅਸੀਂ ਭਰ ਦਿਆਂਗੇ। ਆਹੀ ਚਾਹੁੰਦੇ ਨੇ ਸੰਧਾਲੀਆ ਸਾਹਿਬ ਪੰਜਾਬ ਦੇ ਲੋਕ। ਮੈਂ ਫਿਰ ਕਹਿਣਾ, ਇਹ ਬਿਆਨ ਪਹਿਲਾ ਨਹੀਂ ਨਾ, ਬਿਆਨ ਆਖਰੀ ਹੈ, ਪਰ ਬਾਕੀ ਬਿਆਨਾਂ ਨੂੰ ਅਸੀਂ ਚੇਤਾ ਨਹੀਂ ਰੱਖਦੇ। ਹਰਜੋਤ ਸਿੰਘ ਬੈਂਸ ਹੋਰੀ ਨੌਜਵਾਨ ਨੇ, ਤੇ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਜੇ ਕੋਈ ਗੱਲ ਉਹਨਾਂ ਨੇ ਆਖੀ ਹੈ, ਜੇ ਕੋਈ ਵਾਅਦਾ ਕੀਤਾ ਤਾਂ ਉਹਨੂੰ ਪੂਰੀਆਂ ਜ਼ਰੂਰ ਕਰਨਾ। ਚਲੋ ਆਸ ਕਰਦੇ ਹਾਂ ਵੀ ਪੂਰਾ ਕੀਤਾ ਜਾਊਗਾ। ਪਰ ਵੈਸੇ ਫਰਕ ਤੇ ਲੱਗਦਾ ਲੋਕਾਂ ਨੂੰ, ਕਿਉਂਕਿ ਉਦੋਂ ਪਹਿਲਾਂ ਵੀ ਕਹਿੰਦੇ ਹੁੰਦੇ ਵੀ ਜਦੋਂ ਕਿਤੇ ਪਾਣੀ ਪੂਣੀ ਆਇਆ ਹੋਵੇ ਨਾ, ਤੇ ਉਦੋਂ ਉਹ ਕਹਿੰਦੇ ਹੁੰਦੇ ਵੀ ਕਰਨਾ ਕੀ ਅੱਜ, ਕਹਿੰਦੇ ਵੀ ਅੱਜ ਜਾਣਾ ਸੀਐਮ ਸਾਹਿਬ ਨੇ, ਕਹਿੰਦੇ ਜੀ ਜਾਣਾ ਤੇ ਫਿਰ ਹੁਣ ਕੀ ਕਰੀਏ, ਕਹਿੰਦੇ ਇੱਕ ਤਾਂ ਕੋਲ ਹੈਲੀਕਾਪਟਰ ਦਾ ਤੇਲ ਤੂਲ ਵੇਖ ਲਓ ਵੀ ਠੀਕ ਆ, ਉਹ ਕਹਿੰਦੇ ਫੇਰ ਸੀਟ ਤੇ ਕਪੜਾ ਕੁਪੜਾ ਮਾਰ ਲਓ ਇੱਕ ਰਾਂ, ਤੇ ਆਪਾਂ ਫਿਰ ਜਾਣਾ ਜੀ ਮੁਆਇਨਾ ਕਰਨ ਵੀ ਥੱਲੇ ਪਾਣੀ ਕਿੰਨਾ ਕੁ ਆਇਆ, ਇੱਕ ਰਾਂ ਦੂਰੋਂ ਘੁਮਾ ਕੇ ਹੈਲੀਕਾਪਟਰ ਇੱਕ ਗੇੜਾ ਉੱਧਰ ਨੂੰ ਲਾਊਗਾ, ਇੱਕ ਗੇੜਾ ਉੱਧਰ ਨੂੰ ਲਾਊਗਾ, ਤੇ ਲੋਕ ਵਿਚਾਰੇ ਤਾਂ ਨੂੰ ਮੂੰਹ ਚੁੱਕ ਕੇ ਵੇਖਣਗੇ, ਉਹ ਜਾਂਦੇ ਆਪਣੇ ਸਾਹ ਵੱਡੇ, ਹੈ ਨਾ। ਦੇਖੋ ਲੱਗਦਾ ਵੀ ਉਸ ਚੀਜ਼ ਤੋਂ ਜਿੱਦਾਂ ਹੁਣ ਮਾਨ ਸਾਹਿਬ ਨੇ ਥੋੜ੍ਹਾ ਜਿਹਾ ਸਬਕ ਸਿੱਖਿਆ ਕਿ ਆਪਾਂ ਉਹ ਕੰਮ ਨਾ ਕਰੀਏ ਜਿਹੜੇ ਪਹਿਲੇ ਕਰਦੇ ਰਹੇ ਨੇ। ਵਰਦੇ ਮੀਂਹ 'ਚ ਗਏ ਆ ਜੀ ਉਧਰ ਮਾਲਵੇ ਵਾਲੇ ਪਾਸੇ ਨੂੰ ਗੇੜਾ ਮਾਰਨ, ਤੇ ਉੱਥੇ ਜਾ ਕੇ ਜਿੱਦਾਂ ਵਰਦੇ ਮੀਂਹ ਦੇ ਵਿੱਚ ਲੋਕਾਂ ਦੇ ਵਿੱਚ ਲੋਕ ਉਹਨਾਂ ਨਾਲ ਗੱਲਾਂ ਬਾਤਾਂ ਵੀ ਕੀਤੀਆਂ, ਤੇ ਉਹਨਾਂ ਨੂੰ ਹੌਸਲਾ ਵੀ ਦਿੱਤਾ ਵੀ ਕੋਈ ਗੱਲ ਨਹੀਂ ਜੀ, ਆਹ ਮੈਂ ਅੱਖੀਂ ਵੇਖ ਚੱਲਿਆ, ਤੇ ਜਿਹੜੇ ਕੰਮ ਉਦੋਂ ਪਹਿਲਾਂ ਨਹੀਂ ਹੋਏ ਉਹ ਮੈਂ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗਾ, ਜਾਂ ਜਿਹੜੇ ਵੀ ਤੁਹਾਡੇ ਨੁਮਾਇੰਦੇ ਨੇ ਤੁਸੀਂ ਉਹਨਾਂ ਤੱਕ ਪਹੁੰਚਦੇ ਕਰ ਦਿਓ, ਤੇ ਆਪਾਂ ਜਿਹੜੀ ਤੁਹਾਡੀ ਦੁੱਖ ਤਕਲੀਫ ਹੈ ਉਹ ਦੂਰ ਕਰਾਂਗੇ। ਇਹਨੇ ਨਾਲ ਥੋੜ੍ਹਾ ਜਿਹਾ ਲੋਕਾਂ ਨੂੰ ਰਾਹਤ ਤੇ ਮਹਿਸੂਸ ਹੋਈ ਹੋਊਗੀ ਵੀ ਚਲੋ ਜੇ ਪਾਣੀ ਆਇਆ ਤੇ ਪਾਣੀ ਦੇ ਨਾਲ ਨਾਲ ਮੁੱਖ ਮੰਤਰੀ ਵੀ ਆਇਆ ਸਾਡੇ ਕੋਲੇ। ਦੋ ਤਸਵੀਰਾਂ ਅਖਬਾਰਾਂ 'ਚ ਛਪਦੀਆਂ ਹੁੰਦੀਆਂ ਜਦੋਂ ਇਦਾਂ ਦਾ ਮਸਲਾ ਹੁੰਦਾ। ਇੱਕ, ਹੈਲੀਕਾਪਟਰ ਦੇ ਵਿੱਚੋਂ ਬੈਠ ਕੇ ਮੁੱਖ ਮੰਤਰੀ ਸਾਹਿਬ, ਮੰਤਰੀ ਸਾਹਿਬ ਜਾਂ ਕੋਈ ਹੋਰ ਲੀਡਰ ਹੜ੍ਹਾਂ ਦੇ ਕਰਕੇ ਹੋਈ ਤਬਾਹੀ ਦਾ ਜਾਇਜ਼ਾ ਲੈਂਦੇ ਹੋਏ, ਉਹਨਾਂ ਨੇ ਉਹ ਸ਼ੀਸ਼ਾ ਜਿਹੜਾ ਹੁੰਦਾ ਹੈਲੀਕਾਪਟਰ ਦੇ ਨਾਲ, ਉਹਦੇ ਵਿੱਚ ਧੁਣ ਜਿਹੜੀ ਥੋੜ੍ਹੀ ਜਿਹੀ ਟੇਢੀ ਕਰਕੇ ਉਹਦੇ ਵਿੱਚ ਦੀ ਦੇਖਦੇ ਹੁੰਦੇ ਆ, ਨਾਲ ਫੋਟੋ ਲੱਗੀ ਹੁੰਦੀ ਹੈ ਹੜ੍ਹਾਂ ਦੀ ਤਬਾਹੀ ਦਾ ਦ੍ਰਿਸ਼ ਇਸ ਜ਼ਿਲ੍ਹੇ 'ਚ, ਇਸ ਇਲਾਕੇ 'ਚ, ਉੱਥੇ ਪਾਣੀਓ ਪਾਣੀ, ਫਸਲਾਂ ਡੁੱਬੀਆਂ ਪਈਆਂ, ਨਾਲ ਉਹ ਦਿਖਾ ਦਿੰਦੇ ਆ, ਰਿਲੇਟ ਕਰਦੇ ਆ ਨਾ, ਕਨੈਕਟ ਕਰ ਦਿੰਦੇ ਉਹਦੇ ਨਾਲ ਤੁਹਾਨੂੰ। ਇਹ ਵੀ ਗੱਲ ਤੁਹਾਡੀ ਠੀਕ ਹੈ ਕਿ ਹੁਣ ਦੇਖਦੇ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਪਰਵਾਹ ਨਾ ਕਰੋ, ਖੇਤੀਬਾੜੀ ਦਾ ਨੁਕਸਾਨ ਹੋਇਆ, ਬੈਠੇ ਆ ਰੁਪਈਏ ਦੇਾਂਗੇ। ਨਹੀਂ ਕਰਦੇ ਪਰਵਾਹ ਜੀ, ਪਰ ਇੱਕ ਗੱਲ ਦੀ ਪਰਵਾਹ ਕਰਨੀ ਪਊਗੀ ਸਰਕਾਰ ਨੂੰ ਵੀ, ਵਿਰੋਧੀ ਧਿਰਾਂ ਨੂੰ ਵੀ, ਕਿ ਇਹ ਕੰਮ ਹੜ੍ਹ ਆਉਣ ਤੋਂ ਬਾਅਦ ਹੋਈ ਤਬਾਹੀ ਦਾ ਮੁਆਵਜ਼ਾ ਤਾਂ ਹੋ ਸਕਦਾ, ਪਰ ਸੰਧਾਲੀਆ ਸਾਹਿਬ ਇਧਰਲੇ ਪਾਸੇ ਵੀ ਧਿਆਨ ਦਿੱਤਾ ਜਾਵੇ ਕਿ ਹੜ੍ਹ ਆਏ ਕਿਉਂ, ਡਰੇਨਾਂ ਛੋਟੀਆਂ, ਪਾਣੀ ਦਾ ਨਿਕਾਸ ਠੀਕ ਨਹੀਂ, ਕੰਢੇ ਭੁਰਿਓ ਆ, ਨਜਾਇਜ਼ ਮਾਈਨਿੰਗ ਕਰਕੇ ਕਿਸੇ ਨੇ ਕੰਮ ਕੱਚਾ ਕਰ ਦਿੱਤਾ, ਪੂਰਾ ਬੇਰਵਾ ਹੋਵੇ ਉਹਦੇ ਵਿੱਚ, ਕਿਉਂਕਿ ਮੀਂਹ ਕਿਹੜਾ ਹੁਣੇ ਹੀ ਪੈ ਗਿਆ ਤਾਂ ਮੁੜ ਕੇ ਕਦੇ ਪੈਣਾ ਨਹੀਂ, ਜਾਂ ਬਾਹਰੀ ਸਾਲ ਹੀ ਪੈਣਾ। ਸੰਧਾਲੀਆ ਸਾਹਿਬ ਸਿਆਲਾਂ ਨੂੰ ਵੀ ਬਰਸਾਤ ਲੱਗ ਜਾਂਦੀ ਕਈ ਵਾਰੀ, 2-2 3-3 ਦਿਨ ਮੀਂਹ ਪੈਂਦਾ, ਚਾਹੇ ਰਚਮਾ ਹੀ ਪੈਂਦਾ, ਤੇ ਅਗਲੀਆਂ ਬਰਸਾਤਾਂ ਵੀ ਤਾਂ ਗਰਮੀਆਂ ਦੇ ਸਮੇਂ ਦੇ ਵਿੱਚ ਆਈਆਂ ਖੜੀਆਂ ਨਾ। ਤੇ ਜੇ ਆਪਾਂ ਸਿਰਫ ਪੀੜਤ ਲੋਕਾਂ ਨੂੰ ਕਿ ਤੁਹਾਡੀ ਫਸਲ ਮਾਰੀ ਗਈ ਆ, ਚੱਕੋ ਇੰਨੇ ਰੁਪਈਏ ਆਪਾਂ ਇੱਕਿਆਂ, ਤੇ ਉਹ ਹੜ੍ਹਾਂ ਦੇ ਰੋਕਥਾਮ ਦਾ ਪ੍ਰਬੰਧ ਨਾ ਕੀਤਾ, ਫਿਰ ਤਾਂ ਪੈਸਾ ਹੀ ਆਪਾਂ ਅਗਲੀ ਵਾਰੀ ਫਿਰ ਦੇ ਦਿਓ। ਇਹ ਤਾਂ ਗੱਲ ਹੈਗੀ ਆ। ਆਪਾਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਆਮ ਤੌਰ ਤੇ ਕਿਹਾ ਇਹ ਜਾਂਦਾ ਜੀ ਵੀ ਫਲਾਨੀ ਚੀਜ਼ ਖਾਲਣੀ ਆ, ਢੀਂਗੜਾ ਖਾਲ ਖਾਲਣ ਵਾਲਾ, ਫਲਾਨਾ ਸੂਆ ਖਾਲਣ ਵਾਲਾ, ਆ ਜਿਹੜੀਆਂ ਰੋਈਆਂ ਵੇਈਆਂ, ਉਦੋਂ ਬਾਅਦ ਛੱਪੜ, ਉਹ ਥਾਵਾਂ ਜੋ ਕਹਿ ਲਓ, ਜਾਂ ਕਿਸੇ ਵੇਲੇ ਕੋਈ ਸੂਏ ਜਾਂ ਕੱਸੀਆਂ, ਜੋ ਕੁਝ ਵੀ ਐਸਾ ਹੈ ਜਿਹਦੇ ਥਰੂ ਲੱਗਦਾ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ
ਉਹ ਕੁਦਰਤੀ ਰਾਹਾਂ ਨੂੰ ਇਹ ਸਾਰਾ ਰਾਹ ਬਣਾਇਆ ਗਿਆ ਸੀ ਵੀ ਪਾਣੀ ਜੇ ਇੱਕ ਥਾਂ ਤੋਂ ਆਉਂਦਾ ਤੇ ਦੂਸਰੇ ਪਾਸੇ ਨਿਕਲਣਾ ਕਿੱਦਾਂ, ਉਹਨਾਂ ਨੂੰ ਜ਼ਰੂਰ ਚੈੱਕ ਕਰਾ ਲਿਆ ਜਾਵੇ ਵੀ ਉਹ ਕਿਤੇ ਬੰਦ ਤੇ ਨਹੀਂ, ਜਾਂ ਕਿਸੇ ਨੇ ਪੂਰ ਕੇ ਆਪਣਾ ਕੰਮ ਤੇ ਨਹੀਂ ਚਲਾ ਲਿਆ, ਜਾਂ ਫਿਰ ਕਿਸੇ ਨੇ ਉਹ ਸਾਰਾ ਕੁਝ ਕਰ ਤੇ ਦਿੱਤਾ ਕਾਗਜ਼ਾਂ ਦੇ ਵਿੱਚ, ਪਰ ਜਦੋਂ ਅੱਖੀਂ ਜਾ ਕੇ ਦੇਖੀਦਾ ਤੇ ਉੱਥੇ ਉੱਦਾਂ ਹੀ ਗੋੜੇ ਕਾਨੇ ਹੋਣ ਤੇ ਘਾਹ ਹੋਵੇ ਤੇ ਪਾਣੀ ਉਹਦੀ ਵੀ ਲੰਘਣਾ ਕਿੱਥੋਂ ਆ। ਸੋ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਨਾਲ ਜੇ ਹੋ ਜਾਣ ਤੇ ਚੰਗੀ ਗੱਲ ਆ। ਦੂਜੀ ਗੱਲ ਇਹ ਆ WhatsApp ਵੀ ਇਹ ਬੜਾ ਰੌਲਾ ਪੈ ਗਿਆ। ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਇਲਜ਼ਾਮ ਲਾਇਆ, ਉਹ ਕਹਿੰਦੇ ਵੀ ਦਿੱਲੀੋਂ ਚੱਲਣ ਲੱਗ ਪਿਆ ਸਾਰਾ ਕੁਝ ਤੇ ਹੌਲੀ ਹੌਲੀ ਹੁਣ ਤੇ MLA ਵੀ ਕੇਜਰੀਵਾਲ ਸਾਹਿਬ ਨੂੰ ਦਿੱਲੀ ਮਿਲਣ ਜਾਂਦੇ ਆ। ਮੈਂ ਕੁਦਰਤੀ ਸੋਚਦਾ ਸੀ ਵੀ ਇਹ ਪਹਿਲੀ ਵਾਰ ਕਿਤੇ ਹੋਈ ਲੱਗਦੀ ਹੈ ਗੱਲ ਵੀ ਪੰਜਾਬ ਤੋਂ MLA ਦਿੱਲੀ ਮਿਲਣ ਗਏ ਹੈ। ਸੰਧਾਲੀਆ ਸਾਹਿਬ ਦੇਖੋ, ਗੱਲ ਇੱਕ ਆ ਕਿ ਪੰਜਾਬ ਸੂਬੇ ਦੇ ਫੈਸਲੇ ਪੰਜਾਬ 'ਚ ਹੋਣ, ਇਹ ਆਪਾਂ ਸਾਰੇ ਚਾਹੁੰਦੇ ਆ। ਸਲਾਹ ਦੇਣ ਜਿੰਨੇ ਦੇਣੀ ਆ। ਦੂਜੇ ਪਾਸੇ ਜੇ ਕੋਈ ਚੰਗਾ ਕਿਸੇ ਨੇ ਕੰਮ ਕੀਤਾ ਹਰਿਆਣੇ 'ਚ, ਦਿੱਲੀ 'ਚ, ਬੰਗਾਲ 'ਚ, ਉੜੀਸਾ 'ਚ, ਉਹਨੂੰ ਘੋਖੋ ਪੜਤਾਲੋ, ਉਹਦਾ ਕਿੰਨਾ ਕੁ ਹਿੱਸਾ ਆਪਾਂ ਪੰਜਾਬ ਸੂਬੇ 'ਚ ਲੋਕਾਂ ਦੀ ਸੂਬੇ ਦੀ ਬਿਹਤਰੀ ਲਈ ਖਰਚ ਕਰ ਸਕਦੇ ਹਾਂ ਜਾਂ ਵਰਤ ਸਕਦੇ ਹਾਂ ਜਾਂ ਕਾਪੀ ਪੇਸਟ ਕਰ ਸਕਦੇ ਹਾਂ, ਜ਼ਰੂਰ ਪਤਾ ਲਾਉਣਾ ਚਾਹੀਦਾ ਸੀ। ਹਰ ਇੱਕ ਗੱਲ ਸਿਫਰ ਤੋਂ ਨਹੀਂ ਸ਼ੁਰੂ ਕਰਨੀ, ਪਰ ਅਸੀਂ ਹਰ ਗੱਲ ਦੇ ਵਿੱਚ ਲਾਈ ਲੱਗ ਵੀ ਨਹੀਂ ਹੋਣਾ। ਹੁਣ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ, ਖੁਦ ਵਾਇਰਲ ਕਰਦੇ ਆਪੋ ਆਪਣੇ ਫੇਸਬੁੱਕ ਪੇਜ ਦੇ ਉੱਤੇ ਕਿ ਅਸੀਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਿਲ ਕੇ ਆਏ ਹਾਂ, ਤੇ ਖਹਿਰਾ ਸਾਹਿਬ ਕਹਿੰਦੇ ਦੇਖਿਆ ਭਗਵੰਤ ਮਾਨ ਦੀ ਮੰਨਣਾ ਨਹੀਂ ਚਾਹੁੰਦੇ, ਭਗਵੰਤ ਮਾਨ ਨੂੰ ਚੱਲਣ ਨਹੀਂ ਦਿੰਦੇ। ਆ ਦੇਖੋ ਆਮ ਆਦਮੀ ਪਾਰਟੀ ਦੇ ਵਿਧਾਇਕ ਕੇਜਰੀਵਾਲ ਸਾਹਿਬ ਨੇ ਦਿੱਲੀ ਸੱਦ ਲਿਆ, ਹਾਈ ਕਮਾਂਡ ਨੇ, ਸਿੱਧਾ ਪ੍ਰਭਾਵ ਹੈ। ਇਹ ਭਗਵੰਤ ਮਾਨ ਨੂੰ ਸੰਕੇਤ ਹੈ ਕਿ ਭਾਈ ਤੈਨੂੰ ਸਾਡੇ ਮੁਤਾਬਕ ਚੱਲਣਾ ਪਊ। ਉਹਨਾਂ ਨੇ ਇਹ ਵੀ ਕਹਿਤਾ, ਕਹਿੰਦੇ ਰਾਘਵ ਚੱਡਾ ਦੇ ਮੁਤਾਬਕ ਚਲਾਉਣਾ ਚਾਹੁੰਦੇ ਆ। ਭਗਵੰਤ ਮਾਨ ਸਾਹਿਬ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ, ਆਮ ਆਦਮੀ ਪਾਰਟੀ ਇੱਕ ਪਰਿਵਾਰ ਹੈ, ਕੋਈ ਦਬਾਅ ਨਹੀਂ, ਵਧੀਆ ਤਰੀਕੇ ਨਾਲ ਕੰਮ ਕਰ ਰਹੇ, ਵਧੀਆ ਮਾਡਲ ਜਿਹੜਾ ਪੰਜਾਬ ਦਾ ਲਾਗੂ ਕਰਨਾ ਠੀਕ ਹੈ। ਇੱਥੇ ਮੈਨੂੰ ਚੇਤਾ ਆਇਆ ਸੰਧਾਲੀਆ ਸਾਹਿਬ, ਜਦੋਂ ਆਮ ਆਦਮੀ ਪਾਰਟੀ ਸੀਗੇ ਖਹਿਰਾ ਸਾਹਿਬ, ਤੇ ਸ਼ਾਇਦ ਉਦੋਂ ਵੀ ਇੱਕ ਦੋ ਵਾਰੀ ਦਿੱਲੀ ਜਾਣ ਦਾ ਮੌਕਾ ਮਿਲਿਆ ਹੋਣਾ ਉਹਨਾਂ ਨੂੰ। ਜਦੋਂ ਕਾਂਗਰਸ ਪਾਰਟੀ 'ਚ ਸੀ ਪਹਿਲਾਂ, ਉਹ ਕਾਂਗਰਸ ਪਾਰਟੀ ਵਾਲੇ ਵੀ ਸੱਦ ਲੈਂਦੇ ਹੁੰਦੇ ਦਿੱਲੀ ਅਕਸਰ। ਬੀਬੀ ਰਜਿੰਦਰ ਕੌਰ ਭੱਠਲ ਕਾਂਗਰਸ ਪਾਰਟੀ 'ਚ ਹੀ ਸੀ, MLA ਸਨ, ਕੈਬਨਿਟ ਮਿਨਿਸਟਰ ਹੀ ਸਨ। ਜਦੋਂ ਦਿੱਲੀ ਜਾ ਕੇ ਡੇਰਾ ਲਾ ਲਿਆ ਸੀ ਕਿ ਭਾਈ ਕੈਪਟਨ ਸਾਹਿਬ ਨੂੰ ਲਾ ਕੇ ਮੈਨੂੰ ਮੁੱਖ ਮੰਤਰੀ ਬਣਾਓ, ਤੇ ਪਰ ਉਹਨਾਂ ਨੇ ਕਿਹਾ ਸੀ ਉਪ ਮੁੱਖ ਮੰਤਰੀ ਬਣ ਜਾਓ। ਕੋਈ ਨਵਾਂ ਥੋੜ੍ਹੀ ਹੋਇਆ ਕੰਮ, ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜੇ ਬਾਕੀ ਸਿਆਸੀ ਧਿਰਾਂ ਦੇ ਫੈਸਲੇ ਬਹੁਤਾ ਕਰਕੇ ਦਿੱਲੀੋਂ ਹੁੰਦੇ ਰਹੇ ਤਾਂ ਭਾਈ ਇਹਨਾਂ ਦੇ ਵੀ ਹੋਣ। ਇਹਨਾਂ ਦਾ ਊਂਜ ਦਾ ਕੰਮ ਨਹੀਂ ਚੱਲਦਾ ਹੁੰਦਾ ਨਾ। ਉਹਨਾਂ ਦੀ ਜੇ ਕੋਈ ਗਲਤੀ ਹੋਈ ਤਾਂ ਉਹਨਾਂ ਦੀ ਹੈ, ਉਹਨਾਂ ਦਾ ਜੇ ਕੋਈ ਚੰਗਾ ਕੰਮ ਹੈ ਤਾਂ ਉਹਨਾਂ ਦਾ ਹੈ। ਸਿਰਫ ਮਸਲਾ ਇੱਥੇ ਹੈ ਕਿ ਭਾਈ ਆਪ ਦੇਖੋ ਤੁਸੀਂ ਕੀ ਸੱਚੀ ਮੁੱਚੀ ਜਿਹੜਾ ਫੈਸਲਾ ਪੰਜਾਬ ਦੀ ਕੈਬਨਿਟ ਭਗਵੰਤ ਮਾਨ ਸਾਹਿਬ ਲੈਣਾ ਚਾਹੁੰਦੇ ਆ, ਕੀ ਉਹ ਫੈਸਲਾ ਉਹ ਲੈ ਪਾਏ ਨੇ ਜਾਂ ਨਹੀਂ ਲੈ ਪਾਏ, ਧਿਆਨ ਰੱਖਣਾ ਪਊਗਾ। ਇਹ ਬਿਲਕੁਲ ਰੱਖਣਾ ਪਊਗਾ। ਮੈਂ ਤੇ ਦੇਖੋ ਇਹ ਵੀ ਕਈ ਵਾਰ ਸੋਚਦਾ ਹੁੰਦਾ ਕਿ ਜੇ ਵਿਰੋਧੀ ਧਿਰਾਂ ਨਾ ਹੋਣ, ਮੰਨ ਲਓ ਵਿਰੋਧ ਦੇ ਵਿੱਚ ਕੋਈ ਲੀਡਰ ਨਾ ਹੋਵੇ, ਕੋਈ ਨਾ ਬੋਲੇ, ਕੋਈ ਅੱਖ ਨਾ ਚੁੱਕੇ, ਕੋਈ ਉਂਗਲ ਨਾ ਕਰੇ, ਤੇ ਫਿਰ ਵੀ ਕੰਮ ਨਹੀਂ ਸਹੀ ਚੱਲਦਾ ਹੁੰਦਾ। ਇਹ ਵਧੀਆ ਗੱਲ ਆ, ਵਿਰੋਧੀ ਧਿਰਾਂ ਦੇ ਵਿੱਚ ਬੰਦੇ ਐਸੇ ਹੈਗੇ ਨੇ ਜਿਹੜੇ ਬੜੇ ਵੋਕਲ ਨੇ, ਉਹ ਗੱਲ ਕਰਦੇ ਨੇ, ਉਹ ਤੱਥ ਸਾਹਮਣੇ ਲੈ ਕੇ ਆਉਂਦੇ ਨੇ। ਉਹ ਚਾਹੇ ਕਾਂਗਰਸ ਪਾਰਟੀ ਦੇ ਨੇ, ਚਾਹੇ ਅਕਾਲੀ ਦਲ ਦੇ ਨੇ, ਚਾਹੇ BJP ਦੇ ਨੇ ਹੈ। ਪਰ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਆਪਾਂ ਹਰ ਰੋਜ਼ ਹੀ ਕੋਈ ਨਾ ਕੋਈ, ਮੈਂ ਵਾਰ-ਵਾਰ ਆਖਿਆ ਵੇਖਿਆ ਹੀ ਬਾਠ ਨੇ ਨੀਲੀ ਟਾਈ ਲਾ ਲਈ, ਲੈ ਵੇਖਿਆ ਹੀ ਇਹਨੇ ਚਿੱਟਾ ਝੱਗਾ ਪਾ ਲਿਆ, ਉਹਦੇ ਨਾਲੋਂ ਕੀ ਹੋਣਾ ਵੀ ਹੋ ਸਕਦਾ 10ਵੇਂ ਕੁ ਦਿਨ ਆਖਣ ਵੀ ਇਹਨੇ 4 ਕਰਾਂ ਕਹਿਣਾ, ਕੋਈ ਨਹੀਂ ਕਹਿ ਲੈਣ ਦੇ ਯਾਰ, ਆਪਣੀ ਸਿਹਤ ਤੇ ਕੋਈ ਕਿਹੜਾ ਅਸਰ ਆ। ਪਰ ਹਾਂ ਜਿੱਦਣ ਵਾਕਿਆ ਹੀ ਕੋਈ ਗੱਲ ਹੋਊਗੀ, ਇਹ ਨਾ ਹੋਵੇ ਵੀ ਉਹ ਪਹਿਲੀਆਂ ਦਸਾਂ ਦਾ ਕਰਕੇ ਉਦਣ ਵੀ ਸੁਣਨ ਵਾਲੇ ਲੋਕ ਆਖਣ ਵੀ ਯਾਰ ਕੋਈ ਗੱਲ ਨਹੀਂ, ਕਿ ਵੈਸੇ ਹੀ ਕਹਿੰਦੇ ਹੋਣੇ ਆ। ਸੋ ਮੈਨੂੰ ਲੱਗਦਾ ਹੁੰਦਾ ਵੀ ਆਪਾਂ ਜ਼ਰੂਰ ਉਹਨਾਂ ਚੀਜ਼ਾਂ ਵਾਲੇ ਪਾਸੇ ਧਿਆਨ ਦਈਏ ਜਿਹੜੀਆਂ ਚੀਜ਼ਾਂ ਦਾ ਵਾਕਈ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਫਰਕ ਪੈਂਦਾ। ਪਾਰਟੀ ਦੇ ਪੱਧਰ ਤੇ ਕੀ ਹੁੰਦਾ ਕੀ ਨਹੀਂ ਹੁੰਦਾ, ਕਿਹਨੂੰ ਕੀ ਫਰਕ ਪੈਂਦਾ ਯਾਰ। ਹੁਣ ਤੁਸੀਂ ਆਪ ਦੇਖੋ, ਪਿਛਲੇ ਦਿਨੀ ਜੋ ਕਾਂਗਰਸ ਪਾਰਟੀ ਦੇ ਨਾਲ ਹੋ ਰਿਹਾ ਸੀ, ਉਹਦਾ ਦੁੱਖ ਕਾਂਗਰਸ ਪਾਰਟੀ ਵਾਲਿਆਂ ਨੂੰ ਪੂਰੇ ਇੰਡੀਆ ਦੇ ਵਿੱਚ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਜੀ। ਸਾਡੀ ਸੁਪਰੀਮੋ ਨੂੰ ਵਾਰ-ਵਾਰ ਸੱਦਦੇ ਨੇ ਜੀ, ਕੱਲ੍ਹ ਨੂੰ ਕਿਸੇ ਹੋਰ ਨਾਲ ਪੰਗਾ ਪੈ ਜਾਊਗਾ, ਉਹਨਾਂ ਦੇ ਬੰਦੇ ਉੱਥੇ ਜਾਣਾ ਸ਼ੁਰੂ ਕਰ ਦੇਣਗੇ। ਉਦੋਂ ਪਹਿਲਾਂ 2 ਦਿਨ ਪਹਿਲਾਂ ਆਪਾਂ ਦੇਖਿਆ ਸੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਚੱਕਰ ਚੱਲਿਆ ਸੀਗਾ ਵੀ ਉਹਨਾਂ ਦੇ ਵਿੱਚ ਰੇੜਕਾ ਪੈ ਗਿਆ, ਉਹਨਾਂ ਨੇ ਸੱਦ ਕੇ ਆਪਣੇ ਬੰਦਿਆਂ ਦਾ ਹੱਲ ਕਰ ਲਿਆ। ਸੋ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਾਰਟੀ ਤੱਕ ਰੱਖਣਾ ਚਾਹੀਦਾ, ਪਰ ਹਾਂ ਜੇ ਵਾਕਈ ਲੋਕਾਂ ਦੇ ਮਸਲਿਆਂ ਦਾ ਕੋਈ ਗੱਲ ਹੋਣੀ ਚਾਹੀਦੀ ਤਾਂ ਉਹਨੂੰ ਜ਼ਰੂਰ ਠੋਕ ਵਿੱਚ ਬਣਾ ਕੇ ਰੱਖਿਆ ਜਾਵੇ। ਇੰਨੀ ਕੁ ਅਸੀਂ ਬੇਨਤੀ ਕਰਦੇ ਹਾਂ, ਕਿਉਂਕਿ ਜੇ ਉਹ ਇਹੋ ਗੱਲਾਂ ਚੱਲਦੀਆਂ ਰਹਿਣ ਨਾ ਵੀ ਹਾਂਜੀ ਆਹ ਦੇਖ ਲਓ ਜੀ ਕੀ ਹੋ ਗਿਆ, ਉਹ ਆਹ ਦੇਖਿਆ ਹੁਣ ਇਹਨੇ ਸੱਜਾ ਪੈਰ ਰੱਖ ਲਈ, ਮੈਂ ਤੈਨੂੰ ਕਿਹਾ ਇਹਨੇ ਖੱਬਾ ਪੈਰ ਰੱਖ ਲਏ, ਉਹ ਫਿਰ ਹੌਲੀ ਹੌਲੀ ਲੋਕਾਂ ਦੇ ਉੱਪਰ ਅਸਰ ਹੋਣ ਵੜ ਜਾਂਦਾ। ਮੈਂ ਸੋਚਦਾ ਹੋ ਸਕਦਾ ਤੁਹਾਡੀ ਰਾਏ ਮੇਰੇ ਤੋਂ ਵੱਖਰੀ ਹੋਵੇ। ਨਹੀਂ ਠੀਕ ਹੈ, ਉਹ ਫਿਰ ਸੱਚੀ ਮੁੱਚੀ ਔਖਾ ਹੋ ਜਾਂਦਾ। ਮੈਂ ਤਾਂ ਇਹ ਵੀ ਚਾਹੁੰਦਾ ਸੀ ਕਿ ਜੇ ਕੋਈ ਸਰਕਾਰ ਚੰਗਾ ਕੰਮ ਕਰਦੀ ਹੈ ਚੰਗਾ ਕਹਿਣ, ਵਿਰੋਧੀ ਧਿਰਾਂ ਵੀ ਮਾੜਾ ਕੰਮ ਕਰਦੀ ਹੈ ਤਾਂ ਰਲ ਮਿਲ ਕੇ ਖਿੱਚਣ। ਪੰਜਾਬ ਦਾ ਕੋਈ ਮਸਲਾ ਸਾਰੇ ਇਕੱਠੇ ਹੋ ਕੇ ਜਾਓ, ਦਿੱਲੀ ਜਾਓ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਕਹੋ ਅਸੀਂ ਇਕੱਠੇ ਹਾਂ, ਪੰਜਾਬ ਦਾ ਮੁੱਦਾ
ਅਸੀਂ ਲੜ ਲਾਂਗੇ, ਆਪਣੇ ਸੂਬੇ 'ਚ ਜਾ ਕੇ ਲੜ ਲਾਂਗੇ, ਇਲੈਕਸ਼ਨ ਆਊ, ਚੋਣ ਆਊ, ਆਪਾਂ ਤਾਂ ਲੜ ਲਾਂਗੇ, ਹੁਣ ਨਹੀਂ ਲੜਦੇ। ਹੁਣ ਪੰਜਾਬ ਦੇ ਹੱਕ ਇੱਥੇ ਰੱਖ, ਇੰਨੀ ਕੁ ਗੱਲ ਅਸੀਂ ਰਲ ਮਿਲ ਕੇ ਜਿਹੜਾ ਉਹ ਕਰਨਾ ਹੈ। ਹੁਣ ਤੁਸੀਂ ਜ਼ਿਕਰ ਕੀਤਾ ਸੀ ਸੰਧਾਲੀਆ ਸਾਹਿਬ ਇੱਕ ਸਿਆਸੀ ਧਿਰ ਦਾ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ। ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਨੇ ਝੁੰਦਾ ਕਮੇਟੀ ਦਾ ਗਠਨ ਕੀਤਾ ਕਿ ਭਾਈ ਦੱਸੋ, ਅਸੀਂ 80-90 ਸੀਟਾਂ ਤੋਂ ਪਹਿਲਾਂ 14 ਤੇ ਆਏ, 14 ਤੋਂ ਐਤਕੀ 3 ਤੇ ਆ ਗਏ, ਹੁਣ ਅੱਗੇ ਜਾਣਾ ਕਿੱਥੇ ਆ? 3 ਦੇ ਵਿੱਚੋਂ ਵੀ ਇੱਕ ਬੰਦਾ ਗੁੱਸੇ ਹੋਇਆ, ਮਨਪ੍ਰੀਤ ਸਿੰਘ ਵਾਲੀ। ਝੁੰਦਾ ਕਮੇਟੀ ਨੇ ਰਿਪੋਰਟ ਦੇ ਦਿੱਤੀ। ਰਿਪੋਰਟ ਦੇ ਵਿੱਚ 40-41 ਨੁਕਤੇ ਦੱਸਤੇ ਕਿ ਸਿੱਖ ਸੰਗਤ ਤੇ ਅਕਾਲੀ ਦਲ ਦੇ ਵਰਕਰ ਆਹ ਚਾਹੁੰਦੇ ਆ, ਅਕਾਲੀ ਦਲ ਇਸ ਕਰਕੇ ਹਰਿਆ, ਆਹ ਸੁਧਾਰ ਚਾਹੀਦਾ। ਤੇ ਉਹਦੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਹੁਣ ਤੋਂ ਥੋੜੇ ਘੰਟੇ ਪਹਿਲਾਂ ਅਕਾਲੀ ਦਲ ਦਾ ਢਾਂਚਾ ਭੰਗ ਕਰਤਾ ਕਿ ਨਾ ਕੋਈ ਪ੍ਰਧਾਨ, ਨਾ ਕੋਈ ਕੋਰ ਕਮੇਟੀ, ਨਾ ਕੋਈ ਜਨਰਲ ਸਕੱਤਰ, ਨਾ ਕੋਈ ਸਕੱਤਰ ਜਨਰਲ, ਨਾ ਕੋਈ ਮੀਤ ਪ੍ਰਧਾਨ, ਹੇਠਲੀ ਪੱਧਰ ਤੱਕ ਜ਼ਿਲ੍ਹਾ ਪ੍ਰਧਾਨ ਸਾਰੇ ਭੰਗ। ਕਹਿੰਦੇ ਜੀ ਦੁਬਾਰਾ ਬਣਾਵਾਂਗੇ। ਹੁਣ ਸੰਧਾਲੀਆ ਸਾਹਿਬ ਠੀਕ ਹੈ, ਹਾਲਾਂਕਿ ਅਧਿਕਾਰ ਦੇ ਦਿੱਤੇ ਗਏ ਆ, ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਨੂੰ ਖਤਰਾ ਕੋਈ ਨਹੀਂ। ਉਹਨਾਂ ਤੋਂ ਕਿਸੇ ਨੇ ਅਸਤੀਫੇ ਦੀ ਕਹਿੰਦੇ ਮੰਗ ਹੀ ਨਹੀਂ ਕੀਤੀ, 80-100 ਹਲਕਿਆਂ 'ਚ ਗਏ ਆ, ਚਲੋ ਠੀਕ ਹੈ। ਹੁਣ ਜਦੋਂ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਤਾਂ ਸੰਧਾਲੀਆ ਸਾਹਿਬ ਇੱਕ ਬਹੁਤ ਵੱਡਾ ਸਵਾਲ ਹੈ। ਜਦੋਂ ਵੀ ਕਦੇ ਕਿਸੇ ਪਾਰਟੀ ਦਾ ਕੋਈ ਨਵਾਂ ਸੂਬਾ ਪ੍ਰਧਾਨ ਬਣਦਾ ਹੁੰਦਾ, ਉਹ 90% ਅਹੁਦੇਦਾਰ ਉਹੀ ਲਾ ਦਿੰਦਾ ਹੁੰਦਾ ਦੁਬਾਰਾ। ਥੋੜੇ ਜਿਹੇ ਬੰਦੇ ਐਡਜਸਟ ਕਰ ਲੈਣ ਨਵੇਂ, ਬਾਕੀ ਉਹੀ ਹੋਣੇ ਵੱਡਿਆਂ ਅਹੁਦਿਆਂ ਤੇ ਵੱਡੀਆਂ ਕੁਰਸੀਆਂ ਤੇ। ਕੀ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਫੈਸਲਾ ਇਸ ਕਰਕੇ ਕੀਤਾ ਗਿਆ ਕਿ ਨਵਿਆਂ ਨੂੰ ਮੌਕਾ ਦੇਣਾ ਹੈ, ਨੌਜਵਾਨਾਂ ਨੂੰ ਮੌਕਾ ਦੇਣਾ ਹੈ, ਜਾਂ ਜਿਹੜੇ ਬੰਦੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸਰਗਰਮੀ ਨਹੀਂ, ਜਿਨ੍ਹਾਂ ਨੂੰ ਐਂ ਲੱਗਦਾ ਕਿ ਭਾਈ ਹੁਣ ਕਿਹੜਾ ਇਲੈਕਸ਼ਨ ਹੈ, ਹੁਣ ਕੀ ਕਰਨਾ ਹੈ, ਉਹ ਬੰਦੇ ਜਿਹੜੇ ਆ ਕਿ ਉਹਨਾਂ ਨੂੰ ਲਾਂਭੇ ਕਰਕੇ ਜਾਂ ਲਗਾਤਾਰ ਕਈ ਇਲੈਕਸ਼ਨ ਜਿਹੜੀਆਂ ਹਾਰ ਚੁੱਕੇ ਉਹਨਾਂ ਨੂੰ ਲਾਂਭੇ ਕਰਕੇ ਕੁਝ ਨਵੇਂ ਗੈਰ ਸਿਆਸੀ ਪਿਛੋਕੜ ਵਾਲੇ ਬੰਦੇ ਜਿਹੜੇ ਆ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਕਿਹਨੂੰ ਲਿਆਊਗਾ ਅਕਾਲੀ ਦਲ? ਕੀ ਪ੍ਰਧਾਨਗੀ 'ਚ ਵੀ ਤਬਦੀਲੀ ਹੋਊ? ਕਿ ਕੋਰ ਕਮੇਟੀ 'ਚ ਨਵੇਂ ਮੈਂਬਰ ਆਉਣਗੇ? ਜਾਂ ਫਿਰ ਥੋੜੇ ਦਿਨਾਂ ਬਾਅਦ ਉਹੀ ਤਰ੍ਹਾਂ ਦੀ ਲਿਸਟ ਜਿਹੜੀ ਆ ਥੋੜੀ ਬਹੁਤ ਅੱਗੇ ਪਿੱਛੇ ਕਰਕੇ ਜਿਹੜੀ ਹੈ ਉਹ ਪੇਸ਼ ਕਰ ਦਿੱਤੀ ਜਾਊਗੀ? ਹੁਣ ਤੁਸੀਂ ਦੇਖੋ, ਕੱਲ ਚੰਦੂਮਾਜਰਾ ਸਾਹਿਬ ਦੇ ਗੁੱਸੇ ਹੋਣ ਦੀਆਂ ਖਬਰਾਂ ਸੀ ਕਿ ਚੰਦੂਮਾਜਰਾ ਸਾਹਿਬ ਗੁੱਸੇ ਹੋ ਗਏ ਬਈ। ਚੰਦੂਮਾਜਰਾ ਸਾਹਿਬ ਕਹਿੰਦੇ ਮੁਲਾਂਕਣ ਕਮੇਟੀ 'ਚ ਰੱਖਣੀ ਸੀ ਰਿਪੋਰਟ, ਤੁਸੀਂ ਸਿੱਧੀ ਕੋਰ ਕਮੇਟੀ ਦੀ ਜਿਹੜੀ ਆ ਬੈਠਕ 'ਚ ਕਿਉਂ ਰੱਖੀ ਰਿਪੋਰਟ? ਸੁਖਬੀਰ ਸਿੰਘ ਬਾਦਲ ਸਾਹਿਬ ਘਰੇ ਚਲੇ ਗਏ, ਉਹਨਾਂ ਦੇ ਜਾ ਕੇ ਮੁਲਾਕਾਤ ਕੀਤੀ, ਕਹਿੰਦੇ ਉਹੀ ਮਿਲਣ ਆਏ ਸੀ, ਐਦਾਂ ਦੀ ਗੱਲ ਹੀ ਕੋਈ ਨਹੀਂ, ਵੈਸੇ ਹੀ ਮਿਲਣ ਆਏ ਸੀ। ਪਰ ਅੰਦਰ ਖਾਤੇ ਪਤਾ ਲੱਗਾ ਕਿ ਚੰਦੂਮਾਜਰਾ ਸਾਹਿਬ ਦਾ ਗੁੱਸਾ ਉਹਨਾਂ ਨੇ ਠੰਡਾ ਕਰ ਲਿਆ ਕਿ ਭਾਈ ਕੋਈ ਗੱਲ ਨਹੀਂ, ਜੋ ਹੋਣਾ ਸੀ ਹੋ ਗਿਆ, ਅੱਗੋਂ ਆਪਾਂ ਰਲ ਮਿਲ ਕੇ ਜਿਹੜਾ ਚੱਲਦੇ ਆ, ਅਕਾਲੀ ਦਲ ਨੂੰ ਅੱਗੇ ਲਿਜਾਂਦੇ ਆ। ਹੁਣ ਦੇਖਦੇ ਆ ਸੰਧਾਲੀਆ ਸਾਹਿਬ, ਜਦੋਂ ਜਥੇਬੰਦਕ ਢਾਂਚਾ ਭੰਗ ਹੋ ਗਿਆ, ਕਿੰਨੀ ਕੁ એનર્ਜੀ ਵਾਲੇ ਬੰਦਿਆਂ ਨੂੰ ਹੁਣ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ। ਨਹੀਂ, ਇਹ ਤੇ ਗੱਲ ਤੁਹਾਡੀ ਠੀਕ ਹੈ, ਕਿਉਂਕਿ ਪਿਛਲੇ ਦਿਨੀ ਆਪਾਂ ਦੇਖਿਆ ਸੀ ਕਿ ਬਹੁਤ ਸਾਰੀਆਂ ਆਵਾਜ਼ਾਂ ਉੱਠੀਆਂ ਸੀ, ਉਹ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੋਣ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਹੋਣ, ਐਂਡ ਵਾਰ-ਵਾਰ ਉਹਨਾਂ ਨੇ ਇਹੀ ਗੱਲ ਕਹੀ ਸੀਗੀ ਕਿ ਜੋ ਪਿਛਲੇ ਸਮੇਂ 'ਚ ਹੋਇਆ ਵਾਪਰਿਆ ਜੀ, ਆਪਾਂ ਨੂੰ ਇੱਕ ਵਾਰ ਐਨਾਲਿਸਿਸ ਕਰਨਾ ਚਾਹੀਦਾ, ਕਿਉਂਕਿ ਜੇ ਹੁਣ ਆਪਾਂ ਐਨਾਲਿਸਿਸ ਨਾ ਕੀਤਾ ਤੇ ਹੌਲੀ-ਹੌਲੀ ਆਪਣੇ ਕੋਲੋਂ ਸਭ ਕੁਝ ਖੁੱਸ ਜਾਣਾ। ਲਵਿੰਦਰਪਾਲ ਸਿੰਘ ਪੱਖੋਕੇ ਹੋਰਾਂ ਨੇ ਵੀ ਮੇਰੇ ਖਿਆਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਦੇ ਸਾਥੀਆਂ ਦੀ ਗੱਲ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਵੀ ਪਹਿਲਾਂ ਸਰਕਾਰ ਗਈ, ਫਿਰ ਹੌਲੀ-ਹੌਲੀ ਪਾਰਟੀ ਕਿਰਦੀ ਜਾਂਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚਲੀ ਗਈ, ਤੇ ਜਦੋਂ ਸਭ ਕੁਝ ਹੀ ਖੁੱਸ ਗਿਆ ਕਿ ਆਪਾਂ ਉਦੋਂ ਅੱਖਾਂ ਖੋਲਾਂਗੇ। ਹੁਣ ਸਵਾਲ ਇੱਥੇ ਇੱਕ ਮੇਰਾ ਖਿਆਲ ਇਹ ਵੀ ਖੜਾ ਹੋ ਜਾਣਾ ਬਾਠ ਸਾਹਿਬ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਕਾਇਮ ਹੈ, ਉਹਨਾਂ ਨੇ ਕਿਉਂਕਿ ਸਮੁੱਚੀ ਪਾਰਟੀ ਨੂੰ ਦੁਬਾਰਾ ਤੋਂ ਗਠਿਤ ਕਰਨਾ, ਫਿਰ ਤੋਂ ਇਕੱਲੇ ਬੰਦੇ ਦੀ ਡਿਊਟੀ ਲਾਉਣੀ ਹੈ, ਕਿਹਨੂੰ ਕਿਹੜਾ ਅਹੁਦਾ ਦੇਣਾ, ਕਿਹਨੂੰ ਕਿੰਨੀ ਨੁਮਾਇੰਦਗੀ ਦੇਣੀ ਹੈ। ਪਰ ਇਹ ਸਾਰੇ ਕੁਝ ਮੈਨੂੰ ਲੱਗਦਾ ਇੱਕ ਗੱਲ ਉਹਨਾਂ ਦੇ ਲਈ ਚੈਲੰਜ ਹੋ ਸਕਦੀ ਹੈ ਕਿ ਵੀ ਜਿਹੜੇ ਬੰਦੇ ਉਹਨਾਂ ਦੀ ਪ੍ਰਧਾਨਗੀ ਜਾਂ ਪਿਛਲੇ ਸਮੇਂ ਦੇ ਵਿੱਚ ਕਾਰਗੁਜ਼ਾਰੀਆਂ ਨੂੰ ਠੀਕ ਉਹਨਾਂ ਨੂੰ ਲੱਗਦਾ ਸੀ ਵੀ ਨਹੀਂ ਠੀਕ ਚੱਲਦੀਆਂ, ਉੱਤੇ ਉਜਰ ਇਤਰਾਜ਼ ਕਰਦੇ ਰਹੇ ਆ, ਕਿ ਉਹਨਾਂ ਬੰਦਿਆਂ ਨੂੰ ਵੀ ਵਾਕਈ ਕੋਈ ਮਾਣ ਸਤਿਕਾਰ ਮਿਲਦਾ ਜਾਂ ਫਿਰ ਉਹਨਾਂ ਦਾ ਬਿਲਕੁਲ ਹੀ ਨਾਂ ਕੱਟ ਕੇ ਕਾਪੀ ਚੋਂ ਬਾਹਰ ਕਰ ਦਿੱਤਾ ਜਾਂਦਾ? ਹੁਣ ਜਦੋਂ ਲਿਸਟ ਆਊਗੀ, ਉਹ ਅਹੁਦੇਦਾਰੀਆਂ ਮਿਲਣਗੀਆਂ, ਉਸ ਤੋਂ ਬਾਅਦ ਇਹ ਹੋ ਸਕਦਾ ਵੀ ਇਸ ਗੱਲ ਦਾ ਫੈਸਲਾ ਹੋਵੇ ਕਿ ਵੀ ਉਹਨਾਂ ਦੀ ਨਾਰਾਜ਼ਗੀ ਜਾਂ ਉਹਨਾਂ ਵੱਲੋਂ ਚੁੱਕੀ ਆਵਾਜ਼ ਦਾ ਕਰਕੇ ਜਿਹੜੀ ਚੇਂਜ ਕੀਤੀ ਗਈ, ਉਹਦਾ ਕਰਕੇ ਹਰੇਕ ਬੰਦੇ ਨੂੰ ਬਣਦਾ ਮਾਣ ਸਤਿਕਾਰ ਮਿਲਿਆ, ਜਾਂ ਫਿਰ ਇਹ ਸਿਰਫ ਇਸੇ ਕਰਕੇ ਕੀਤੀ ਗਈ ਕਾਰਵਾਈ ਸੀਗੀ ਕਿ ਵੀ ਓਕੇ ਚੈੱਕ ਕਰੋ ਵੀ ਕਿਹੜਾ ਮਾੜੀ ਜਿਹੀ ਅੱਖ ਚੁੱਕਦਾ, ਉਹਨਾਂ ਦਾ ਨਾਂ ਪਿਛਲੀ ਕਾਪੀ ਚੋਂ ਵੀ ਕੱਟ ਦਿਓ, ਨਵੀਂ ਤਾਂ ਲਿਖਣੇ ਕੀ ਹੈ। ਸੰਧਾਲੀਆ ਸਾਹਿਬ, ਮੈਨੂੰ ਸਿਆਸੀ ਤੌਰ ਤੇ ਸਮਝ ਨਹੀਂ ਕਿ ਲੀਡਰਸ਼ਿਪ ਕਿਵੇਂ ਕੰਮ ਕਰਦੀ ਹੁੰਦੀ ਹੈ, ਪਾਰਟੀਆਂ ਕਿਵੇਂ ਚਲਾਉਂਦੀ ਹੈ, ਪਰ ਅਕਾਲੀ ਦਲ ਜਦੋਂ 10 ਸਾਲ ਸਰਕਾਰ ਰਹੀ ਹੈ ਤਾਂ ਅਕਾਲੀ ਦਲ ਦੇ ਨਾਲ ਬਹੁਤ ਲੋਕ ਜੁੜੇ, ਖਾਸ ਤੌਰ ਤੇ ਜਿਹੜੇ ਆਪੋ ਆਪਣੀ ਪੱਧਰ ਦੇ ਉੱਤੇ ਨੇਤਾ ਬਣਨਾ ਚਾਹੁੰਦੇ ਸੀ, ਉਹ ਬਹੁਤ ਸਰਗਰਮ ਹੋਏ। ਕਈ ਪਿੰਡਾਂ 'ਚ ਜਿਹੜੇ ਵੱਡੇ ਪਿੰਡ ਨੇ, ਅਕਾਲੀ ਦਲ ਦੇ 4-4 ਧੜੇ, 2 ਧੜੇ ਤਾਂ ਆਮ ਹੀ ਪਿੰਡਾਂ ਦੇ ਵਿੱਚ, ਇੱਕ ਜਗ੍ਹਾ ਤੇ ਲੀਡਰ ਸਾਹਿਬ ਨੇ ਜਾਣਾ ਚਾਹ ਪੀ ਆਉਣੀ, ਦੂਜਿਆਂ ਦੇ ਘਰ ਫੁਲਕਾ ਛਕ ਲੈਣਾ, 2-2 3-3 ਧੜੇ। ਤੇ ਉਦੋਂ ਲੱਗਦਾ ਸੀ ਕਿ ਭਾਈ ਇੱਕ ਵੱਖਰੇ ਤਰ੍ਹਾਂ ਦੀ ਰਣਨੀਤੀ ਸਿਆਸਤਦਾਨ ਅਪਣਾਉਂਦੇ ਆ,
ਕਿ ਭਾਈ ਦੋ ਕੁ ਧੜੇ ਬਣਾ ਕੇ ਰੱਖੋ, ਇੱਕ ਦੂਜੇ ਤੋਂ ਵੱਧ ਕੰਮ ਕਰਦੇ ਆ। ਪਰ ਹੁਣ ਜਦੋਂ ਇਦਾਂ ਦਾ ਮੌਕਾ ਆਉਂਦਾ, ਜਦੋਂ ਵਿੱਚ ਵਿਚਾਲੇ ਵਿਰੋਧ ਦੀਆਂ ਖਬਰਾਂ ਆਉਂਦੀਆਂ, ਤੇ ਹੋ ਸਕਦਾ ਇਸੇ ਚੀਜ਼ ਦਾ ਨੁਕਸਾਨ ਵੀ ਹੋਵੇ। ਜਗਮੀਤ ਸਿੰਘ ਬਰਾੜ ਸਾਹਿਬ ਦੀ ਚਿੱਠੀ ਚਰਚਾ 'ਚ ਹੈ। ਅਕਾਲੀ ਦਲ ਦੇ ਲੀਡਰ ਨੇ ਅੱਜ ਕੱਲ੍ਹ, ਵੈਸੇ ਉਹ ਬੀਬੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ 'ਚ ਵੀ ਰਹੇ ਆ, ਉਹ ਤਿਵਾੜੀ ਕਾਂਗਰਸ 'ਚ ਵੀ ਰਹੇ ਆ। ਐਨਡੀ ਤਿਵਾੜੀ ਹੋਰਾਂ ਨੇ ਜਦੋਂ ਕਾਂਗਰਸ ਪਾਰਟੀ ਤੋਂ ਵੱਖਰੇ ਹੋ ਕੇ ਧਿਰ ਬਣਾਈ ਸੀ, ਕਾਂਗਰਸ 'ਚ ਵੀ ਬਹੁਤ ਲੰਬਾ ਸਮਾਂ ਰਹੇ ਆ। ਅੱਜ ਕੱਲ੍ਹ ਸ਼੍ਰੋਮਣੀ ਅਕਾਲੀ ਦਲ 'ਚ ਨੇ, ਵਿਧਾਨ ਸਭਾ ਦੀ ਟਿਕਟ ਅਕਾਲੀ ਦਲ ਨੇ ਦਿੱਤੀ ਸੀ ਤੇ ਹਾਰ ਗਏ। ਉਹ ਜਗਮੀਤ ਸਿੰਘ ਬਰਾੜ ਸਾਹਿਬ ਦੀ ਚਿੱਠੀ ਹੈ ਸੰਗਰੂਰ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਦੀ, ਹੁਣ ਚਰਚਾ ਦੇ ਵਿੱਚ ਦੁਬਾਰਾ ਤੇ ਉਹ ਮੰਨਿਆ। ਉਹਨਾਂ ਨੇ ਉਸ ਚਿੱਠੀ 'ਚ ਕੁਝ ਸੁਝਾਅ ਦਿੱਤੇ। ਉਹ ਕਹਿੰਦੇ ਜੀ ਮੈਂ ਇੱਕ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਸਪਸ਼ਟ ਕਰਨੀ ਚਾਹੁੰਦਾ। ਹੁਣ ਉਹ ਸੁਝਾਅ ਕੀ ਆ? ਉਹ ਕਹਿੰਦੇ ਜੀ ਦੇਖੋ, ਟੱਬਰਵਾਦ ਦੀ ਰਾਜਨੀਤੀ ਤੋਂ ਬਾਹਰ ਆਇਆ ਜਾਵੇ, ਕਾਰਜਕਾਲ 10 ਸਾਲ ਵੱਧ ਤੋਂ ਵੱਧ ਹੋਣਾ ਚਾਹੀਦਾ, ਕਿ ਵੱਧ ਤੋਂ ਵੱਧ ਕਾਰਜਕਾਲ ਜਿਹੜਾ ਹੈ ਨਾ 10 ਸਾਲ ਹੋਵੇ, 10 ਤੋਂ ਉੱਪਰ ਨਾ ਹੋਵੇ, ਫਿਰ ਉਸ ਤੋਂ ਬਾਅਦ ਕੋਈ ਹੋਰ ਅਹੁਦੇਦਾਰ ਹੋਵੇ। ਫਿਰ ਇਹ ਵੀ ਗੱਲ ਆਖੀ ਗਈ ਕਿ ਬੀਬੀ ਕਿਰਨਜੋਤ ਕੌਰ ਤੇ ਕਈ ਹੋਰ ਪੁਰਾਣੇ ਪਰਿਵਾਰਾਂ ਦੀ ਗੱਲ ਕੀਤੀ। ਕਹਿੰਦੇ ਜੀ ਸ਼੍ਰੋਮਣੀ ਕਮੇਟੀ ਤੇ ਪੰਥਕ ਮਸਲਿਆਂ ਦੇ ਵਿੱਚ ਉਹਨਾਂ ਨੂੰ ਅੱਗੇ ਲੈ ਕੇ ਆਓ, ਗੱਲ ਫੇਰ ਬਣਦੀ ਆ। ਤੇ ਨਾਲ ਦੀ ਨਾਲ ਇੱਕ ਐਲਾਨਨਾਮੇ ਦਾ ਵੀ ਜ਼ਿਕਰ ਕੀਤਾ। ਕਹਿੰਦੇ ਜੀ ਅਕਾਲੀ ਦਲ ਮੁੜ ਕੇ ਉਧਰਲੇ ਪਾਸੇ ਬਹੁਤਾ ਕੁਝ ਨਹੀਂ ਕਰ ਸਕਿਆ, ਸਾਨੂੰ ਉਧਰ ਜਾਣਾ ਚਾਹੀਦਾ। ਬੀਬੀ ਕਿਰਨਜੀਤ ਕੌਰ ਦੇ ਬਾਰੇ ਸੰਧਾਲੀਆ ਸਾਹਿਬ ਤੁਹਾਨੂੰ ਪਤਾ ਹੋਣਾ ਕਿ ਬੀਬੀ ਕਿਰਨਜੋਤ ਕੌਰ ਇੱਕ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਇਜਲਾਸ 'ਚ ਬੋਲਣ ਲੱਗੇ ਸੀ, ਮਾਈਕ ਬੰਦ ਕਰ ਦਿੱਤਾ ਗਿਆ ਸੀ ਕਿ ਹੁਣ ਨਹੀਂ ਬੋਲ ਸਕਦੇ। ਉਹ ਬਹੁਤ ਵਾਰ ਵਿਭਾਗ ਗੱਲਾਂ ਵੀ ਕਰਦੇ ਹੁੰਦੇ ਆ। ਤੇ ਹੁਣ ਜਦੋਂ ਜਗਮੀਤ ਸਿੰਘ ਬਰਾੜ ਹੋਰਾਂ ਨੇ ਕਿਹਾ ਕਿ ਪਾਰਟੀ 'ਚ ਆ, ਨਾਰਾਜ਼ਗੀ ਕਿਸੇ ਨਾਲ ਕੋਈ ਨਹੀਂ, ਪ੍ਰਧਾਨ ਇਹੀ ਰਹਿਣ, ਕੋਈ ਚੱਕਰ ਨਹੀਂ, ਪਰ ਘੱਟੋ ਘੱਟ ਇਹਨਾਂ ਨੁਕਤਿਆਂ ਦੇ ਉੱਤੇ ਕਹਿੰਦੇ ਗੱਲਬਾਤ ਜ਼ਰੂਰ ਹੋਣੀ ਚਾਹੀਦੀ ਹੈ ਜੇ ਪਾਰਟੀ ਦੀ ਹੋਂਦ ਨੂੰ ਭਵਿੱਖ ਦੇ ਵਿੱਚ ਆਪਾਂ ਕਾਇਮ ਰੱਖਣਾ। ਤਾਂ ਪਹਿਲਾਂ ਅਯਾਲੀ ਸਾਹਿਬ, ਫਿਰ ਚੰਦੂ ਮਹਾਰਾਜ ਸਾਹਿਬ ਤੋਂ ਚਲੋ ਮੰਨ ਗਏ, ਫਿਰ ਦੁਆਬੇ ਤੋਂ ਇੱਕ ਲੀਡਰ ਸਾਹਿਬ, ਤੇ ਹੁਣ ਜਿਸ ਤਰੀਕੇ ਆਹ ਗੱਲਾਂ ਬਾਤਾਂ ਜਿਹੜੀਆਂ ਜਗਮੀਤ ਸਿੰਘ ਬਰਾੜ ਹੋਰਾਂ ਨੇ ਆਖੀਆਂ, ਕਿਉਂਕਿ ਆਖੀਆਂ ਬਹੁਤ ਉਹਨਾਂ ਨੇ ਸੌਫਟ ਜਿਹਾ, ਸੂਖਮ ਜਿਹਾ ਢੰਗ ਦੇ ਨਾਲ, ਨਰਮੀ ਜਿਹੀ ਨਾ, ਕਿ ਕਿਤੋਂ ਨਾ ਲੱਗੇ ਵਿਰੋਧ ਕਰਦੇ ਆ, ਪਰ ਮਾਇਨੇ ਕੱਢਣ ਵਾਲੇ ਤਾਂ ਕੱਢ ਰਹੇ ਆ। ਚਲੋ ਗੱਲ ਤੇ ਉੱਥੇ ਹੀ ਆ ਜਾਣੇ ਵੀ ਹੁਣ ਜਦੋਂ ਢਾਂਚਾ ਭੰਗ ਹੋ ਗਿਆ, ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਿਰਫ ਪ੍ਰਧਾਨ ਨੇ, ਇਸ ਤੋਂ ਇਲਾਵਾ ਥੱਲੇ ਹੋਰ ਕੋਈ ਅਹੁਦੇਦਾਰ ਹੈ ਨਹੀਂ ਪੂਰੇ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਵੀ। ਦੁਬਾਰਾ ਉਹ ਬੁਣਤੀ ਬੁਣੀ ਜਾਣੀ ਆ, ਤੇ ਉਸ ਬੁਣਤੀ ਤੋਂ ਬਾਅਦ ਹੁਣ ਦੁਬਾਰਾ ਕਿਹੋ ਜਿਹਾ ਢਾਂਚਾ ਨਿਕਲ ਕੇ ਆਉਂਦਾ, ਫਿਰ ਆਪਾਂ ਉਹਦੇ ਤੇ ਵੀ ਗੱਲ ਕਰ ਲਵਾਂਗੇ। ਪਰ ਇੱਕ ਇਤਰਾਜ਼ ਉਜਰ ਜਿਹੜਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤਾ, ਉਹ ਕਹਿੰਦੇ ਵੀ ਪਹਿਲੀ ਵਾਰ ਮੈਂ ਵੇਖਦਾ ਪਿਆ ਵੀ ਅੱਧੀ ਦਰਜਨ ਮੁੱਖ ਮੰਤਰੀ ਨੇ ਕਹਿੰਦੇ ਵੀ ਪੰਜਾਬ ਦੇ ਵਿੱਚ, ਫਿਰ ਉਹ ਜ਼ਿਕਰ ਵੀ ਕਰਦੇ ਨੇ। ਉਹ ਕਹਿੰਦੇ ਵੀ ਇੱਕ ਤਾਂ ਮਾਨ ਸਾਹਿਬ ਹੋ ਗਏ, ਫਿਰ ਕੇਜਰੀਵਾਲ ਸਾਹਿਬ ਹੋ ਗਏ, ਫਿਰ ਰਾਘਵ ਚੱਡਾ ਜੀ ਹੋ ਗਏ, ਫਿਰ ਉਹ ਮਾਨ ਸਾਹਿਬ ਦੀ ਧਰਮ ਪਤਨੀ ਦਾ ਨਾਮ ਵੀ ਲੈਂਦੇ ਨੇ, ਉਹਨਾਂ ਦੇ ਮਾਤਾ ਜੀ ਦਾ ਨਾਮ ਵੀ ਲੈਂਦੇ ਨੇ। ਉਹ ਕਹਿੰਦੇ ਵੀ ਜਦੋਂ ਇੰਨੇ ਕੁ ਥਾਵਾਂ ਦੇ ਉੱਪਰ ਜਾ ਕੇ ਕਿਤੇ ਨਾ ਕਿਤੇ ਆਰਡਰ ਆਉਂਦੇ ਹੋਣ, ਜਾਂ ਕਹਿ ਲਓ ਕਿ ਵੀ ਸੱਤਾ ਵੰਡੀ ਹੋਵੇ, ਤੇ ਫਿਰ ਇਹੋ ਕੁਛ ਹੀ ਹੁੰਦਾ ਜੋ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਿਹਾ। ਇਹ ਇਲਜ਼ਾਮ ਹੈ ਉਹਨਾਂ ਦਾ, ਉਹਦੇ 'ਚ ਸੱਚ ਝੂਠ ਕੀ ਹੈ ਤੇ ਪਤਾ ਨਹੀਂ। ਸੰਧਾਲੀਆ ਸਾਹਿਬ ਦੇਖੋ, ਜਦੋਂ 6 ਮੁੱਖ ਮੰਤਰੀਆਂ ਦੀ ਗੱਲ ਚੱਲੀ, ਪਹਿਲਾਂ ਸੁਪਰ ਸੀਐਮ ਦੀ ਗੱਲ ਚੱਲਦੀ ਹੁੰਦੀ ਸੀ ਕਿ ਭਾਈ ਕਈ ਬੰਦੇ ਸੁਪਰ ਸੀਐਮ ਦੇ ਤੌਰ ਤੇ ਪੰਜਾਬ 'ਚ ਵਿਚਰ ਰਹੇ ਆ, ਸੀਐਮ ਸਾਹਿਬ ਦੀ ਤਾਂ ਬਹੁਤੀ ਨਹੀਂ ਚੱਲਦੀ। ਚਲੋ ਇਹਨਾਂ ਨੇ ਕਹਿ ਦਿੱਤਾ ਕਿ 6 ਮੁੱਖ ਮੰਤਰੀ ਨੇ। ਹੁਣ ਆਮ ਆਦਮੀ ਪਾਰਟੀ ਵੱਲੋਂ ਰਿਐਕਸ਼ਨ ਕੀ ਆਉਂਦਾ ਹੈ, ਕੀ ਨਹੀਂ ਆਉਂਦਾ ਹੈ, ਪਰ ਹੁਣ ਇੰਨੀ ਗੱਲ ਜ਼ਰੂਰ ਹੈ ਕਿ ਭਾਈ ਆਪਣੀ ਸਥਿਤੀ ਸੁਧਾਰੋ, ਆਪਣਾ ਲੋਕਾਂ ਦੇ ਵਿੱਚ ਅਕਸ ਨਿਖਾਰੋ। ਲੋਕਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਲਾ ਕੇ ਸੁੱਟਿਆ, ਕਿਉਂ ਇਸ ਤਰੀਕੇ ਖੂੰਜੇ ਲਾਇਆ, ਕਿਉਂ ਇਸ ਤਰੀਕੇ ਸੀਟਾਂ ਗਵਾਚੀਆਂ? ਕਿਉਂਕਿ ਜੇ ਇਕੱਲੀ ਵਿਰੋਧ ਦੀ ਰਾਜਨੀਤੀ ਕਰਦੇ ਨਾ ਤਾਂ ਸ਼ਾਇਦ ਪੰਜਾਬ ਦੇ ਲੋਕ ਐਕਸੈਪਟ ਨਹੀਂ ਕਰਨਗੇ। ਹਾਂ, ਜੇ ਠੀਕ ਰਾਜਨੀਤੀ ਕੀਤੀ, ਰਾਜਨੀਤਿਕ ਤੌਰ ਦੇ ਉੱਤੇ ਹਾਂ ਪੱਖ ਨਾਲ ਚੱਲੇ, ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਿਹਾ, ਤੇ ਕੋਈ ਪਤਾ ਨਹੀਂ ਹੁੰਦਾ। ਸੰਧਾਲੀਆ ਸਾਹਿਬ ਵਿਧਾਨ ਸਭਾ ਦੀਆਂ ਚੋਣਾਂ ਆਪ ਨੇ ਜਿੱਤੀਆਂ, ਸੰਗਰੂਰ ਦੀ ਸੀਟ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿੱਤੀ ਹੈ। ਲੋਕ ਸਭਾ ਚੋਣਾਂ 'ਚ ਕੋਈ ਭਰੋਸਾ ਥੋੜ੍ਹੀ ਹੈ, ਪਰ ਹਾਂ ਲੋਕਾਂ ਦੀਆਂ ਆਸਾਂ ਦੇ ਉੱਤੇ ਖਰੇ ਕਿੱਦਾਂ ਉਤਰਨਾ, ਇਹ ਵਿਚਾਰਨਾ ਪਊਗਾ। ਹਾਂ, ਤੇ ਹੁਣ ਫਿਰ ਤੁਸੀਂ ਡਰਾਉਨੇ ਆ ਨਾ ਲੋਕ ਸਭਾ ਵੋਟਾਂ 'ਚ ਕੀ ਪਤਾ ਕੀ ਹੋਣਾ। ਇਹਦਾ ਮਤਲਬ ਫਿਰ ਬਠਿੰਡੇ ਵਾਰ-ਵਾਰ ਆਉਂਦੇ ਨੇ ਲੀਡਰ ਸਾਹਿਬ ਦਿੱਲੀੋਂ ਚੱਲ ਕੇ, ਪਹਿਲਾਂ ਹਰਦੀਪ ਸਿੰਘ ਪੁਰੀ ਹੋਰੀ ਆਏ, ਫਿਰ ਹੋਰ ਮੰਤਰੀ ਸਾਹਿਬਾਨ ਆਏ, ਹੁਣ 2-3 ਦਿਨ ਦਾ ਸਿਖਲਾਈ ਕੈਂਪ, ਸਿਖਲਾਈ ਸ਼ਿਵਰ ਚੱਲਦਾ ਪਿਆ, ਉਹ ਵੀ ਬਠਿੰਡੇ ਚੱਲਦਾ ਪਿਆ। ਤੇ ਬੀਜੇਪੀ ਜਿਸ ਹਿਸਾਬ ਨਾਲ ਆਪਣੇ ਆਪ ਨੂੰ ਮਾਲਵੇ ਵਾਲੇ ਪਾਸੇ ਨੂੰ ਤੋਰ ਕੇ ਬੈਠੀ ਆ, ਤੇ ਉੱਥੇ ਹੀ ਹਰੇਕ ਸਰਗਰਮੀ ਚੱਲਦੀ ਆ, ਉਹਦੇ ਤੋਂ ਜਾਪਦਾ ਤੇ ਇਹ ਆ ਵੀ 2024 ਦੇ ਹਿਸਾਬ ਨਾਲ ਉਹਨਾਂ ਨੇ ਆਪਣੀ ਤਿਆਰੀ ਰੱਖੀ। ਹੋਰ ਉਹ ਆਂਦੇ ਕਿਸੇ ਗੱਲ 'ਚ ਨਹੀਂ ਆਉਣ ਦੀ ਲੋੜ, ਆਪਾਂ ਨੂੰ ਆਪਣੇ ਟਰੈਕ ਤੇ ਚੱਲਣਾ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਕਿਸੇ ਨੂੰ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਬਠਿੰਡੇ ਦੇ ਵਿੱਚ 3 ਦਿਨਾਂ ਟ੍ਰੇਨਿੰਗ ਸੈਂਟਰ ਚੱਲ ਰਿਹਾ ਭਾਜਪਾ ਦਾ। ਸਾਰੇ ਪੰਜਾਬ ਸੂਬੇ ਦੇ ਅਧਿਕਾਰੀ, ਲੀਡਰ, ਵੱਡੇ ਛੋਟੇ ਵਰਕਰ ਉੱਥੇ ਪੁੱਜੇ ਹੋਏ ਨੇ।
ਟ੍ਰੇਨਡ ਕੀਤਾ ਜਾ ਰਿਹਾ ਉੱਥੇ ਕਿ ਭਾਈ ਇਸ ਤਰੀਕੇ ਕੇਂਦਰ ਸਰਕਾਰ ਦੀ ਗੱਲ ਰੱਖਣੀ ਹੈ, ਆਹ ਮੁੱਦੇ ਪੰਜਾਬ ਦੇ ਵਿੱਚ ਉਭਾਰਨੇ ਆ, ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਵੱਧ ਤੋਂ ਵੱਧ ਕਰਨੀ ਹੈ, ਇਸ ਤਰੀਕੇ ਪ੍ਰਚਾਰ ਕਰਨਾ, ਇਹਨਾਂ ਸਵਾਲਾਂ ਦਾ ਆਹ ਜਵਾਬ ਦੇਣਾ। ਟ੍ਰੇਨਿੰਗ ਹੁੰਦੀ ਹੈ ਕਿ ਤੁਸੀਂ ਲੋਕਾਂ 'ਚ ਵਿਚਰਨਾ ਕਿੱਦਾਂ। ਪਰ ਜੇ ਕੋਈ ਬੰਦਾ ਇਹ ਆਖੇ ਜੀ ਦੇਖੋ ਬਠਿੰਡੇ ਤੋਂ ਬੀਬੀ ਬਾਦਲ ਨੇ MP ਇਲੈਕਸ਼ਨ ਸਿਰ ਤੇ ਹੈ ਕਿਤੇ ਇਸ ਕਰਕੇ ਤਾਂ ਨਹੀਂ, ਇਹ ਕੋਈ ਪਹਿਲੀ ਵਾਰ ਥੋੜੀ ਹੋਇਆ। ਇਹ ਤਾਂ ਹੁਣ ਗੱਠਜੋੜ ਟੁੱਟਿਆ। ਅਗਲਿਆਂ ਦਾ ਹੱਕ ਬਣਦਾ ਕਿ ਭਾਈ ਉਹ ਸਾਰੇ ਪੰਜਾਬ ਜਿੱਥੇ ਮਰਜ਼ੀ ਪ੍ਰਚਾਰ ਕਰਨ। 60-70 ਸੀਟਾਂ ਮਾਲਵੇ 'ਚ ਨੇ ਵਿਧਾਨ ਸਭਾ ਦੀਆਂ, 8-9 MP ਉੱਥੋਂ ਬਣ ਕੇ ਆਉਂਦੇ ਆ, ਅਗਲਿਆਂ ਨੇ ਯਤਨ ਕਰਨਾ ਹੈ। ਪਰ ਦੂਸਰੇ ਪਾਸੇ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਧਿਆਨ ਮੰਗਦੀ ਹੈ ਕਿ ਜਦੋਂ ਇਹਨਾਂ ਦਾ ਗੱਠਜੋੜ ਵੀ ਹੁੰਦਾ ਸੀ, ਤੁਹਾਨੂੰ ਯਾਦ ਹੋਣਾ ਸੰਧਾਲੀਆ ਸਾਹਿਬ, ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੈ, ਲੰਬੀ ਹਲਕੇ ਤੋਂ ਉਹਨਾਂ ਨੇ ਖਾਸ ਬਿਆਨ ਦਿੱਤਾ ਸੀ ਬੀਜੇਪੀ ਦੇ ਇੱਕ ਲੀਡਰ ਨੇ ਕਿ ਸਾਨੂੰ ਲੰਬੀ ਜੋ ਬੜਾ ਹੁੰਗਾਰਾ ਮਿਲਿਆ। ਤੇ ਲੰਬੀ ਵਿਧਾਨ ਸਭਾ ਹਲਕੇ 'ਚੋਂ ਪ੍ਰਕਾਸ਼ ਸਿੰਘ ਬਾਦਲ ਉਦੋਂ ਨੁਮਾਇੰਦਗੀ ਕਰਦੇ ਸੀ, ਐਤਕੀ ਤਾਂ ਚਲੋ ਇਲੈਕਸ਼ਨ ਹਾਰ ਗਏ ਆ। ਜਾਣੀ ਲੰਬੀ ਦੇ ਵਿੱਚ ਜੇ ਜਾ ਕੇ ਉਦੋਂ ਹੀ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਸੀ ਕਿ ਆਪਣੇ ਪੈਰ ਮਜ਼ਬੂਤ ਕਰੀਏ। ਅੱਜ ਤਾਂ ਉਹ ਇਕੱਲੇ ਹੀ ਨੇ, ਇਕੱਲੇ ਹੀ ਸਿਆਸੀ ਤੌਰ ਦੇ ਉੱਤੇ ਸਾਰਾ ਕੁਝ ਕਰਦੇ ਆ, ਤਾਂ ਫਿਰ ਕੋਸ਼ਿਸ਼ ਤਾਂ ਅਗਲਿਆਂ ਕਰਨੀ ਹੈ ਕਿ ਭਾਈ ਮਾਲਵੇ ਦੇ ਵਿੱਚ ਮਜ਼ਬੂਤ ਹੋਈਏ। ਨਹੀਂ ਦੇਖੋ ਜੋ ਮਰਜ਼ੀ ਆ, ਆਪਾਂ ਤਾਂ ਸਿਰਫ ਇੱਕ ਇਸ਼ਾਰਾ ਕੀਤਾ ਵੀ ਜਿੱਦਾਂ ਬੀਜੇਪੀ ਨੇ ਪਹਿਲਾਂ ਤੇ ਆਮ ਤੌਰ ਤੇ ਅੰਮ੍ਰਿਤਸਰ ਆਉਂਦੇ ਹੁੰਦੇ ਸੀ, ਹੁਣ ਜੇ ਆਪਾਂ ABC ਦੇ ਹਿਸਾਬ ਨਾਲ ਵੇਖੀਏ ਤੇ A ਤੋਂ ਬਾਅਦ B ਤੋਂ ਬਠਿੰਡਾ ਬਣਦਾ, ਤੇ ਹੁਣ ਜਿੱਦਾਂ ਹਰੇਕ ਜਹਾਜ਼ ਬਠਿੰਡੇ ਜਾ ਕੇ ਲੈਂਡ ਕਰਦਾ ਤੇ ਸਰਗਰਮੀਆਂ ਵੀ ਬਠਿੰਡੇ ਚੱਲਦੀਆਂ ਨੇ। ਰੱਬ ਸੁੱਖ ਰੱਖੇ 2024 'ਚ ਪਤਾ ਨਹੀਂ ਕੀ ਹੋਣਾ। ਦੂਜੀ ਗੱਲ ਇਹ ਆ WhatsApp ਕਿ ਪਿਛਲੇ ਦਿਨੀ ਆਪਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਇੱਕ ਧਿਰ ਵਾਲੇ ਪਾਸਿਓਂ ਦੇਖਿਆ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀ, ਉਹਨਾਂ ਨੇ ਗੈਰ ਰਾਜਨੀਤਿਕ ਨਾਲ ਜੋੜ ਲਿਆ ਸੀ। ਫਿਰ ਉਹਦੇ 'ਚ ਇਲਜ਼ਾਮ ਤਰਾਸ਼ੀ ਹੋਈ ਜੀ ਵੀ ਕੁਛ ਬੰਦੇ ਇੱਦਾਂ ਸੀ, ਕੁਛ ਬੰਦੇ ਉੱਦਾਂ ਸੀ, ਕੁਛ ਚਿੱਠੀਆਂ ਲਿਖਦੇ ਸੀ, ਕੁਛ ਨਾਲ ਰਲ ਕੇ ਸੀ ਜੀ, ਸਲਾਹ ਨਹੀਂ ਹੋਈ ਜੀ। ਬੜਾ ਲੋਕਾਂ ਨੂੰ ਦੁੱਖ ਲੱਗਿਆ ਵੀ ਸਾਲ ਸਵਾ ਸਾਲ ਦੀ ਲੜਾਈ ਸੀ, ਬੜੀ ਡਟ ਕੇ ਤੁਸੀਂ ਲੜੀ, ਤੇ ਹੁਣ ਬਜ਼ੁਰਗੋ ਕਾਹਦੇ ਲਈ ਪਾਟੋ ਧਾੜ ਹੋਈ ਜਾਂਦੇ ਹੋ। ਇੱਕ ਧੜੇ ਨੇ ਉਧਰ ਪ੍ਰੈਸ ਕਾਨਫਰੰਸ ਕਰ ਲਈ, ਹੁਣ ਦੂਸਰੇ ਧੜੇ ਨੇ ਬਾਅਦ 'ਚ ਕੁਝ ਗੱਲਾਂ ਖੋਲੀਆਂ ਨੇ ਜਿਹਦੇ 'ਚ ਰਾਜੇਵਾਲ ਸਾਹਿਬ ਨੇ ਜਿਹੜੀਆਂ ਗੱਲਾਂ ਬਾਤਾਂ ਕਹੀਆਂ, ਜਿੱਦਾਂ ਉਹ ਕਹਿੰਦੇ ਵੀ ਨਾ ਮੈਂ ਕਿਸੇ ਨੂੰ ਚਿੱਠੀ ਲਿਖੀ, ਨਾ ਕੋਈ ਇਹੋ ਜਿਹੀ ਗੱਲ ਹੀ ਸੀ। ਤੇ ਮੈਂ ਤੇ ਉਦੋਂ ਦਾ ਮੁੱਦਾ ਚੁੱਕਦਾ ਫਿਰਦਾ ਜਦੋਂ ਅਜੇ ਕਿਸੇ ਦੇ ਚੇਤੇ 'ਚ ਵੀ ਹੈ ਨਹੀਂ ਸੀ ਵੀ ਇਹੋ ਜਿਹਾ ਕਾਨੂੰਨ ਆਉਣ ਨੂੰ ਫਿਰਦਾ ਜੇ, ਇਹੋ ਜਿਹੀਆਂ ਸਲਾਹਾਂ ਹੁੰਦੀਆਂ ਫਿਰਦੀਆਂ, ਇਹੋ ਜਿਹੀਆਂ ਮੀਟਿੰਗਾਂ ਹੁੰਦੀਆਂ ਫਿਰਦੀਆਂ, ਆਪਾਂ ਇਕੱਠੇ ਹੋ ਜਾਈਏ। ਤੇ ਕਹਿੰਦੇ ਜੇ ਮੈਂ ਉਦੋਂ ਮੁੱਢ ਬੰਨ੍ਹਦਾ ਸੀ ਸਾਰੇ ਕੁਛ ਦਾ, ਤੇ ਬਾਅਦ 'ਚ ਜਾ ਕੇ ਮੈਂ ਚਿੱਠੀਆਂ ਲਿਖ ਕੇ ਤੇ ਮੈਂ ਕਿਤੇ ਸਲਾਹਾਂ ਥੋੜ੍ਹਾ ਕਰਕੇ ਸਾਰਾ ਕੁਛ ਨਿਬੇੜਨਾ ਸੀ। ਜੇ ਮੈਂ ਉਹੀ ਕੰਮ ਕਰਨਾ ਸੀ ਤੇ ਫਿਰ ਮੈਨੂੰ ਲੋੜ ਕੀ ਸੀ ਪਹਿਲਾਂ ਮੁੱਢ ਬੰਨਣ ਦੀ। ਮੈਂ ਚੁੱਪ ਕੀਤਾ ਰਹਿੰਦਾ ਜਦੋਂ ਬਾਕੀ ਚੁੱਪ ਕੀਤੇ ਸੀ। ਉਹਨਾਂ ਨੇ ਆਪਣਾ ਪੱਖ ਰੱਖਿਆ, ਨਾਲ ਉਹਨਾਂ ਨੇ ਇਹ ਵੀ ਇਸ਼ਾਰਾ ਜਿਹਾ ਕੀਤਾ ਵੀ ਏਕੇ ਦੀਆਂ ਸੰਭਾਵਨਾਵਾਂ ਚੱਲਦੀਆਂ ਪਈਆਂ, ਹੁੰਦਾ ਨਹੀਂ ਹੁੰਦਾ ਇਹ ਟਾਈਮ ਦੱਸੋ। ਸੰਧਾਲੀਆ ਸਾਹਿਬ ਦੇਖੋ, ਏਕਾ ਹੋ ਜਾਏ ਚੰਗਾ, ਜੇ ਕਿਸੇ ਨੇ ਬੇਈਮਾਨੀ ਕੀਤੀ ਹੈ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਆਉਣਾ ਚਾਹੀਦਾ। ਕੋਈ ਬੰਦਾ ਮਾਫੀ ਮੰਗ ਲੇ ਜੇ ਗਲਤੀ ਹੋਈ ਹੈ। ਇੱਕ ਗੱਲ ਪੱਕੀ ਹੈ ਰਾਜੇਵਾਲ ਸਾਹਿਬ ਦੀ ਕਿ ਉਹਨਾਂ ਨੇ ਬਾਕੀ ਸਾਰੀਆਂ ਯੂਨੀਅਨਾਂ ਤੋਂ ਪਹਿਲਾਂ ਕੰਮ ਸ਼ੁਰੂ ਕਰਤਾ ਸੀ, ਲਾਮਬੰਦੀ ਦਾ, ਸਾਰਿਆਂ ਨੂੰ ਇੱਕ ਕਰਨ ਦਾ। ਤੇ ਜਦੋਂ ਰਾਜੇਵਾਲ ਸਾਹਿਬ ਬਿਆਨ ਦਿੰਦੇ ਹੁੰਦੇ ਸੀ, ਭਾਸ਼ਣ ਦਿੰਦੇ ਸੀ, ਤੇ ਜਦੋਂ ਕਹਿੰਦੇ ਹੁੰਦੇ ਸੀ ਕਿ ਸ਼ਾਂਤੀ ਨਾਲ ਰਿਓ, ਗੈਰ ਹਿੰਸਕ ਰਿਓ, ਸ਼ਾਂਤੀ ਨਾਲ ਰਹੋਗੇ ਜਿੱਤ ਜਾਓਗੇ, ਨਹੀਂ ਤਾਂ ਹਾਰ ਜਾਓਗੇ, ਲੋਕ ਸੁਣਦੇ ਹੁੰਦੇ ਸੀ, ਲੋਕ ਅਮਲ ਕਰਦੇ ਸੀ, ਸਿਖਰ ਤੇ ਸੀ ਪੋਪੂਲੈਰਿਟੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਚੋਣਾਂ 'ਚ ਉਹਨਾਂ ਨੇ ਖੜੇ ਹੋਣ ਦਾ ਐਲਾਨ ਕਰਤਾ। ਕੁਝ ਧਿਰਾਂ ਨਾਲ, ਕੁਝ ਨਾਲ ਨਹੀਂ ਸੀ। ਜਿਹੜੀਆਂ ਨਾਲ ਸੀ ਉਹਨਾਂ ਦੇ ਵਿੱਚੋਂ ਵੇਚਦੀਆਂ ਭੱਜ-ਭੁੱਜ ਗਈਆਂ। ਜ਼ਮਾਨਤ ਜ਼ਬਤ ਹੋ ਗਈ ਬਲਵੀਰ ਸਿੰਘ ਰਾਜੇਵਾਲ ਸਾਹਿਬ ਦੀ। ਉਹ ਬਲਵੀਰ ਸਿੰਘ ਰਾਜੇਵਾਲ ਹੋਰੀ ਜਿਹੜੇ ਦਿੱਲੀ ਬੈਠੇ ਕਿਸਾਨ ਮੋਰਚੇ ਦੇ ਵਿੱਚੋਂ ਇੱਕ ਹੋਕਾ ਦਿੰਦੇ ਹੁੰਦੇ ਸੀ, ਤੇ ਸਾਰੇ ਪੰਜਾਬ 'ਚ ਟਰਾਲੀਆਂ ਪੰਜਾਬ ਤੋਂ ਇੱਧਰ ਨੂੰ ਦਿੱਲੀ ਵੱਲ ਨੂੰ ਤੁਰ ਪੈਂਦੀਆਂ ਸੀ। ਵੋਟਾਂ 5-7 ਹਜ਼ਾਰ ਪਈਆਂ ਸਾਰੀਆਂ। ਉਹਦੇ ਨਾਲ ਦੋ ਫੜ ਹੋ ਗਿਆ ਕਿਸਾਨ ਮੋਰਚਾ। MSP ਦੇ ਮੁੱਦੇ ਤੇ ਕੇਂਦਰ ਸਰਕਾਰ ਨਾ ਕਰ ਚੁੱਕੀ ਹੈ। ਕਿਸਾਨ ਆਗੂ ਆਪਸ ਦੇ ਵਿੱਚ ਹੀ ਲੜੀ ਜਾਂਦੇ ਆ। ਡੱਲੇਵਾਲ ਸਾਹਿਬ ਨੇ ਜੋ ਕੁਝ ਕਿਹਾ ਸੀ, ਰਾਜੇਵਾਲ ਸਾਹਿਬ ਕਹਿੰਦੇ ਝੂਠ ਬੋਲਦੇ ਆ, ਮੇਰੇ ਕੋਲ ਨਹੀਂ ਆਏ, ਮੈਂ ਨਹੀਂ ਲਿਖੀ ਕੋਈ ਚਿੱਠੀ ਕੇਂਦਰ ਸਰਕਾਰ ਨੂੰ, ਮੇਰੇ ਦਸਖਤ ਦਿਖਾ ਦਿਓ, ਮੈਂ ਜਵਾਬ ਦੇ ਆ। ਕਹਿੰਦੇ ਜੇ ਕੋਈ ਇਦਾਂ ਦਾ ਸਬੂਤ ਨਿਕਲ ਕੇ ਸਾਹਮਣੇ ਆ ਜਾਊ, ਕੀਤਾ ਹੀ ਕੁਛ ਨਹੀਂ ਇਦਾਂ ਦਾ। ਸਮੇਂ ਨੇ ਕਹਿੰਦੇ ਜਵਾਬ ਦੇ ਦੇਣੇ ਸਾਰੇ। ਚਲੋ ਠੀਕ ਹੈ। ਉਹਨਾਂ ਨੇ ਵੀ ਕਿਹਾ ਕੋਈ ਮੀਟਿੰਗ ਨਹੀਂ ਕੀਤੀ ਮੈਂ ਇਦਾਂ ਦੀ, ਮੈਂ ਨਾਲ ਹੀ ਚੱਲਦਾ ਰਿਹਾ ਸੰਯੁਕਤ ਕਿਸਾਨ ਮੋਰਚਾ ਜੋ ਕਹਿੰਦਾ ਰਿਹਾ। ਹੁਣ ਉਹ ਕਹਿੰਦੇ ਪਾਣੀਆਂ ਦੇ ਮੁੱਦੇ ਤੇ ਸੰਘਰਸ਼ ਵਿੱਢਣਾ, ਤੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਜਾਗਰੂਕਤਾ ਵੱਡੀ ਪੱਧਰ ਤੇ ਫੈਲੀ ਸੀ, ਲੋਕ ਇਕੱਠੇ ਹੋ ਗਏ ਸੀ, ਸਰਕਾਰ ਤੋੜਨਾ ਚਾਹੁੰਦੀ ਸੀ ਤੇ ਅਗਲੇ ਸਫਲ ਹੁੰਦੇ ਜਾਪਦੇ ਆ। ਪਰ ਠੀਕ ਗੱਲ ਹੈ ਸੰਧਾਲੀਆ ਸਾਹਿਬ ਤੁਹਾਡੀ, ਉਹਨਾਂ ਨੇ ਵੀ ਇਸ਼ਾਰਾ ਕੀਤਾ ਹੈ, ਕਹਿੰਦੇ ਕੁਝ ਬੰਦੇ ਹੈਗੇ ਆ ਜਿਹੜੇ ਦੋਨਾਂ ਧਿਰਾਂ ਦੇ ਨਾਲ ਸੰਪਰਕ 'ਚ ਹੈ, ਜਿਹੜੇ ਸਾਨੂੰ ਨੇੜੇ ਲਿਆਉਣਾ ਚਾਹੁੰਦੇ ਆ, ਤੇ ਉਮੀਦ ਕਰਦੇ ਆ ਕਹਿੰਦੇ ਜੀ ਇੱਕ ਕੁਰਸੀ ਟੇਬਲ ਦੇ ਦੁਆਲੇ ਜਿਹੜੀ ਲੱਗੀ ਆ ਕਤਾਰ, ਉਹਦੇ ਉੱਤੇ ਅਸੀਂ ਬੈਠੀਏ ਜ਼ਰੂਰ। ਨਹੀਂ ਗੱਲ ਹੈਗੀ ਆ। ਦੇਖੋ ਇੱਕ ਆਪਾਂ ਬੇਨਤੀ ਜ਼ਰੂਰ ਕਰਦੇ ਹਾਂ, ਵੈਸੇ ਤੇ ਉਹ ਬਜ਼ੁਰਗ ਨੇ, ਸਿਆਣੇ ਨੇ ਜੀ, ਉਹਨਾਂ ਨੇ ਉਮਰਾਂ ਲਾਤੀਆਂ ਇਸ ਸਾਰੇ ਕੁਛ ਦੇ ਵਿੱਚ, ਪਰ
ਮੋਟਾ ਜਿਹਾ ਜੋ ਸਾਲ ਸਵਾ ਸਾਲ ਦੇ ਉਸ ਸੰਘਰਸ਼ ਦੇ ਵਿੱਚੋਂ ਨਿਕਲਿਆ ਸੀ ਨਾ, ਉਦੋਂ ਜੇ ਲੋਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਇੱਕ ਆਵਾਜ਼ ਪੈਂਦੀ ਸੀ ਤੇ ਟਰਾਲੀਆਂ ਤੁਰ ਪੈਂਦੀਆਂ ਸੀ, ਉਹ ਇਸ ਕਰਕੇ ਤੁਰਦੀਆਂ ਸੀ, ਲੋਕਾਂ ਨੂੰ ਲੱਗਦਾ ਸੀ ਵੀ ਬਜ਼ੁਰਗ ਉੱਥੇ ਬੈਠੇ ਨੇ, ਇਕੱਠੇ ਹੋ ਕੇ ਬੈਠੇ, ਉਹਨਾਂ ਦਾ ਏਕਾ ਹੈ ਤੇ ਉਹ ਏਕੇ ਦੇ ਵਿੱਚ ਇੱਕੋ ਡਿਮਾਂਡ ਸੀਗੀ ਤੇ ਅਸੀਂ ਨਾਲ ਤੁਰਨਾ ਜੀ। ਉਹਦਾ ਜ਼ਰੂਰ ਖਿਆਲ ਰੱਖਿਆ ਜਾਵੇ ਵੀ ਉਹ ਏਕੇ ਦੀ ਗੱਲ ਸੀਗੀ, ਤੇ ਜੇ ਏਕਾ ਨਾ ਰਿਹਾ ਤੇ ਇਹ ਨਾ ਹੋਵੇ ਉਸ ਤਰ੍ਹਾਂ ਦੀ ਲਹਿਰ ਵੀ ਨਾ ਬਣੇ ਬਾਅਦ 'ਚ। ਦੂਜੀ ਬੇਨਤੀ ਆਪਾਂ ਇਹ ਵੀ ਕਰ ਦਿੰਦੇ ਹਾਂ ਕਿ ਵੀ ਜਿਹੜਾ ਵੋਟਾਂ ਵਾਲਾ ਕੰਮ ਹੈ ਉਹ ਤੁਸੀਂ ਮੰਨ ਕੇ ਚੱਲੋ ਵੀ ਹੁਣ ਗਾਂਹ ਪੱਕਾ ਹੀ ਵਰਕਾ ਪਾੜ ਦਿਓ, ਕਿਉਂਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੇ ਬੜਾ ਕਲੀਅਰ ਕੱਟ ਮੈਸੇਜ ਦੇਤਾ ਵੀ ਸਾਨੂੰ ਪ੍ਰੈਸ਼ਰ ਗਰੁੱਪ ਚਾਹੀਦਾ, ਸਾਨੂੰ ਲੀਡਰ ਨਹੀਂ ਚਾਹੀਦੇ। ਸਿਆਸਤਦਾਨ ਕੁਝ ਹੋਰ ਆਈਟਮਾਂ ਹੁੰਦੀਆਂ ਨੇ, ਪ੍ਰੈਸ਼ਰ ਗਰੁੱਪ ਵਾਲੇ ਬੰਦੇ ਹੋਰ ਹੁੰਦੇ ਨੇ, ਸੰਘਰਸ਼ੀ ਲੋਕ ਹੋਰ ਹੁੰਦੇ ਨੇ। ਸੋ ਸੰਘਰਸ਼ੀ ਲੋਕ ਜਿਹੜੇ ਨੇ ਉਹਨਾਂ ਦੇ ਵੀ ਆਪਣੇ ਥਾਂ ਦੇ ਉੱਪਰ ਕਾਇਮ ਰਹਿਣਾ ਬੜਾ ਜ਼ਰੂਰੀ ਆ। ਕੁਝ ਵੋਟਾਂ ਤੋਂ ਬਾਅਦ ਲੀਡਰਾਂ ਦਾ ਸਿਆਸਤ ਕਰਨਾ ਤੇ ਉਹਨਾਂ ਦਾ ਕੰਮ ਕੁਝ ਹੋਰ ਹੁੰਦਾ, ਉਹਨਾਂ ਨੂੰ ਵੀ ਕਰਦੇ ਰਹਿਣਾ ਚਾਹੀਦਾ। ਸੋ ਅੱਗੇ ਤੋਂ ਜੇ ਮੇਰੇ ਖਿਆਲ ਨਾਲ ਹੁਣ ਉਹਨਾਂ ਦਾ ਦੁਬਾਰਾ ਏਕਾ ਹੁੰਦਾ ਤੇ ਉੱਥੇ ਪੱਕਾ ਹੀ ਇੱਕ ਵਰਕੇ ਦੇ ਉੱਪਰ ਦਸਤਖਤ ਕਰ ਦੇਣਾ ਵੀ ਜੇ ਅਸੀਂ ਹੁਣ ਇਕੱਠੇ ਹੋਏ ਹਾਂ ਤੇ ਅੱਜ ਤੋਂ ਬਾਅਦ ਸਾਡੇ 'ਚੋਂ ਕੋਈ ਬੰਦਾ ਇਲੈਕਸ਼ਨਾਂ ਸਿਆਸਤ ਵਾਲੇ ਪਾਸੇ ਬਿਲਕੁਲ ਨਹੀਂ ਜਾਊਗਾ, ਜੋ ਕੰਮ ਸਾਡੇ ਜਿਵੇਂ ਲੱਗਿਆ ਅਸੀਂ ਬਸ ਉਹੀ ਕਰਨਾ। ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ, ਗਿਣਤੀਆਂ ਮਿਣਤੀਆਂ ਬਹੁਤ ਜ਼ਰੂਰੀ ਨੇ ਕਿਸਾਨ ਆਗੂਆਂ ਦੇ ਲਈ, ਮਜ਼ਦੂਰ ਆਗੂਆਂ ਦੇ ਲਈ। ਖੇਤੀਬਾੜੀ ਪ੍ਰਧਾਨ ਸੂਬਾ, ਖੇਤੀ ਤੋਂ ਬਿਨਾਂ ਪੱਲੇ ਕੁਛ ਨਹੀਂ ਪੰਜਾਬ ਦੇ। ਤੇ ਜਦੋਂ ਖੇਤੀ ਤੋਂ ਬਿਨਾਂ ਪੱਲੇ ਕੁਛ ਨਹੀਂ ਤਾਂ ਇਹਨਾਂ ਜਥੇਬੰਦੀਆਂ ਦਾ ਏਕੇ 'ਚ ਹੋਣਾ, ਮਜ਼ਬੂਤ ਹੋਣਾ, ਸਾਂਝ ਦੇ ਵਿੱਚ ਹੋਣਾ ਬਹੁਤ ਅਹਿਮੀਅਤ ਰੱਖਦਾ, ਕਿਉਂਕਿ ਕੰਮ ਕਰਨ ਵਾਲੇ ਬੜੇ ਨੇ। ਇਕੱਲੀਆਂ ਪ੍ਰੈਸ ਕਾਨਫਰੰਸਾਂ ਇੱਕ ਦੂਜੇ ਤੇ ਦੋਸ਼ ਕਰਨ ਲਈ ਨਹੀਂ ਲਾਉਣੀਆਂ। ਮਹਾਰਾਸ਼ਟਰ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਸੰਧਾਲੀਆ ਸਾਹਿਬ ਲੋਕ ਸਭਾ ਦੇ ਵਿੱਚ ਸਵਾਲ ਪੁੱਛਿਆ। ਇਹ ਸਵਾਲ ਪੰਜਾਬ ਦੇ ਐਮਪੀ ਦਾ ਚਾਹੀਦਾ ਸੀ, ਬੜੇ ਐਮਪੀ ਨੇ ਸਾਡੇ ਕੋਲੇ ਵੱਖ-ਵੱਖ ਪਾਰਟੀਆਂ ਦੇ। ਸਵਾਲ ਕੀ ਪੁੱਛਿਆ ਕਿ ਮੰਤਰੀ ਸਾਹਿਬ, ਤੋਮਰ ਸਾਹਿਬ, ਖੇਤੀਬਾੜੀ ਮਹਿਕਮਾ ਸਾਂਭਦੇ ਹੋ, ਜ਼ਰਾ ਦੱਸਿਓ ਸੋਚ ਕੇ ਵਿਚਾਰ ਕੇ ਅੰਕੜੇ ਕੱਢ ਕੇ ਕਿ ਪੰਜਾਬ ਦੇ ਵਿੱਚ ਬੜੀ ਵਾਰੀ ਸਟੱਡੀ ਹੁੰਦੀ ਆ ਕਿ ਇੰਨੇ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ, ਦੱਸਿਓ ਤਾਂ ਸਨ 2001 ਤੋਂ 18 ਤੱਕ ਕਿੰਨੇ ਕੁ ਪੰਜਾਬੀ ਕਿਸਾਨ ਫਸਲਬਾੜੀ ਦੀ ਤਬਾਹੀ ਦੇ ਕਰਕੇ, ਪੈਸੇ ਚਾਰ ਨਾ ਬਚਣ ਕਰਕੇ, ਕਰਜ਼ੇ ਦੀਆਂ ਪੰਡਾਂ ਦੇ ਕਰਕੇ ਜਹਾਨੋਂ ਚਲੇ ਗਏ। ਮੰਤਰੀ ਸਾਹਿਬ ਕਹਿੰਦੇ ਤਕਰੀਬਨ 1800 18 ਸਾਲਾਂ 'ਚ 2001 ਤੋਂ 18 ਦਾ ਕਹਿੰਦੇ 1800 ਬੰਦਾ ਗਿਆ, ਸਾਲ ਦਾ 100। ਇਹ ਮੰਤਰੀ ਸਾਹਿਬ ਦਾ ਅੰਕੜਾ ਹੈ। ਤੇ ਖੇਤੀਬਾੜੀ ਯੂਨੀਵਰਸਿਟੀ ਦਾ ਸਰਵੇ ਕਹਿੰਦਾ ਕਿ 9200 ਬੰਦਿਆਂ ਦੀ ਮੌਤ ਹੋਈ ਹੈ। ਇੱਕ ਪਾਸੇ 1800 ਨਹੀਂ 2000 ਲਾ ਲਓ, ਦੂਜੇ ਪਾਸੇ 9200 ਆ। 7200 ਲੋਕ ਕੀ ਸਰਕਾਰ ਦੀ ਗਿਣਤੀ 'ਚ ਨਹੀਂ? ਕੀ ਉਹਨਾਂ ਦੀ ਮੌਤ ਨਹੀਂ ਹੋਈ? ਕੀ ਉਹਨਾਂ ਨੇ ਸੁਸਾਈਡ ਨਹੀਂ ਕੀਤਾ? ਕੀ ਉਹ ਖੇਤੀਬਾੜੀ ਦੀ ਮਾੜੀ ਦਸ਼ਾ ਦੇ ਕਰਕੇ ਪਰੇਸ਼ਾਨ ਨਹੀਂ ਸੀ, ਜਾਂ ਫਿਰ ਉਹ ਹੋਰ ਤਰੀਕੇ ਦੇ ਨਾਲ ਗਏ ਨੇ ਇਸ ਕਰਕੇ ਉਹ ਲਾਈਨ 'ਚ ਨਹੀਂ ਆਉਂਦੇ? ਤੇ ਇੱਥੇ ਜਦੋਂ ਪੁੱਛਿਆ ਗਿਆ ਰਾਜੇਵਾਲ ਸਾਹਿਬ ਨੂੰ, ਰਾਜੇਵਾਲ ਸਾਹਿਬ ਖੇਤੀਬਾੜੀ ਯੂਨੀਵਰਸਿਟੀ 9200 ਕਹਿੰਦੀ ਹੈ, ਮੰਤਰੀ ਸਾਹਿਬ 1800 ਕਹਿੰਦੇ ਆ, ਕੀ ਲੱਗਦਾ? ਉਹ ਕਹਿੰਦੇ ਦੇਖੋ, ਜਿੰਨੇ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਆ ਕਿ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਉਹਦੇ ਤੋਂ ਵੀ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਰਿਪੋਰਟ ਹੀ ਨਹੀਂ ਹੋਏ ਮਸਲੇ। ਹੁਣ ਜੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਤਿੰਨ ਤਰ੍ਹਾਂ ਦੀ ਆ। ਬੜੀ ਵਾਰੀ ਅਸੀਂ ਸੁਣਦੇ ਆ 1947 ਦੇ ਵਿੱਚ ਦੇਸ਼ ਦੀ ਵੰਡ ਹੋਈ, ਉਜਾੜਾ ਹੋਇਆ, ਤਕਰੀਬਨ ਇੰਨੇ ਲੱਖ ਲੋਕ ਮਾਰੇ ਗਏ। ਤਕਰੀਬਨ ਸ਼ਬਦ ਹੁੰਦਾ ਨਾ, ਉਹ ਤਾਂ ਪੁਰਾਣੀ ਗੱਲ ਹੈ। ਇਹ ਤਾਂ ਇੱਥੇ ਆਪਣੇ ਪਿੰਡਾਂ ਦੀ, ਘਰਾਂ ਦੀ, ਆਂਢ ਗੁਆਂਢ ਦੀ ਗੱਲ ਹੈ। ਆਪਾਂ ਸਾਰਿਆਂ ਨੂੰ ਪਤਾ ਹੁੰਦਾ। ਤੇ ਜੇ ਸਾਡੇ ਕੋਲੇ ਉਹ ਵੀ ਅੰਕੜੇ ਹੈ ਨਹੀਂ, ਸਾਡੇ ਕੋਲੇ ਕੋਵਿਡ ਦੌਰਾਨ ਮਰਨ ਵਾਲੇ ਮਜ਼ਦੂਰਾਂ ਦੇ ਅੰਕੜੇ ਵੀ ਹੈ ਨਹੀਂ, ਸਾਡੇ ਕੋਲੇ ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਅੰਕੜੇ ਵੀ ਹੈ ਨਹੀਂ। ਸੰਧਾਲੀਆ ਸਾਹਿਬ, ਅੰਕੜਾ ਵਿਗਿਆਨ ਦੇ ਵਿੱਚ ਆਪਾਂ ਬਹੁਤੇ ਪਿੱਛੇ ਨਹੀਂ। ਦੇਖੋ, ਕਾਰਨ ਇਹ ਆ ਵੀ ਜਾਂ ਤੇ ਤੁਸੀਂ ਇਹ ਲਿਖ ਕੇ ਲਾ ਦਿਓ ਵੀ ਜੇ ਤੁਸੀਂ ਹਿਸਾਬ ਕਿਤਾਬ ਕਰੋਗੇ ਮਰਨ ਵਾਲੇ ਬੰਦਿਆਂ ਦਾ ਤੇ ਇੱਥੇ ਜਾਂ ਅਗਲੇ ਪਾਸੇ ਕਰੋੜਾਂ ਰੁਪਈਆ ਮਿਲੂਗਾ ਜਾਂ ਉਹਦੇ ਚੋਂ ਹਿੱਸਾ ਪੱਤੀ ਮਿਲੂਗੀ, ਫੇਰ ਤੇ ਕਰ ਦਾਂਗੇ ਇਹ ਗਿਣਤੀ। ਤੇ ਜੇ ਤੁਸੀਂ ਐਂ ਕਹਿਣਾ ਵੀ ਵੀਰ ਮੇਰਾ ਤੂੰ ਕਾਗਜ਼ੀ ਕਾਲੇ ਕਰੀ ਆ, ਫੇਰ ਇਹੋ ਜਿਹੇ ਕੰਮ ਕਰਨ ਵਾਲਾ ਮੈਨੂੰ ਮਹਿਕਮਾ ਲੱਭਾ ਨਹੀਂ, ਇਹ ਤਾਂ ਕੋਈ ਵੀ ਹੈਗਾ। ਹਾਂ, ਖਾਣ ਪੀਣ ਵਾਲਾ ਜਿਹਦੇ 'ਚ ਕੰਮ ਚੱਲਦਾ ਉਹਦੇ 'ਚ ਅਸੀਂ ਕਰਾ ਦਿੰਦੇ ਗਿਣਤੀ। ਗੱਲ ਕਰੋ ਕਿਹੜੀ ਚੀਜ਼ ਦੀ ਕਰਾਉਣੀ, ਆਟੇ ਵਾਲੀਆਂ ਬੋਰੀਆਂ ਗਣਾਉਣੀਆਂ ਸਵੇਰੇ ਗਣਾ ਦਿੰਦੇ। ਨਹੀਂ, ਗੱਲ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ। ਬਾਕੀ ਇੱਕ ਸਲਾਹ ਸਾਡੀ ਕਾਂਗਰਸ ਪਾਰਟੀ ਵਾਲੇ ਲੀਡਰਾਂ ਨੂੰ ਹੋਰ ਹੈਗੀ ਆ ਕਿ ਭਾਈ ਲੋਕ ਸਭਾ ਦਾ ਰਾਜ ਸਭਾ ਦਾ ਸੈਸ਼ਨ ਚੱਲਦਾ, ਮਹਿੰਗਾ ਬੜਾ, ਇੱਕ ਸਕਿੰਟ ਤੇ ਲੱਖਾਂ ਰੁਪਈਆ ਲੱਗਦਾ। ਤੇ ਹੁਣ ਬੀਬੀ ਜੀ ਦ੍ਰੋਪਦੀ ਮੁਰਮੂ ਜੀ ਨਵੇਂ ਰਾਸ਼ਟਰਪਤੀ ਬਣੇ ਆ, ਸਹੁੰ ਚੁੱਕ ਲਈ, ਕੰਮਕਾਰ ਸਾਂਭ ਲਿਆ। ਉਹਨਾਂ ਦੇ ਬਾਰੇ ਕਾਂਗਰਸ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਯਾਨੀ ਕਿ ਸੰਸਦ ਦੇ ਵਿੱਚ ਟਿੱਪਣੀ ਕਰਤੀ। ਭਾਰਤੀ ਜਨਤਾ ਪਾਰਟੀ ਵਾਲੇ ਟੁੱਟ ਕੇ ਪੈ ਗਿਆ, ਕਹਿੰਦੇ ਜੀ ਮਾਫੀ ਮੰਗੋ, ਮਾਫੀ ਮੰਗੋ। ਹੁਣ ਉਹ ਕਹਿੰਦੇ ਰਾਸ਼ਟਰਪਤੀ ਜੀ ਤੋਂ ਮਾਫੀ ਮੰਗ ਲਓ, ਬਾਕੀਆਂ ਤੋਂ ਕਿਉਂ ਮੰਗਾ? ਤੁਹਾਡੇ ਤੋਂ ਨਹੀਂ ਬਿਲਕੁਲ ਮਾਫੀ ਮੰਗਦਾ। ਸੋਨੀਆ ਗਾਂਧੀ ਨੂੰ ਬੀਬੀ ਨੂੰ ਕਹਿਣ ਲੱਗ ਪਏ ਤੁਸੀਂ ਮਾਫੀ ਮੰਗੋ। ਉਹ ਬੀਬੀ ਜੀ ਉੱਠ ਕੇ ਪਾਰਲੀਮੈਂਟ ਦੇ ਵਿੱਚ ਇੱਕ ਸੱਤਾਧਾਰੀ ਧਿਰ ਦੇ ਐਮਪੀ ਕੋ ਕਹਿੰਦੇ ਜੀ ਕਿਸੇ ਨੇ ਕਿਹਾ, ਦੂਸਰੇ ਦੇ ਬਾਰੇ ਕਿਹਾ, ਮੇਰੇ ਤੇ ਨਿਸ਼ਾਨਾ ਕਿਉਂ ਲਾਇਆ ਜਾ ਰਿਹਾ, ਟਾਰਗੇਟ ਮੈਨੂੰ ਕਿਉਂ ਕੀਤਾ ਜਾ ਰਿਹਾ, ਮੈਨੂੰ ਮਰਜੀ ਸਮਝਾਉਣ ਦੀ ਖੇਚਲ ਕਰਿਓ।
ਉਧਰੋਂ ਬੀਬੀ ਸਮ੍ਰਿਤੀ ਇਰਾਨੀ ਕੇਂਦਰੀ ਕੈਬਨਿਟ ਮੰਤਰੀ ਆ ਗਏ। ਫਿਰ ਥੋੜਾ ਜਿਹਾ ਕੰਮ ਤਲਖੀ ਵਾਲਾ ਵੀ ਹੋਇਆ। ਠੀਕ ਨਹੀਂ ਹੈ ਸੰਧਾਲੀਆ ਸਾਹਿਬ, ਚਾਹੇ ਕਿਸੇ ਨੇ ਮਾੜਾ ਸ਼ਬਦ ਬੋਲਿਆ ਉਹ ਵੀ ਨਹੀਂ ਠੀਕ। ਉਹਦੇ ਤੋਂ ਬਾਅਦ ਜਿੱਦਾਂ ਦਾ ਵਿਵਹਾਰ ਪਾਰਲੀਮੈਂਟ ਸੰਸਦ ਦੇ ਵਿੱਚ ਕੀਤਾ ਜਾ ਰਿਹਾ, ਦਰੁਸਤ ਉਹਨੂੰ ਵੀ ਨਹੀਂ ਆਖਿਆ ਜਾ ਸਕਦਾ। ਇੱਕ ਨਾ ਐਕਸਪ੍ਰੈਸ਼ਨ ਐਂਡ ਛੋਟਾ ਜਿਹਾ ਡਾਇਲੋਗ ਰਿਕਾਰਡ ਹੋਇਆ ਮੈਡਮ ਸੋਨੀਆ ਗਾਂਧੀ ਹੋਰਾਂ ਦਾ, ਉਹ ਵਾਰ-ਵਾਰ ਬਹੁਤ ਸਾਰੇ ਮੀਡੀਆ ਹਾਊਸਿਸ ਨੇ ਚਲਾਇਆ, ਸੋਸ਼ਲ ਮੀਡੀਆ ਤੇ ਵੀ ਵਾਰ ਲਾਇਆ। ਐਂਡ ਜਦੋਂ ਵੀ ਖਬਰ ਚੱਲਦੀ ਹੈ ਕਿ ਦੇਖੋ ਜੀ ਬੀਜੇਪੀ ਦੇ ਜਿੰਨੀਆਂ ਵੀ ਮਹਿਲਾ ਮੈਂਬਰ ਪਾਰਲੀਮੈਂਟੇਰੀਅਨਸ ਨੇ ਜਾਂ ਮੈਂਬਰ ਸਾਹਿਬਾਨ ਨੇ, ਉਹਨਾਂ ਸਾਰਿਆਂ ਨੇ ਵਾਰ-ਵਾਰ ਕਿਹਾ ਜੀ ਕਿ ਬਹੁਤ ਗੁੱਸੇ 'ਚ ਬੋਲ ਕੇ ਗਏ ਜੀ, ਧਮਕੀ ਭਰੀ ਲਹਿਜੇ 'ਚ ਬੋਲ ਕੇ ਗਏ ਜੀ ਵੀ ਤੁਸੀਂ ਮੇਰੇ ਨਾਲ ਗੱਲ ਨਾ ਕਰੋ, ਹੈ ਨਾ। ਹੁਣ ਗੱਲ ਇਹ ਆ ਵੀ ਮੈਨੂੰ ਜਾਪਦਾ ਵੀ ਉਦੋਂ ਤੁਸੀਂ ਇੱਕ ਦਿਨ ਪਿੱਛੇ ਚਲੇ ਜਾਓ, 2 ਦਿਨ ਪਿੱਛੇ ਚਲੇ ਜਾਓ, ਉਦੋਂ ਕੀ ਚੱਲਦਾ ਪਿਆ ਸੀ? ਈਡੀ ਵਾਰ-ਵਾਰ ਸੰਮਣ ਕਰਦਾ ਪਿਆ ਸੀ, ਸਾਰੀ ਦਿਹਾੜੀ ਉੱਤੇ ਪੁੱਛ ਪੜਤਾਲ ਚੱਲਦੀ ਸੀ। ਹੁਣ ਕਿਤੇ ਉਦੋਂ ਬਾਅਦ ਤੁਸੀਂ ਆਪ ਸੋਚੋ ਵੀ ਸੰਮਣਾ ਤੋਂ ਜਾਨ ਛੁੱਟੀ ਹੋਵੇ, ਬੰਦਾ ਪਾਰਲੀਮੈਂਟ ਆਇਆ ਹੋਵੇ ਤੇ ਉੱਥੇ ਆ ਕੇ ਉਹਨੂੰ ਪਤਾ ਨਾ ਹੋਵੇ ਵੀ ਕਿਹਨੇ ਕੀ ਕਿਹਾ। ਹਾਂ ਇੰਨਾ ਜ਼ਰੂਰ ਹੋਵੇ ਵੀ ਕਿਉਂਕਿ ਉਹਨਾਂ ਦੀ ਪਾਰਟੀ ਦਾ ਮੈਂਬਰ ਸੀਗਾ, ਉਹਨੇ ਗੱਲ ਕਹਿਤੀ ਤੇ ਕੋਈ ਆਖਿਆ ਹਾਂ ਮਾਫੀ ਤੁਸੀਂ ਮੰਗੋ, ਅਗਲਾ ਬੰਦਾ ਖਿੱਚ ਕੇ ਪੈ ਹੀ ਜਾਂਦਾ ਕਿਸੇ ਵੇਲੇ। ਉਹੀ ਗੱਲ ਮੈਨੂੰ ਲੱਗਦਾ ਇਸ ਕੇਸ ਦੇ ਵਿੱਚ ਹੋਈ ਆ ਵੀ ਉਹ ਕਿਤੇ ਖਿਜੇ ਹੋ ਸਕਦਾ ਪਹਿਲੀਆਂ ਗੱਲਾਂ ਦੇ ਹੋਣ, ਬਾਅਦ 'ਚ ਉਹਨੂੰ ਜਾਪੇ ਵੀ ਪਤਾ ਨਹੀਂ ਕਿਹੜਾ ਸਿਆਪਾ ਮੇਰੇ ਗੱਲ ਪਾਈ ਜਾਂਦੇ ਨੇ, ਤੇ ਉਹ ਖਿੱਚ ਜਿਹੜੀ ਆ ਉਹ ਹੌਲੀ ਹੌਲੀ ਨਿਕਲਦੀ ਇਸ ਪਾਸੇ ਚੱਲ ਗਈ ਵੀ ਹੁਣ ਫਲਾਨਾ ਮੈਂ ਮਾਫੀ ਮੰਗੇ। ਪਰ ਇੱਕ ਗੱਲ ਹੈਗੀ, ਇਹ ਗੱਲ ਇੱਥੇ ਨਹੀਂ ਰੁਕੀ। ਬੀਜੇਪੀ ਵਾਲੇ ਜਿਹੜੇ ਨੇ ਉਹ ਸੋਨੀਆ ਗਾਂਧੀ ਹੋਰਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਲੱਗ ਪਏ ਤੇ ਉਧਰ ਕਾਂਗਰਸ ਪਾਰਟੀ ਦੇ ਜਿਹੜੇ ਯੂਥ ਵਰਕਰ ਸੀ ਉਹ ਸਮ੍ਰਿਤੀ ਇਰਾਨੀ ਦੇ ਘਰ ਦੇ ਅੱਗੇ ਜਾ ਕੇ ਟਾਇਰ ਫੂਕਣੇ ਸ਼ੁਰੂ ਕਰਤੇ। ਇਹ ਵਧੀਆ ਕੰਮ ਹੈ। ਇਸੇ ਕਰਕੇ ਮੈਨੂੰ ਲੱਗਦਾ ਵੀ ਵਰਕਰ ਚਾਹੀਦੇ ਹੁੰਦੇ ਆ ਵੀ ਜਿੱਦੋਂ ਮਰਜ਼ੀ ਇਕੱਠੇ ਕਰਕੇ ਟਰੱਕ ਭਰ ਕੇ ਲੈ ਜਾਓ, ਜਿੱਥੇ ਮਰਜ਼ੀ ਮੁਰਦਾਬਾਦ ਜਿੰਦਾਬਾਦ ਕਰਾ ਦਿਓ। ਸੰਧਾਲੀਆ ਸਾਹਿਬ, ਇਹਦੇ ਤੋਂ ਬਿਨਾਂ ਹੁਣ ਕੁਛ ਰਹਿ ਹੀ ਨਹੀਂ ਗਿਆ। ਮੈਂ ਹੈਰਾਨ ਸੀ, ਬੜੇ ਮੁੱਦੇ ਆਏ ਜਦੋਂ ਦੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਆ। ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ, ਲੀਡਰਾਂ ਨੂੰ ਇੱਕੋ ਵੇਲੇ ਏਡੇ ਵੱਡੇ ਦੇਸ਼ ਦੇ ਵਿੱਚ ਇੱਦਾਂ ਐਜੀਟੇਸ਼ਨ ਕਰਦੇ ਨਹੀਂ ਦੇਖਿਆ। ਜਿੱਦਾਂ ਰਾਹੁਲ ਗਾਂਧੀ ਤੇ ਬੀਬੀ ਸੋਨੀਆ ਗਾਂਧੀ ਹੋਰਾਂ ਨੂੰ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਵਾਲੇ ਸੱਦਦੇ ਸੀ ਕਿ ਆਇਓ ਨੈਸ਼ਨਲ ਹੈਰਾਲਡ ਵਾਲੇ ਕੇਸ ਦੇ ਵਿੱਚ ਤੁਹਾਡੇ ਤੋਂ ਪੁੱਛਗਿੱਛ ਕਰਨੀ ਆ, ਸਵਾਲਾਂ ਦੇ ਜਵਾਬ ਲੈਣੇ ਆ, 40-40, 50-50 MP ਵਿਰੋਧ ਕਰੀ ਜਾਂਦੇ ਆ, ਪੁਲਿਸ ਹਿਰਾਸਤ 'ਚ ਲੈਂਦੀ ਹੈ। ਹਰ ਇੱਕ ਸੂਬੇ ਦੇ ਰਾਜਧਾਨੀ ਵਰਗੇ ਹੈੱਡਕੁਆਟਰ ਦੇ ਉੱਤੇ ਜਾ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ, ਸਾਰਾ ਦਿਨ ਧਰਨੇ ਤੇ ਬਹਿੰਦੇ ਆ। ਹੁਣ ਜਿੰਨੀ ਗੰਭੀਰਤਾ, ਜਿੰਨੀ ਦ੍ਰਿੜਤਾ, ਜਿੰਨੀ ਅਗਰੈਸਿਵਨੈਸ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹਰ ਇੱਕ ਸੂਬੇ ਦੀ ਨੇ ਇਸ ਮੁੱਦੇ ਤੇ ਦਿਖਾਈ ਹੈ, ਜੇ ਕਿਤੇ ਇਹਦੇ ਤੋਂ ਅੱਧੀ ਵੀ ਪੰਜਾਬ ਦੇ ਜਾਂ ਭਾਰਤ ਦੇ ਲੋਕਾਂ ਦੇ ਮੁੱਦਿਆਂ ਤੇ ਦਿਖਾਈ ਹੁੰਦੀ ਤਾਂ ਸੰਧਾਲੀਆ ਸਭ ਕਹਾਣੀ ਹੋਰ ਹੋ ਜਾਣੀ ਸੀ। ਕੋਈ ਕਹਾਣੀ ਨਹੀਂ ਹੋਣੀ ਸੀ। ਕੀ ਗੱਲਾਂ ਕਰਦੇ ਹੋ? ਪੰਜਾਬ ਦੇ ਲੋਕਾਂ ਕਿਹੜਾ ਟਿਕਟ ਦੇਣੀ ਹੈ ਜਾਂ ਇੰਡੀਆ ਦੇ ਲੋਕਾਂ ਨੂੰ ਟਿਕਟ ਦੇਣੀ? ਜਿੱਥੋਂ ਵੀਰ ਜੀ ਟਿਕਟ ਆਉਣੀ ਆ ਤੇ ਨਾਲ ਚੋਣ ਨਿਸ਼ਾਨ ਹੱਥ ਦਾ ਆਉਣਾ, ਉਧਰੋਂ ਤੇ ਫਿਰ ਧਰਨੇ ਦਾ ਫਾਇਦਾ ਵੀ ਹੈਗਾ। ਲੋਕਾਂ ਕੋਲੋਂ ਕੀ ਲੈਣਾ ਦੇਣਾ ਜੀ? ਨਹੀਂ ਗੱਲ ਇੱਕੋ ਮਿੰਟ ਜੀ ਟਿਕਟ ਤਾਂ ਲੈ ਆਉਣਗੇ, ਉੱਪਰੋਂ ਵੋਟਾਂ ਨਹੀਂ ਚਲੋ ਉਹ ਬਾਅਦ ਦੀ ਗੱਲ ਹੈ। ਅਗਲਾ ਕਹਿੰਦਾ ਪਹਿਲਾਂ ਟਿਕਟ ਮਿਲੇ ਸੀ, ਵੋਟਾਂ ਵੀ ਲੈ ਲਵਾਂਗੇ। ਚਲੋ ਆਪਣੇ ਜਾਣ ਦਾ ਵੇਲਾ ਹੋ ਗਿਆ WhatsApp ਹੁਣ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਲਾਈਕ ਵਾਲਾ ਬਟਨ ਦਬਦੇ ਰਿਹਾ ਕਰੋ। ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।